ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾਂ, ਕੇਤੇ ਬਾਵਣ ਹਾਰੇ। ਕੇਤੇ ਰਾਗ ਪਰੀ ਸਿਉ ਕਹੀਅਨ, ਕੇਤੇ ਗਾਵਣ ਹਾਰੇ। ਗਾਵੈ ਤੁਹਾਨੋ ਪੌਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵੈ ਚਿਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ। ਗਾਵੈ ਈਸ਼ਰ ਬ੍ਰਹਮਾ ਦੇਵੀ, ਸੋਹਨ ਸਦਾ ਸਵਾਰੇ। ਗਾਵੈ ਇੰਦ ਇੰਦਾਸਨ ਬੈਠੇ, ਦੇਵਤਿਆਂ ਦਰ ਨਾਲੇ। ਗਾਵੈ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ। ਗਾਵਨ ਪੰਡਿਤ ਪੜਨ ਰਖੀਸ਼ਰ, ਜੁਗ ਜੁਗ ਵੇਦਾਂ ਨਾਲੇ। ਗਾਵੈ ਮੋਹਣੀਆਂ ਮਨ ਮੋਹਨ, ਸੁਰਗਾ ਮਛ ਪਿਆਲੇ। ਗਾਵਨ ਰਤਨ ਉਪਾਏ ਤੇਰੇ, 68 ਤੀਰਥ ਨਾਲੇ। ਗਾਵੈ ਜੋਧ ਮਹਾਬਲ ਸੂਰਾ, ਗਾਵੈ ਖਾਣੀ ਚਾਰੇ। ਗਾਵੈ ਖੰਡ ਮੰਡਲ ਬਰ ਪੰਡਾ, ਕਰ ਕਰ ਰੱਖੇ ਧਾਰੇ। ਸੇਈ ਤੁਧਨੋ ਗਾਵੈ ਜੋ ਤੁਧ ਭਾਵਨ, ਪ੍ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਨ ਸੇ ਮੈਂ ਚੇਤਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਮ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ, ਨਾਨਕ ਰਹਿਣ ਰਜ਼ਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਪ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚ ਅੱਜ ਆਪਾਂ 27 ਨੰਬਰ ਪੌੜੀ ਦਾ ਪਾਠ ਸਰਵਣ ਕੀਤਾ ਹੈ। ਜਿਹੜੇ ਸਰੋਤੇ ਤੁਹਾਡੇ ਵਿੱਚੋਂ ਗੁਰਬਾਣੀ ਆਪ ਸਮਝ ਕੇ ਪੜ੍ਹਨ ਵਾਲੇ ਹਨ, ਜਿਨ੍ਹਾਂ ਨੇ ਗੁਰਬਾਣੀ ਆਪ ਸਮਝ ਕੇ ਪੜ੍ਹੀ ਹੈ, ਉਹਨਾਂ ਨੇ ਇੱਕ ਚੀਜ਼ ਮਹਿਸੂਸ ਕੀਤੀ ਹੋਏਗੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਈ ਸ਼ਲੋਕ ਜਾਂ ਸ਼ਬਦ ਦੋ ਦੋ ਤਿੰਨ ਤਿੰਨ ਵਾਰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁਝ ਸ਼ਬਦਾਂ ਦਾ ਫਰਕ ਪਾ ਕੇ, ਅੱਖਰਾਂ ਦਾ ਸ਼ਬਦ ਪਾ ਕੇ, ਮਾਤਰਾਵਾਂ ਦਾ ਫਰਕ ਪਾ ਕੇ ਆਏ ਹਨ। ਜਿਵੇਂ ਆਪਾਂ ਪਹਿਲਾਂ ਸ਼ਲੋਕ ਦੀ ਗੱਲ ਕੀਤੀ ਸੀ ਕਿ ਜਪ ਬਾਣੀ ਦੇ ਅਖੀਰ ਵਿੱਚ ਜਿਹੜਾ ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਇਹ 2 ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਇਆ ਹੈ। ਇੱਕ ਵਾਰ ਤੇ ਇਸੇ ਬਾਣੀ ਜਪ ਬਾਣੀ ਦੇ ਅਖੀਰ ਵਿੱਚ ਇੱਕ ਵਾਰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਇਸੇ ਸ਼ਲੋਕ ਨੂੰ ਥੋੜ੍ਹੇ ਜਿਹੇ ਸ਼ਬਦਾਂ ਦਾ ਅਤੇ ਮਾਤਰਾਵਾਂ ਦਾ ਫਰਕ ਪਾ ਕੇ ਉਚਾਰਨ ਕੀਤਾ ਹੈ। ਇਸੇ ਤਰ੍ਹਾਂ ਇਹ ਸੋਦਰ ਵਾਲਾ ਸ਼ਬਦ ਜਿਹੜੀ ਆਪਾਂ ਪੌੜੀ ਅੱਜ 27 ਨੰਬਰ ਸਰਵਣ ਕੀਤੀ ਹੈ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 3 ਵਾਰ ਆਈ ਹੈ। ਇੱਕ ਵਾਰ ਜਪ ਬਾਣੀ ਦੇ ਵਿੱਚ 27 ਨੰਬਰ ਪੌੜੀ ਹੈ। ਇਸ ਤੋਂ ਬਾਅਦ ਜਦੋਂ ਆਪਾਂ ਸੋਦਰ ਰਹਿਰਾਸ ਦਾ ਪਾਠ ਰੋਜ਼ਾਨਾ ਸ਼ਾਮਾਂ ਨੂੰ ਕਰਦੇ ਹਾਂ, ਉਹਦੇ ਵਿੱਚ ਜਿਵੇਂ ਇਹ ਰਹਿਰਾਸ ਦੀ ਬਾਣੀ ਦੇ ਵਿੱਚ ਵੀ ਸਭ ਤੋਂ ਪਹਿਲਾਂ ਆਰੰਭ ਵਿੱਚ ਇਹ ਪੌੜੀ ਦਾ ਆਪਾਂ ਪਾਠ ਕਰਦੇ ਹਾਂ। ਉਸ ਤੋਂ ਬਾਅਦ ਆਸਾ ਰਾਗ ਵਿੱਚ ਵੀ ਇਹ ਸੇਮ ਸ਼ਬਦ ਆਇਆ ਹੈ। ਤੋ ਇਹਨਾਂ ਤਿੰਨਾਂ ਸ਼ਬਦਾਂ ਵਿੱਚ ਕੁਝ ਸ਼ਬਦਾਂ ਦਾ, ਅੱਖਰਾਂ ਦਾ ਅਤੇ ਮਾਤਰਾਵਾਂ ਦਾ ਆਪਸ ਵਿੱਚ ਫਰਕ ਹੈ, ਭਾਵੇਂ ਅਰਥ ਸੇਮ ਹੀ ਨੇ। ਪਹਿਲੀ ਵਾਰ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ 6 ਨੰਬਰ ਅੰਕ 'ਤੇ ਆਇਆ ਹੈ ਜਪਜੀ ਸਾਹਿਬ ਦੀ ਬਾਣੀ ਵਿੱਚ। ਉਸ ਤੋਂ ਬਾਅਦ 9 ਨੰਬਰ ਅੰਕ 'ਤੇ ਜਦੋਂ ਸੋਦਾ ਰਹਿਰਾਸ ਸ਼ੁਰੂ ਹੁੰਦੀ ਹੈ, ਉਸ ਤੋਂ ਬਾਅਦ 348 ਨੰਬਰ ਅੰਕ 'ਤੇ ਆਸਾ ਰਾਗ ਦੇ ਵਿੱਚ ਇਹੋ ਸ਼ਬਦ ਆਇਆ ਹੈ। ਤੋ ਇਹ ਜਾਣਕਾਰੀ ਤਾਂ ਦਿੱਤੀ ਹੈ ਵੀ ਸਰੋਤਿਆਂ ਨੂੰ ਸਮਝ ਲੱਗ ਜਾਏ। ਕਈ ਵਾਰੀ ਕਈ ਸਵਾਲ ਪੁੱਛਦੇ ਨੇ ਵੀ ਇਹ ਦੁਬਾਰਾ ਸ਼ਬਦ ਗੁਰੂ ਸਾਹਿਬ ਜੀ ਨੇ ਕਿਉਂ ਲਿਖਿਆ, ਅਤੇ ਇੱਦਾਂ ਦੇ ਕਈ ਸ਼ਲੋਕ ਤੁਹਾਨੂੰ ਜਿਹੜੇ ਭਗਤਾਂ ਦੇ ਅਤੇ ਬਾਅਦ ਵਿੱਚ ਗੁਰੂ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਵੀ ਤੁਹਾਨੂੰ ਮਿਲ ਜਾਣਗੇ। ਤੋ ਖੈਰ, ਜਿਹੜੀ ਆਪਾਂ ਗੱਲ ਕਰ ਰਹੇ ਵੀ ਅੱਜ ਦੀ ਪੌੜੀ ਜਿਹੜੀ 27 ਨੰਬਰ, ਜਿਸ ਦਾ ਆਪਾਂ ਪਾਠ ਹੁਣੇ ਸਰਵਣ ਕੀਤਾ ਹੈ,
ਇਹ ਪੌੜੀ ਆਕਾਰ ਵਿੱਚ ਵੀ ਦੂਜੀਆਂ ਪੌੜੀਆਂ ਨਾਲੋਂ ਕੁਝ ਵੱਡੀ ਹੈ, ਜਿਸ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜੀਆਂ ਪਿੱਛੇ ਗੱਲ ਚੱਲਦੀ ਆ ਰਹੀ ਹੈ, ਜੋ ਪ੍ਰਕਰਨ ਪਿੱਛੇ ਚੱਲਦਾ ਆ ਰਿਹਾ, ਉਸ ਪਰਮਾਤਮਾ ਦੀ ਬੇਅੰਤਤਾ ਦਾ, ਉਹਦਾ ਜ਼ਿਕਰ ਕਰਦੇ ਹੋਏ ਜਿੱਥੇ ਉਹਦੀ ਸਿਫਤ ਸਲਾਹ ਦਾ ਸਾਨੂੰ ਇਹ ਰਾਹ ਦੱਸਿਆ ਹੈ, ਅਤੇ ਜ਼ਿੰਦਗੀ ਨੂੰ ਸਚਿਆਰਾ ਬਣਾਉਣ ਵਾਸਤੇ ਸਾਨੂੰ ਜੋ ਜ਼ਿੰਦਗੀ ਦੇ ਵਿੱਚ ਇਹ ਆਈਆਂ ਹੋਈਆਂ ਮੁਸ਼ਕਿਲਾਂ ਉਹਨਾਂ ਨੂੰ ਹੱਲ ਕਰਨ ਵਾਸਤੇ ਗੁਰੂਦੇਵ ਜੀ ਨੇ ਪ੍ਰੇਰਨਾ ਬਖਸ਼ਿਸ਼ ਕੀਤੀ ਹੈ, ਅਤੇ ਨਾਲ ਨਾਲ ਇਹ ਵੀ ਆਖਿਆ ਹੈ ਕਿ ਉਹ ਪਰਿਪੂਰਨ ਪਰਮਾਤਮਾ ਦੀ ਆਪਣੇ ਆਪਣੇ ਤਰੀਕੇ ਨਾਲ ਦੁਨੀਆ ਦੇ ਲੋਕ ਸਿਫਤ ਸਲਾਹ ਕਰ ਰਹੇ ਨੇ। ਬਹੁਤ ਵਾਰੀ ਐਸਾ ਹੁੰਦਾ ਹੈ ਸਿਫਤ ਸਲਾਹ ਉਹ ਆਪਣੇ ਵੱਲੋਂ ਪਰਮਾਤਮਾ ਦੀ ਕਰ ਰਹੇ ਨੇ, ਪਰ ਕਈ ਵਾਰੀ ਉਹ ਪਰਮਾਤਮਾ ਦੀ ਸਿਫਤ ਸਲਾਹ ਨਾ ਕਰਕੇ ਕਿਸੇ ਦੇਵੀ ਦੇਵਤੇ ਦੀ ਆਪਣੇ ਵੱਲੋਂ ਬਣਾਏ ਹੋਏ ਕਿਸੇ ਅਵਤਾਰ ਦੀ ਹੀ ਸਿਫਤ ਸਲਾਹ ਜਿਹੜੀ ਉਹ ਕਰਕੇ ਰਹਿ ਜਾਂਦੇ ਹਨ ਅਤੇ ਥੱਕ ਜਾਂਦੇ ਹਨ। ਜਿਹੜੀ ਅਸਲੀ ਜਿੱਥੇ ਜਿਹੜੀ ਮੰਜ਼ਿਲ ਹੈ ਉੱਥੋਂ ਤੱਕ ਪਹੁੰਚ ਨਹੀਂ ਪਾਉਂਦੇ। ਅਤੇ ਆਪਾਂ ਜਿਸ ਪੌੜੀ ਦਾ ਪਾਠ ਸਰਵਣ ਕੀਤਾ ਗੁਰੂਦੇਵ ਜੀ, ਜਿਵੇਂ ਆਪਾਂ ਪਹਿਲੀਆਂ ਪੌੜੀਆਂ ਦੀ ਵਿਚਾਰ ਅਖੀਰਲੀਆਂ ਤੁਕਾਂ ਤੋਂ ਆਰੰਭ ਕਰਦੇ ਆ ਰਹੇ ਹਾਂ, ਇੱਥੇ ਵੀ ਆਪਾਂ ਅਖੀਰਲੀਆਂ ਤੁਕਾਂ ਤੋਂ ਗੱਲ ਆਰੰਭ ਕਰਾਂਗੇ ਤਾਂ ਕਿ ਗੱਲ ਸਾਨੂੰ ਸਮਝ ਵਿੱਚ ਪੈ ਜਾਏ। ਕਿਉਂਕਿ ਇਸ ਪੌੜੀ ਦੇ ਵਿੱਚ ਗੁਰੂਦੇਵ ਜੀ ਨੇ ਜਿਹੜੇ ਲੋਕ ਉਸ ਪਰਮਾਤਮਾ ਨੂੰ ਗਾਉਣ ਦਾ ਦਾਅਵਾ ਕਰਦੇ ਸੀ, ਪਰ ਗਾ ਨਹੀਂ ਸੀ ਰਹੇ ਵਾਸਤਵ ਵਿੱਚ, ਪਰ ਦਾਅਵਾ ਕਰਦੇ ਸੀ ਕਿ ਅਸੀਂ ਪਰਮਾਤਮਾ ਨੂੰ ਗਾ ਰਹੇ ਹਾਂ। ਜਿਵੇਂ ਕੋਈ ਸਾਜ਼ਾਂ ਦੁਆਰਾ ਉਸ ਨੂੰ ਗਾ ਰਿਹਾ ਸੀ, ਉਹਦੇ ਕੋਲ ਤਰ੍ਹਾਂ ਤਰ੍ਹਾਂ ਦੇ ਸਾਜ਼ ਸੀ, ਕੋਈ ਰਾਗ ਰਾਗਣੀਆਂ ਦੁਆਰਾ ਉਸ ਨੂੰ ਗਾਉਣ ਦਾ ਦਾਅਵਾ ਕਰਦਾ ਸੀ। ਤੋ ਇਹ ਕੋਈ ਅੱਗ, ਹਵਾ, ਪਾਣੀ, ਇਹਨਾਂ ਤੱਤਾਂ ਦੀ ਗੱਲ ਕਰਦਾ ਸੀ ਕਿ ਵੇਖੋ ਇਹ ਵੀ ਦੇਵਤੇ ਨੇ ਅਤੇ ਇਹ ਵੀ ਉਸ ਪਰਿਪੂਰਨ ਪਰਮਾਤਮਾ ਦੀ ਸਿਫਤ ਸਲਾਹ ਕਰ ਰਹੇ ਨੇ। ਤੋ ਇੱਦਾਂ ਦੀਆਂ ਮਤਲਬ ਵਿਚਾਰਾਂ ਸਮਾਜ ਦੇ ਵਿੱਚ ਪ੍ਰਚਲਿਤ ਸਨ। ਤੋ ਜਿਹੜੀਆਂ ਚੀਜ਼ਾਂ ਦਿਸ ਰਹੀਆਂ ਸਨ ਉਹਨਾਂ ਨੂੰ ਦੇਵੀ ਅਤੇ ਦੇਵਤੇ ਬਣਾ ਕੇ, ਭਗਵਾਨ ਬਣਾ ਕੇ ਸਾਡੇ ਸਾਹਮਣੇ ਪੇਸ਼ ਕੀਤਾ ਗਿਆ। ਤੋ ਗੁਰੂ ਨਾਨਕ ਸਾਹਿਬ ਜੀ ਨੇ ਆਪਾਂ ਇੱਕ ਚੀਜ਼ ਨੋਟ ਕੀਤੀ ਹੈ ਵੀ ਪਿੱਛੋਂ ਗੁਰੂਦੇਵ ਪਿਤਾ ਮਹਾਰਾਜ ਜਿਹੜਾ ਸਭ ਤੋਂ ਵੱਧ ਵਿਸ਼ਾ ਉਲਝਿਆ ਹੋਇਆ ਸੀ ਪਰਮਾਤਮਾ ਬਾਰੇ, ਉਸ ਨੂੰ ਬਹੁਤ ਸੌਖੇ ਤਰੀਕੇ ਦੇ ਨਾਲ ਹੱਲ ਕੀਤਾ ਅਤੇ ਸਮਝਾਇਆ, ਬੰਦਿਆ ਤੈਨੂੰ ਪਾਸੇ ਕਿਤੇ ਜਾਣ ਦੀ ਲੋੜ ਨਹੀਂ, ਆਪਣੀ ਜ਼ਿੰਦਗੀ ਨੂੰ ਸਵਾਰ ਕੇ ਤੂੰ ਆਪ ਖੂਬਸੂਰਤ ਬਣ ਸਕਦਾ ਹੈ, ਇਹੋ ਪਰਮਾਤਮਾ ਨੂੰ ਪਾਉਣਾ। ਜਿਵੇਂ ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾਂ, ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਤੇ ਬੌੜ ਜਨਮ ਨਾ ਆਵਾਂ, ਕਾਇਓ ਦੇਵਾ ਕਾਇਓ ਦੇਵਲ। ਇੱਦਾਂ ਦੇ ਸਾਨੂੰ ਸੈਂਕੜੇ ਸ਼ਬਦ ਭਗਤਾਂ ਦੀ ਬਾਣੀ ਵਿੱਚੋਂ ਮਿਲ ਜਾਂਦੇ ਹਨ। ਤੋ ਖੈਰ ਆਪਾਂ ਜਿਸ ਪੌੜੀ ਦਾ ਪਾਠ ਸਰਵਣ ਕੀਤਾ ਹੈ, ਗੁਰੂਦੇਵ ਜੀ ਅਖੀਰਲੀਆਂ ਤੁਕਾਂ ਵਿੱਚ ਕਹਿੰਦੇ ਨੇ, ਜੋ ਤਿਸ ਭਾਵੈ ਸੋਈ ਕਰਸੀ। ਜੋ ਉਸ ਨੂੰ ਭਾਉਂਦਾ ਹੈ ਹੋਣਾ ਉਹ ਹੀ ਹੈ, ਕਿਉਂਕਿ ਉਹ ਆਪਣੀ ਮਰਜ਼ੀ ਦਾ ਖੁਦ ਮਾਲਕ ਹੈ। ਉਹ ਆਪ ਆਪਣੇ ਹੁਕਮ ਮੁਤਾਬਕ, ਆਪਣੇ ਬਣਾਏ ਹੋਏ ਨਿਯਮਾਂ ਮੁਤਾਬਕ ਸੰਸਾਰ ਨੂੰ ਚਲਾ ਰਹੇ ਹੈ। ਤਾਂ ਹੀ ਬਾਣੀ 'ਚ ਆਖਿਆ ਸੀ ਕਿ ਉਹਦੇ ਹੁਕਮ ਦੇ ਵਿੱਚ ਦਖਲ ਅੰਦਾਜ਼ੀ ਦੇਣ ਦੀ ਬਜਾਏ, ਭਾਵ ਆਪਣੀ ਤਿਆਰੀ ਕਰਕੇ ਤੂੰ ਉਸ ਹੁਕਮ ਦੀ ਪਾਲਣਾ ਕਰਕੇ ਅਤੇ ਆਪਣੇ ਜੀਵਨ ਨੂੰ ਸੌਖਾ ਕਰ ਸਕੇ। ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਜੋ ਤਿਸ ਭਾਵੈ, ਜੋ ਉਸ ਨੂੰ ਭਾਉਂਦਾ ਹੈ ਸੋਈ ਕਰਸੀ। ਅੱਗੇ ਪਾਤਸ਼ਾਹ ਕਹਿੰਦੇ ਹੁਕਮ ਨਾ ਕਰਨਾ ਜਾਈ। ਇਹ ਹੁਕਮ ਨਾ ਕਰਨਾ ਜਾਈ ਕੌਣ ਹੈ? ਕਿ ਭਾਵ ਭਾਈ ਬੰਦਿਆ ਆਪਣੇ ਵੱਲੋਂ ਤੂੰ ਪ੍ਰਮਾਤਮਾ ਦੇ ਹੁਕਮ ਵਿੱਚ ਤੁਰਨ ਦੀ ਆਦਤ ਪਾ, ਨਾ ਕਿ ਉਹਨੂੰ ਅੱਗਿਓਂ ਹੁਕਮ ਕਰਨ ਦੀ ਕੋਸ਼ਿਸ਼ ਕਰਕੇ ਇੰਜ ਨਹੀਂ ਤੇ ਇੰਜ ਕਰ। ਜਿਵੇਂ ਸੰਸਾਰ 'ਤੇ ਹੋ ਰਿਹਾ ਬੜਾ ਕੁਝ ਆਪਾਂ ਵੇਖ ਰਹੇ ਹਾਂ ਕਿ ਬਹੁਤ ਵਾਰੀ ਸਾਡੀ ਇਹ ਤਿਆਰੀ ਨਹੀਂ ਕਰਵਾਈ ਜਾ ਰਹੀ ਕਿ ਅਸੀਂ ਉਹਦੀ ਰਜਾ ਵਿੱਚ ਤੁਰ ਸਕੀਏ, ਸਗੋਂ ਇਹ ਜ਼ੋਰ ਲੱਗ ਰਿਹਾ ਕਿ ਭਾਈ ਫਲਾਣੇ ਬੰਦੇ ਨੇ ਪਰਮਾਤਮਾ ਨੂੰ ਪਾ ਲਿਆ ਅਤੇ ਉਹਨੇ ਆਪਣੀ ਮਰਜ਼ੀ ਮੁਤਾਬਕ ਪਰਮਾਤਮਾ ਕੋਲੋਂ ਕੰਮ ਕਰਾ ਲਿਆ। ਕਿਉਂਕਿ ਬੜਾ ਲੰਬਾ ਟਾਈਮ ਇਹ ਸਾਖੀਆਂ ਸੁਣਾਈਆਂ ਗਈਆਂ ਕਿ ਪੱਥਰਾਂ 'ਚੋਂ ਭਗਵਾਨ ਨੂੰ ਪ੍ਰਗਟ ਕੀਤਾ, ਉਹਦੇ ਕੋਲੋਂ ਗਾਵਾਂ ਚਰਾਈਆਂ, ਉਹਦੇ ਕੋਲੋਂ ਆਪਣੇ ਖੇਤਾਂ 'ਚ ਕੰਮ ਕਰਾਇਆ, ਯਾਨੀ ਕਿ ਆਪਣੀ ਮਨ ਮਰਜ਼ੀ ਦੇ ਕੰਮ ਕਰਾਉਣ ਵਾਸਤੇ ਇੱਦਾਂ ਦੀ ਭਗਤੀ ਵੀ ਸਾਡੇ ਜਿਹੜੀ ਮੱਥੇ ਉਹ ਮੜੀ ਗਈ ਕਿ ਅਸੀਂ ਇੱਦਾਂ ਪਰਮਾਤਮਾ ਜੀ ਪ੍ਰਗਟ ਹੋਏ ਅਤੇ ਉਹਨੇ ਖੇਤਾਂ 'ਚ ਕੰਮ ਕੀਤਾ। ਅੱਗੇ ਜਾ ਕੇ ਆਪਾਂ ਆਉਣ ਵਾਲੀਆਂ ਜਿਹੜੀਆਂ ਵਾ ਬਾਣੀ ਦੇ ਸ਼ਬਦਾਂ ਵਿੱਚ ਇਸ ਘੁੰਡੀ ਨੂੰ ਖੋਲਾਂਗੇ ਕਿ ਅਸਲ ਵਾਸਤਵ ਵਿੱਚ ਗੱਲ ਕੀ ਸੀ ਅਤੇ ਕਿੱਦਾਂ ਸਮਾਜ ਨੂੰ ਉਲਝਾਇਆ ਗਿਆ। ਤੋ ਖੈਰ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਇੱਥੇ ਪਾਤਸ਼ਾਹ ਜੀ ਬੜਾ ਸੌਖਾ ਸ਼ਬਦ ਦੱਸ ਰਹੇ ਨੇ ਵੀ ਜੋ ਤਿਸ ਭਾਵੈ, ਜੋ ਉਸ ਨੂੰ ਭਾਉਂਦਾ ਹੈ ਸੋਈ ਕਰਸੀ। ਹੋਣਾ ਉਹ ਕੁਝ ਹੈ। ਹੁਣ ਸਮੱਸਿਆ ਸਭ ਤੋਂ ਵੱਡੀ ਹੈ, ਜੋ ਉਹਨੂੰ ਭਾਉਂਦਾ ਹੈ ਉਹ ਸੰਸਾਰ ਦੇ ਜੀਵਾਂ ਨੂੰ ਨਹੀਂ ਭਾਉਂਦਾ। ਤੋ ਗੱਲ ਤਾਂ ਗੈਬ ਤਾਂ ਪੈ ਰਿਹਾ ਹੈ ਵੀ ਜੋ ਉਸ ਨੂੰ ਭਾ ਰਿਹਾ ਉਹ ਸਾਨੂੰ ਚੰਗਾ ਨਹੀਂ ਲੱਗ ਰਿਹਾ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਏ। ਉਹ ਆਪਣੇ ਜੀਵਨ ਨੂੰ ਉਹਦੇ ਹੁਕਮ ਮੁਤਾਬਕ, ਆਪਣੀ ਜ਼ਿੰਦਗੀ ਨੂੰ ਉਹਦੇ ਹੁਕਮ ਮੁਤਾਬਕ ਤੋਰਨ ਦੀ ਕੋਸ਼ਿਸ਼ ਕਰ ਤਾਂ ਕਿ ਤੇਰਾ ਜੀਵਨ ਸਚਿਆਰਾ ਬਣ ਸਕੇ। ਤੂੰ ਸਗੋਂ ਦਖਲ ਅੰਦਾਜ਼ੀ ਨਾ ਕਰ। ਪਰ ਅੱਜ ਆਪਾਂ ਵੇਖ ਰਹੇ ਹਾਂ, ਸਾਨੂੰ ਸਿੱਖਿਆ ਹੀ ਇਹ ਦਿੱਤੀ ਜਾ ਰਹੀ ਹੈ ਕਿ ਜੋ ਮੰਗੋਗੇ ਉਹ ਤੁਹਾਨੂੰ ਮਿਲ ਜਾਣਾ, ਅਤੇ ਬੰਦੇ ਦੀ ਮੰਗ ਤੇ ਪੁੱਠੀ ਹੈ। ਜੇ ਆਪਾਂ ਇਹ ਵੇਖੀਏ ਤਾਂ ਸੰਸਾਰ 'ਤੇ ਅਸੀਂ ਚੰਗਾ ਕਿੱਥੇ ਸੋਚ ਰਹੇ। ਭਾਵੇਂ ਸਾਡੀ ਅਰਦਾਸ ਦਾ ਇਹ ਸ਼ਬਦ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜੇ ਸੱਚ ਪਿੰਡਾਂ ਦੇ ਗੁਰਦੁਆਰਿਆਂ 'ਚ, ਸ਼ਹਿਰਾਂ ਦੇ ਗੁਰਦੁਆਰਿਆਂ 'ਚ ਆਮ ਆਪਣੀ ਬਾਣੀ ਪੜ੍ਹਨ ਤੋਂ ਬਾਅਦ ਇਹ ਅਰਦਾਸ ਦਾ ਅਸੀਂ ਪਹਿਰਾ ਬੋਲਦੇ ਹਾਂ, ਜੇ ਸੱਚੀ ਗੱਲ ਹੈ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਜੇ ਅਸੀਂ ਬੋਲਦਿਆਂ ਨਾਲ ਮੰਗਣ ਦੇ ਨਾਲ ਕਰਨਾ ਸ਼ੁਰੂ ਕਰ ਦਿੰਦੇ ਤਾਂ ਕੀ ਸੰਸਾਰ 'ਤੇ ਵਿਗਾੜ ਪੈਦਾ ਹੁੰਦਾ? ਸਰਬੱਤ ਦਾ ਭਲਾ ਮੰਗਣ ਵਾਲਾ ਕਦੀ ਕਿਸੇ ਦਾ ਨੁਕਸਾਨ ਕਰ ਸਕਦਾ ਭਲਾ?
ਤੋ ਇਹਦਾ ਅਰਥ ਇਹ ਹੈ, ਇਹ ਸਿਰਫ ਅਸੀਂ ਜ਼ੁਬਾਨੀ ਕਲਾਮੀ ਇਹ ਸ਼ਬਦ ਬੋਲ ਰਹੇ ਹਾਂ, ਵਾਸਤਵ ਵਿੱਚ ਸਰਬੱਤ ਦਾ ਭਲਾ ਕਰਨ ਦੀ ਅਸੀਂ ਤਿਆਰੀ ਨਹੀਂ ਕੀਤੀ। ਸਰਬੱਤ ਦਾ ਭਲਾ ਕੀ ਕਰਨਾ? ਬਹੁਤਿਆਂ ਨੇ ਤੇ ਆਪਣਾ ਭਲਾ ਨਹੀਂ ਕੀਤਾ। ਕਿ ਨਸ਼ਾ ਪੀਣ ਵਾਲਾ ਬੰਦਾ ਆਪਣਾ ਨੁਕਸਾਨ ਨਹੀਂ ਕਰ ਰਿਹਾ, ਉਹ ਆਪਣੀ ਜ਼ਿੰਦਗੀ ਨੂੰ, ਆਪਣੀ ਸਿਹਤ ਨੂੰ ਵਿਗਾੜ ਨਹੀਂ ਰਿਹਾ, ਕਿ ਉਹ ਆਪਣੇ ਪਰਿਵਾਰ ਦਾ ਨੁਕਸਾਨ ਨਹੀਂ ਕਰ ਰਿਹਾ। ਤੋ ਜਾਨੀ ਕਿ ਉਹਦੇ ਹੁਕਮ 'ਚ ਤੁਰਨ ਦੀ ਬਜਾਏ ਉਹਨੂੰ ਮਨਾਇਆ ਜਾ ਰਿਹਾ ਹੈ ਕਿ ਮਹਾਰਾਜ ਜੀ ਤੁਸੀਂ ਕਿਰਪਾ ਕਰੋ। ਹੁਣ ਕਿੰਨੇ ਪਿਆਰੇ ਸ਼ਬਦ ਇੱਥੇ ਵਰਤੇ ਨੇ ਵੀ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ। ਕਹਿੰਦੇ ਉਹਦੇ ਗਾੜੀ ਦਖਲਅੰਦਾਜ਼ੀ ਨਾ ਕਰ, ਸਗੋਂ ਉਹਦੇ ਹੁਕਮ 'ਚ ਤੁਰਨ ਦੀ ਕੋਸ਼ਿਸ਼ ਕਰ। ਕਿਉਂਕਿ ਪਾਤਸ਼ਾਹ ਨੇ ਬੜੀ ਪਿਆਰੀ ਗੱਲ ਕਹੀ ਵੀ ਸੋ ਪਾਤਸ਼ਾਹ ਉਹ ਪਾਤਸ਼ਾਹ ਹੈ, ਸ਼ਾਹਾਂ ਪਾਤ ਸਾਹਿਬ, ਉਹ ਸ਼ਾਹਾਂ ਦਾ ਪਾਤਸ਼ਾਹ, ਭਾਵ ਪਾਤਸ਼ਾਹ ਦਾ ਵੀ ਪਾਤਸ਼ਾਹ ਹੈ। ਅਤੇ ਨਾਨਕ ਰਹਿਣ ਰਜ਼ਾਈ, ਹੇ ਨਾਨਕ ਆਖ ਉਹਦੀ ਰਜਾ ਵਿੱਚ ਰਹਿਣਾ ਹੀ ਫੱਬਦਾ ਹੈ। ਜੇ ਤੂੰ ਜ਼ਿੰਦਗੀ ਦੇ ਵਿੱਚ ਸੋਹਣਾ ਬਣਨਾ ਹੈ ਨਾ, ਤੇ ਉਹਦੀ ਰਜਾ ਵਿੱਚ ਤੁਰਨਾ ਸ਼ੁਰੂ ਕਰ ਦੇ, ਤੂੰ ਵੀ ਸੋਹਣਾ ਬਣ ਜਾਏਗਾ, ਸੁਨੱਖਾ ਬਣ ਜਾਏਗਾ, ਤੇਰੀ ਕਾਇਆ, ਤੇਰਾ ਮਨ, ਸਭ ਕੁਝ ਖੂਬਸੂਰਤ ਬਣ ਜਾਏਗਾ। ਘਰ ਸੁੱਖ ਵਸਿਆ, ਬਾਹਰ ਸੁੱਖ ਵਾਇਆ ਵਾਲੀ ਗੱਲ ਜਿਹੜੀ ਹੋ ਜਾਏਗੀ। ਹੁਣ ਆਪਾਂ ਵੇਖੀਏ ਗੱਲ ਕੀ ਆ ਕਿ ਨਾਨਕ ਰਹਿਣ ਰਜ਼ਾਈ, ਕਿ ਅੱਜ ਮਨੁੱਖ ਉਹਦੀ ਰਜਾ ਵਿੱਚ ਤੁਰ ਰਿਹਾ। ਹੁਣ ਵੇਖੋ ਗੁਰਦੁਆਰਿਆਂ 'ਚ ਵੀ ਦੇਹ ਅਰੋਗਤਾ ਦੀਆਂ ਅਰਦਾਸਾਂ ਹੋ ਰਹੀਆਂ ਨੇ, ਅਤੇ ਘਰ ਵੀ ਬੰਦਾ ਕਹਿੰਦਾ ਮਹਾਰਾਜ ਤੰਦਰੁਸਤੀ ਬਖਸ਼ੀ। ਕੀ ਮੰਗਣ ਨਾਲ ਤੰਦਰੁਸਤੀ ਮਿਲ ਜਾਣੀ ਹੈ? ਜੇ ਬੰਦਾ ਗਲਤ ਮਲਤ ਚੀਜ਼ਾਂ ਖਾਏਗਾ, ਜਿਹੜੀ ਖਾਣ ਨਾਲ ਸਿਹਤ ਦਾ ਨੁਕਸਾਨ ਹੋਣਾ ਹੈ, ਖਾਈ ਉਹ ਚੀਜ਼ਾਂ ਜਾਵੇ ਜਿਹਦੇ ਨਾਲ ਸਿਹਤ ਦਾ ਨੁਕਸਾਨ ਹੋਣਾ ਹੈ, ਅਤੇ ਮੰਗੀ ਜਾਵੇ ਜੀ ਤਨ ਦੇਹ ਅਰੋਗਤਾ ਮਿਲੇ। ਇਹ ਕਦੀ ਹੋ ਸਕਦਾ? ਜੇ ਤੂੰ ਦੇਹ ਦੀ ਅਰੋਗਤਾ ਮੰਗਦਾ, ਤਨ ਦੀ ਅਰੋਗਤਾ ਮੰਗਦਾ, ਅਤੇ ਤੈਨੂੰ ਖਾਣ ਪੀਣ ਵਕਤ ਵੀ ਧਿਆਨ ਰੱਖਣਾ ਚਾਹੀਦਾ ਵੀ ਕਿਹੜੀ ਚੀਜ਼ ਖਾਣ ਨਾਲ ਸਿਹਤ ਦਾ ਨੁਕਸਾਨ ਹੁੰਦਾ ਹੈ, ਅਤੇ ਕਿਹੜੀ ਚੀਜ਼ ਖਾਣ ਨਾਲ ਮੇਰੀ ਸਿਹਤ ਜਿਹੜੀ ਹੈ ਉਹ ਫਿੱਟ ਰਹਿੰਦੀ ਹੈ ਅਤੇ ਮੈਂ ਵਧੀਆ ਰਹਿੰਦਾ। ਜਦੋਂ ਅਸੀਂ ਸਿਹਤ ਨੂੰ ਠੀਕ ਰੱਖਣ ਵਾਸਤੇ ਚੰਗੀਆਂ ਚੀਜ਼ਾਂ ਖਾਵਾਂਗੇ, ਵਧੀਆ ਭੋਜਨ ਖਾਵਾਂਗੇ, ਸਾਡੀ ਸਿਹਤ ਵੀ ਤੰਦਰੁਸਤ ਹੋਏਗੀ। ਹੁਣ ਆਪਾਂ ਆਪਣੇ ਇਰਦ ਗਿਰਦ ਵੇਖੀਏ, ਅਸੀਂ ਚਾਹੁੰਦੇ ਹਾਂ ਕਿ ਸਾਡਾ ਵਾਤਾਵਰਨ ਸਾਫ਼ ਰਹੇ। ਇੱਦਾਂ ਹੀ ਅੱਜ ਵਾਤਾਵਰਨ ਸਾਫ਼ ਕਰਨ ਵਾਸਤੇ ਕਿੰਨਾ ਜ਼ੋਰ ਲੱਗ ਰਿਹਾ। ਰੁੱਖ ਕੱਟੇ ਬਹੁਤ ਨੇ, ਰੁੱਖ ਲਾਏ ਨਹੀਂ। ਹੋਇਆ ਕਿ ਜਦੋਂ ਬਾਰਿਸ਼ ਚਾਹੀਦੀ ਉਦੋਂ ਹੁੰਦੀ ਨਹੀਂ, ਜਦੋਂ ਨਹੀਂ ਚਾਹੀਦੀ ਉਦੋਂ ਬਾਰਿਸ਼ ਹੋ ਰਹੀ ਹੈ। ਜਦੋਂ ਹੱਦੋਂ ਵੱਧ ਅਸੀਂ ਰੁੱਖ ਵੱਢਾਂਗੇ, ਕੱਟਾਂਗੇ, ਅਤੇ ਉਹਦਾ ਨੁਕਸਾਨ ਕੀ ਹੋਏਗਾ? ਵਾਤਾਵਰਨ ਖਰਾਬ ਹੋਏਗਾ, ਸਾਨੂੰ ਸਾਫ਼ ਹਵਾ ਨਹੀਂ ਮਿਲੇਗੀ। ਪਾਣੀ ਦੀ ਗੱਲ ਕਰੀਏ, ਆਪਾਂ ਪਾਣੀ ਦੀ ਜ਼ਰੂਰਤ ਹੈ, ਪਰ ਕੀ ਪਾਣੀ ਸਾਫ਼ ਰਹਿਣ ਵਾਸਤੇ ਅਸੀਂ ਆਪਣਾ ਕੋਈ ਯੋਗਦਾਨ ਪਾਇਆ? ਗੰਦਾ ਪਾਣੀ ਅਸੀਂ ਜ਼ਮੀਨ ਵਿੱਚ ਧੱਕ ਰਹੇ ਹਾਂ, ਉੱਥੋਂ ਪਾਣੀ ਸਾਨੂੰ ਸਾਫ਼ ਕਿੱਥੋਂ ਮਿਲ ਜਾਏਗਾ? ਅੱਜ ਦਰਿਆਵਾਂ ਦਾ ਪਾਣੀ ਸਾਫ਼ ਨਹੀਂ ਰਹਿਣ ਦਿੱਤਾ, ਹੱਦੋਂ ਵੱਧ ਵੇਸਟ ਪਾਣੀ ਜਿਹੜਾ ਨਾਲੀਆਂ 'ਚ ਰੁੜ ਰੁੜ ਕੇ ਬਾਹਰ ਜਾ ਰਿਹਾ। ਆਪਾਂ ਪਿੰਡਾਂ ਸ਼ਹਿਰਾਂ 'ਚ ਗੱਲ ਕਰ ਲਈਏ, ਧਾਰਮਿਕ ਸਥਾਨਾਂ 'ਤੇ ਗੁਰਦੁਆਰਿਆਂ 'ਚ ਬੰਦਾ ਝਾੜੂ ਪੋਚੇ ਲਾਉਣ ਨੂੰ ਤਰਜੀਹ ਦੇ ਰਿਹਾ, ਅਤੇ ਆਪਣੇ ਦਰਵਾਜ਼ੇ ਦੇ ਸਾਹਮਣੇ ਗਲੀ 'ਚ ਗੰਦ ਅੜਿਆ ਉਹ ਕੱਢਣ ਨੂੰ ਤਿਆਰ ਨਹੀਂ। ਅਤੇ ਗੁਰਦੁਆਰੇ ਜੀ ਕੀ ਮੰਗਦਾ? ਮਹਾਰਾਜ ਦੇਹ ਅਰੋਗਤਾ ਬਖਸ਼ਿਸ਼ ਕਰਿਓ। ਦੇਹ ਅਰੋਗਤਾ ਮੰਗਣ ਨਾਲ ਥੋੜ੍ਹਾ ਆ ਜਾਣੀ ਹੈ। ਤੂੰ ਆਪਣਾ ਚੁਗਰਦਾ ਸਾਫ਼ ਕਰ ਦੇ, ਤੂੰ ਆਪਣਾ ਵਾਤਾਵਰਨ ਸਾਫ਼ ਕਰ ਦੇ, ਆਪਣੇ ਲਾਗੇ ਕੋਈ ਗੰਦੀ ਚੀਜ਼ ਪਈ ਹੈ ਚੁੱਕ ਕੇ ਉਹਨੂੰ ਪਰਾਂ ਸੱਟ ਦੇ। ਉਹ ਇੱਥੇ ਇਹ ਸ਼ਬਦ ਨੂੰ ਬੜੇ ਧਿਆਨ ਨਾਲ ਸਮਝਣਾ ਪੈਣਾ। ਜਿਹੜੀ ਗੁਰਦੇਵ ਜੀ ਕਹਿੰਦੇ ਨੇ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ। ਤੂੰ ਤਾਂ ਜਾ ਕੇ ਹੁਕਮ ਕਰ ਰਿਹਾ ਗੁਰਦੁਆਰੇ, ਤੂੰ ਤਾਂ ਜਾ ਕੇ ਗੁਰਦੁਆਰੇ ਇਹ ਕਹਿ ਰਿਹਾ ਮਹਾਰਾਜ ਇੰਝ ਨਹੀਂ ਇੰਝ ਕਰਦੇ। ਉੱਥੇ ਨਾਨਕ ਹੁਕਮ ਨੇ ਚੱਲੇ, ਨਾਲ ਖਸਮ ਚੱਲਿਆ ਅਰਦਾਸ, ਉੱਥੇ ਹੁਕਮ ਥੋੜ੍ਹਾ ਚੱਲਣਾ। ਅਤੇ ਗੁਰਦੁਆਰਿਆਂ 'ਚ ਹੁਕਮ ਹੋ ਰਿਹਾ ਮੈਨੂੰ ਆਹ ਚਾਹੀਦਾ ਜੀ, ਮੈਨੂੰ ਆਹ ਚਾਹੀਦਾ ਜੀ। ਹੁਣ ਹਰ ਗੁਰਦੁਆਰਿਆਂ 'ਚ ਦੇਹ ਅਰੋਗਤਾ ਦੀਆਂ ਅਰਦਾਸਾਂ ਹੋ ਰਹੀਆਂ। ਅਤੇ ਜੇ ਕੋਈ ਅੱਗੇ ਸਵਾਲ ਕਰੇ ਦੇਹ ਨੂੰ ਬਿਮਾਰ ਕੀਤਾ ਕਿਹਨੇ? ਰੱਬ ਨੇ ਥੋੜ੍ਹਾ ਕੀਤਾ, ਦੇਹ ਨੂੰ ਬਿਮਾਰ ਖੁਦ ਆਪ ਕੀਤਾ। ਜੇ ਤੂੰ ਖਾਣ ਵਕਤ ਧਿਆਨ ਰੱਖੇਗਾ ਵੀ ਕਿਹੜੀ ਚੀਜ਼ ਖਾਣ ਨਾਲ ਨੁਕਸਾਨ ਹੋਣਾ ਹੈ ਮੇਰਾ, ਉਹ ਚੀਜ਼ ਖਾਣੀ ਛੱਡ ਦੇ। ਇਹੋ ਉਹਦੀ ਰਜਾ 'ਚ ਤੁਰਨਾ। ਜਦੋਂ ਸਾਨੂੰ ਪਤਾ ਅਸੀਂ ਪਾਣੀ ਗੰਦਾ ਕਰ ਦਿੱਤਾ, ਅਸੀਂ ਹਵਾ ਪਾਣੀ ਸਾਫ਼ ਨਹੀਂ ਰਹਿਣ ਦਿੱਤਾ, ਅਸੀਂ ਸਾਡੀਆਂ ਤਾਂ ਪੀੜ੍ਹੀਆਂ ਕੋਸਣਗੀਆਂ। ਸਾਨੂੰ ਆਉਣ ਵਾਲੇ ਸਮੇਂ ਸਾਡੀਆਂ ਪੀੜ੍ਹੀਆਂ ਸਾਡਾ ਕਾਲੇ ਅੱਖਰਾਂ 'ਚ ਨਾਮ ਨਹੀਂ ਲਿਖਣਗੀਆਂ ਵੀ ਤੁਸੀਂ ਸਾਡੇ ਲਈ ਪਾਣੀ ਵੀ ਸਾਫ਼ ਨਹੀਂ ਰਹਿਣ ਦਿੱਤਾ। ਜੇ ਕੋਈ ਸੰਸਥਾ ਉੱਠ ਕੇ ਉੱਭਰ ਕੇ ਦਰਖਤ ਲਾਉਣ ਦਾ ਕੰਮ ਵੀ ਕਰਦੀ ਹੈ, ਅਤੇ ਅਸੀਂ ਦਰਖਤ ਨੂੰ ਪਾਣੀ ਤਾਂ ਕੀ ਦੇਣਾ, ਅੱਗ ਲਾ ਲਾ ਕੇ ਅਸੀਂ ਦਰਖਤ ਛੱਡ ਦਿੰਦੇ ਹਾਂ। ਅਸੀਂ ਇਸ ਬੰਨੇ ਧਿਆਨ ਦਿੱਤਾ ਹੀ ਨਹੀਂ। ਤਾਂ ਖੈਰ ਮੈਂ ਸਿਰਫ ਇਹ ਗੱਲ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ, ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਜਿਹੜੀ ਗੱਲ ਗੁਰਦੇਵ ਪਿਤਾ ਮਹਾਰਾਜ ਕਹਿੰਦੇ ਜ਼ਿੰਦਗੀ ਨੂੰ ਸੁਚਾਰਾ ਬਣਾਉਣਾ, ਉਹਦੀ ਰਜਾ ਵਿੱਚ ਉਹਦੇ ਹੁਕਮ 'ਚ ਤੁਰਨਾ ਪੈਣਾ। ਮੈਂ 2-4 ਉਦਾਹਰਨਾਂ ਤੁਹਾਡੇ ਸਾਹਮਣੇ ਰੱਖਾਂਗਾ ਤਾਂ ਕਿ ਗੱਲ ਸਾਨੂੰ ਸੌਖਿਆਂ ਸਮਝ ਲੱਗ ਜੇ। ਤੁਸੀਂ ਕਿਸੇ ਸੰਸਥਾ ਵਿੱਚ ਰਹਿਣਾ, ਤੁਹਾਨੂੰ ਉਸ ਸੰਸਥਾ ਦੇ ਕਾਇਦਾ ਕਾਨੂੰਨ ਜਿਹੜੇ ਨਿਯਮ ਬਣਾਏ ਹੋਏ ਨੇ ਉਹਨਾਂ ਦੀ ਪਾਲਣਾ ਕਰਨੀ ਪੈਣੀ ਹੈ। ਮੰਨ ਲਓ ਤੁਸੀਂ ਕਿਸੇ ਕੰਟਰੀ 'ਚ ਰਹਿਣਾ ਹੈ, ਕੰਟਰੀ ਦੇ ਜੋ ਬਣਾਏ ਹੋਏ ਰੂਲ ਨਿਯਮ ਨੇ ਉਹਨਾਂ ਦੀ ਸਾਨੂੰ ਪਾਲਣਾ ਕਰਨੀ ਪੈਣੀ ਹੈ ਤਾਂ ਕਿ ਮੈਂ ਵਧੀਆ ਸਿਟੀਜ਼ਨ ਬਣ ਸਕਾਂ। ਸਟੂਡੈਂਟਸ ਕਲਾਸ ਵਿੱਚ ਜਦੋਂ ਪੜ੍ਹਨ ਜਾਂਦਾ ਹੈ, ਜਿੰਨਾ ਮਰਜ਼ੀ ਸ਼ਰਾਰਤੀ ਹੋਵੇ, ਤੁਸੀਂ ਵੇਖਿਓ ਕਈ ਵਾਰੀ 50-50, 60-60 ਬੱਚਿਆਂ ਨੂੰ ਜਦੋਂ ਟੀਚਰ ਪੜ੍ਹਾਉਂਦੇ ਨੇ, ਹੁਣ ਉਹਨਾਂ ਨੂੰ ਸਕੂਲ ਦੇ ਰੂਲ ਨਿਯਮ ਮੁਤਾਬਕ ਜੋ ਉੱਥੋਂ ਦਾ ਕਲਾਸ ਦਾ ਸਿਸਟਮ ਹੈ ਉਹਦੇ ਮੁਤਾਬਕ ਆਪਣੇ ਆਪ ਨੂੰ ਢਾਲਣਾ ਪੈਂਦਾ ਹੈ। ਇਹ ਨਹੀਂ ਆਪਾਂ ਕਹਿ ਸਕਦੇ ਵੇਖੋ ਸਾਡਾ ਬੱਚਾ ਸ਼ਰਾਰਤੀ ਹੈ, ਇਹਨੂੰ ਸ਼ਰਾਰਤਾਂ ਕਰਨ ਦੀ ਥੋੜ੍ਹੀ ਬਹੁਤੀ ਆਗਿਆ ਦੇ ਦਿਓ। ਉਹਨੂੰ ਆਪਣੀਆਂ ਸ਼ਰਾਰਤਾਂ ਵਾਲਾ ਸੁਭਾਅ ਤਿਆਗਣਾ ਪੈਣਾ ਜੇ ਉਹ ਸਕੂਲ ਵਿੱਚ ਬੈਠ ਕੇ ਪੜ੍ਹਨਾ ਚਾਹੁੰਦਾ ਹੈ। ਤਾਂ ਫੌਜ ਵਿੱਚ ਹੈ,
ਜਿਹੜਾ ਬੰਦਾ ਆਪਣੀ ਮਰਜ਼ੀ ਨਾਲ ਘਰ ਉੱਠਦਾ ਹੈ, ਆਪਣੀ ਮਰਜ਼ੀ ਨਾਲ ਸੌਂਦਾ ਹੈ, ਆਪਣੀ ਮਰਜ਼ੀ ਨਾਲ ਖਾਂਦਾ ਪੀਂਦਾ ਹੈ, ਜਦੋਂ ਨੌਜਵਾਨ 18 ਸਾਲ ਤੋਂ ਬਾਅਦ ਫੌਜ ਵਿੱਚ ਭਰਤੀ ਹੋਣ ਜਾਂਦਾ ਹੈ, ਉਹਨੂੰ ਉਹਨਾਂ ਮੁਤਾਬਕ ਉੱਥੇ ਖਾਣਾ ਪੀਂਦਾ ਹੈ, ਉਹਨਾਂ ਦੇ ਮੁਤਾਬਕ ਟਾਈਮ ਨਾਲ ਉੱਠਣਾ ਪੈਂਦਾ ਹੈ। ਭਾਵੇਂ ਸਿਹਤ ਮਾੜੀ ਮੋਟੀ ਢਿੱਲੀ ਮੱਠੀ ਹੋਵੇ, ਇੱਕ ਅੱਧਾ ਦਿਨ ਤੇ ਛੁੱਟੀ ਹੋ ਸਕਦੀ ਵਿੱਚੋਂ, ਪਰ ਨਹੀਂ ਤੇ ਰੋਜ਼ਾਨਾ ਉਹਨੂੰ ਐਨ ਟਾਈਮ ਨਾਲ ਉੱਠਣਾ ਪੈਣਾ, ਟਾਈਮ ਨਾਲ ਖਾਣਾ ਪੈਣਾ, ਟਾਈਮ ਨਾਲ ਸੌਣਾ ਪੈਣਾ, ਕਿਉਂਕਿ ਉਹਨੂੰ ਉਸ ਰੂਲ ਨਿਯਮ ਦੀ ਪਾਲਣਾ ਕਰੇਗਾ ਤਾਂ ਹੀ ਇਹੋ ਤੇ ਉਹਦੀ ਟ੍ਰੇਨਿੰਗ ਦਾ ਹਿੱਸਾ ਹੈ। ਇਕੱਲੀ ਗਨ ਚਲਾਉਣੀ ਥੋੜ੍ਹਾ ਸਿਖਾਉਂਦੇ ਆ, ਉੱਥੇ ਬਹੁਤ ਕੁਝ ਸਿਖਾਉਂਦੇ ਆ ਵੀ ਕਿੱਦਾਂ ਤੂੰ ਉੱਠਣਾ ਹੈ, ਕਿੱਦਾਂ ਤੂੰ ਤੁਰਨਾ ਹੈ, ਕਿੱਦਾਂ ਤੂੰ ਗਰਾਊਂਡ ਵਿੱਚ ਜਦੋਂ ਪ੍ਰੇਅਰ PT ਕਰਨੀ ਹੈ, ਪ੍ਰੇਅਰ ਕਰਨੀ ਹੈ, ਇੱਕ ਦਾ ਪੈਰ ਸੱਜਾ ਉੱਠਦਾ ਤੇ ਸਾਰੇ ਫੌਜੀ ਵੀਰਾਂ ਦੇ ਪੈਰ ਸੱਜੇ ਉੱਠਦੇ ਨੇ। ਤੋ ਅਨਟ੍ਰੇਨਡ ਬੰਦਾ 1 ਮਿੰਟ ਵਿੱਚ ਪਛਾਣਿਆ ਜਾਂਦਾ। ਤੋ ਇਹ ਤੋਂ ਪਤਾ ਲੱਗਦਾ ਵੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵੀ ਜੇ ਦੁਨਿਆਵੀ ਤੌਰ 'ਤੇ ਤੁਸੀਂ ਕਿਸੇ ਘਰ 'ਚ ਵੀ ਰਹਿਣਾ ਹੈ, ਤੁਹਾਨੂੰ ਰੂਲ ਨਿਯਮ ਦੀ ਪਾਲਣਾ ਕਰਨੀ ਪੈਣੀ ਹੈ। ਕੁਝ ਨਾ ਕੁਝ ਨਿਯਮ ਤੇ ਘਰ ਦੇ ਬਣਾਏ ਜਾਂਦੇ ਨਾ, ਘਰ ਨੂੰ ਚਲਾਉਣ ਵਾਸਤੇ, ਪਿੰਡ ਨੂੰ ਚਲਾਉਣ ਵਾਸਤੇ, ਸਮਾਜ ਨੂੰ ਚਲਾਉਣ ਵਾਸਤੇ। ਜਦੋਂ ਅਸੀਂ ਕੋਈ ਰੂਲ ਨਿਯਮ ਦੀ ਪਾਲਣਾ ਕਰਾਂਗੇ ਤੇ ਅਸੀਂ ਵਧੀਆ ਇਨਸਾਨ ਬਣ ਜਾਵਾਂਗੇ, ਯਾਨੀ ਕਿ ਜਿਹਨੂੰ ਆਪਾਂ ਅਸੂਲ ਕਹਿੰਦੇ। ਤੇ ਪਾਤਸ਼ਾਹ ਕਹਿੰਦੇ ਜੇ ਸੰਸਾਰ ਦੇ ਅੰਦਰ ਅਸੀਂ ਕਿਸੇ ਸੰਸਥਾ ਵਿੱਚ ਫਿੱਟ ਹੋਣਾ ਚਾਹੁੰਦੇ ਹਾਂ, ਉੱਥੋਂ ਦੇ ਜਿਹੜੇ ਬਣਾਏ ਹੋਏ ਨਿਯਮ ਨੇ, ਹਦਾਇਤਾਂ ਨੇ, ਉਹ ਸਾਨੂੰ ਮੰਨਣੀਆਂ ਪੈਂਦੀਆਂ ਨੇ। ਤੁਸੀਂ ਵੇਖਿਆ ਨਾ ਕਈਆਂ ਗੁਰਦੁਆਰਿਆਂ ਵਿੱਚ ਲਿਖ ਕੇ ਲਾਈਆਂ ਹੁੰਦੀਆਂ ਨੇ ਵੀ ਸਾਡੇ ਗੁਰਦੁਆਰੇ ਦੀ ਇਹ ਹਦਾਇਤ ਹੈ ਜੀ। ਇਹ ਨਿੱਕੀ ਨਿੱਕੀ ਗੱਲ ਹੈ, ਭਾਵੇਂ ਬਹੁਤ ਛੋਟੀਆਂ ਗੱਲਾਂ ਨੇ, ਵੀ ਇਸ ਰੂਮ 'ਚੋਂ ਬਾਹਰ ਜਾਣ ਲੱਗਿਆ ਲਾਈਟ ਬੰਦ ਕਰਕੇ ਜਾਓ, ਪੱਖਾ ਬੰਦ ਕਰਕੇ ਜਾਓ, ਬਿਨਾਂ ਲੋੜ ਤੋਂ ਪੱਖਾ ਨਾ ਚਲਾਓ। ਜੇ ਤੁਸੀਂ ਰੂਮ 'ਚ ਹੈ ਹੀ ਨਹੀਂ, ਬਿਨਾਂ ਲੋੜ ਤੋਂ ਲਾਈਟ ਕਿਉਂ ਜਗੇ? ਹੈ ਤਾਂ ਗੱਲ ਛੋਟੀ ਜਿਹੀ ਹੈ, ਪਰ ਇਹਦੇ ਅਰਥ ਬੜੇ ਵੱਡੇ ਨੇ। ਹੁਣ ਜੇ ਮੰਨ ਲਓ ਇੱਕ ਗੁਰਦੁਆਰੇ ਵਿੱਚ ਕਿਸੇ ਸੰਸਥਾ 'ਚ 50 ਕਮਰੇ ਨੇ ਤੇ 50 ਦੇ 50 ਉੱਥੇ ਰਹਿਣ ਵਾਲੇ ਰੂਲ ਨਿਯਮ ਦੀ ਪਾਲਣਾ ਨਾ ਕਰਨ, ਵੀ ਬਾਹਰ ਗਏ ਨੇ, ਕੋਈ ਕਿਸੇ ਨੇ ਲਾਈਟ ਨਹੀਂ ਬੁਝਾਈ, ਕਿਸੇ ਨੇ ਪੱਖਾ ਨਹੀਂ ਬੰਦ ਕੀਤਾ, ਕੀ ਉਹ ਸੰਸਥਾ ਚੱਲ ਪਾਏਗੀ? ਜਿਹੜੇ ਉੱਥੋਂ ਦਾ ਬਿੱਲ ਪੇ ਕਰ ਰਹੇ ਨੇ, ਜਿਹੜੇ ਉੱਥੋਂ ਦੇ ਖਰਚੇ ਚਲਾ ਰਹੇ ਨੇ, ਉਹ ਕਹਿਣਗੇ ਨਹੀਂ ਵੀ ਭਾਈ ਥੋੜ੍ਹਾ ਬਹੁਤਾ ਇਸ ਸੰਸਥਾ ਨੂੰ ਆਪਣਾ ਘਰ ਸਮਝੋ, ਤਾਂ ਕਿ ਆਪਾਂ ਖਰਚੇ ਘਟਾ ਕੇ ਤੇ ਆਪਾਂ ਇਸ ਖਰਚਿਆਂ ਨੂੰ, ਇਹੋ ਖਰਚੇ ਬਚਾ ਕੇ ਤੇ ਆਪਾਂ ਕੋ ਲੋਕ ਭਲਾਈ ਦੇ ਕੰਮਾਂ 'ਤੇ ਲਾਈਏ। ਤਾਂ ਖੈਰ ਇਹ ਗੱਲਾਂ ਬੜੀਆਂ ਛੋਟੀਆਂ ਨੇ, ਪਰ ਇਹਨਾਂ ਦੇ ਅਰਥ ਬੜੇ ਵੱਡੇ ਨੇ ਜੇ ਆਪਾਂ ਇਹਨਾਂ ਨੂੰ ਸਮਝੀਏ। ਤੇ ਹੁਣ ਗੁਰਦੇਵ ਜੀ ਕਹਿੰਦੇ ਜੋ ਤਿਸ ਭਾਵੈ, ਜੋ ਉਸ ਨੂੰ ਭਾਉਂਦਾ ਹੈ ਸੋਈ ਕਰਸੀ। ਹੋਣਾ ਉਹ ਹੈ ਜੋ ਉਸ ਨੂੰ ਭਾਉਂਦਾ ਹੈ। ਕੀ ਕਰ ਫਿਰ ਤੂੰ ਬੰਦਿਆ, ਤੂੰ ਆਪਣੀ ਜ਼ਿੰਦਗੀ ਨੂੰ ਉਹਦੇ ਮੁਤਾਬਕ ਤੋਰਨ ਦੀ ਕੋਸ਼ਿਸ਼ ਕਰ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਤੇਰਾ ਹੁਕਮ ਨਹੀਂ ਚੱਲਣਾ ਉੱਥੇ, ਤੂੰ ਕਵੇਂ ਮੈਂ ਆਪਣੀ ਮਰਜ਼ੀ ਨਾਲ ਚਲਾ ਲਵਾਂ। ਉੱਥੇ ਇੱਕੋ ਕੰਮ ਕਰਨਾ ਪੈਣਾ। ਕੀ ਕਰ? ਬਾਦਸ਼ਾਹ ਕਹਿੰਦੇ ਨੇ ਸੋ ਪਾਤਸ਼ਾਹ ਉਹ ਪਾਤਸ਼ਾਹ, ਸ਼ਾਹਾਂ ਪਾਤ ਸਾਹਿਬ ਉਹ ਸ਼ਾਹਾਂ ਦਾ ਵੀ ਪਾਤਸ਼ਾਹ ਹੈ। ਨਾਨਕ ਰਹਿਣ ਰਜ਼ਾਈ, ਹੇ ਨਾਨਕ ਉਹਦੀ ਰਜਾ ਵਿੱਚ ਤੁਰਨਾ ਹੀ ਫੱਬਦਾ ਹੈ। ਫੱਬਦਾ ਸ਼ਬਦ ਪਤਾ ਕੀ ਹੈ? ਵੀ ਉਹਦੀ ਰਜਾ 'ਚ ਤੁਰੇਗਾ ਤੂੰ ਸੋਹਣਾ ਬਣ ਜਾਏਗਾ, ਤੂੰ ਚੰਗਾ ਬਣ ਜਾਏਗਾ, ਵਧੀਆ ਬਣ ਜਾਏਗਾ। ਹੁਣ ਸਾਰੇ ਕਲਾਸ ਵਿੱਚ ਸਟੂਡੈਂਟ ਜਦੋਂ ਪੜ੍ਹਦੇ ਆ, ਕਈ ਸਟੂਡੈਂਟ ਤੁਸੀਂ ਵੇਖਿਆ ਨਾ ਵੀ ਬੱਚਿਆਂ ਜਦੋਂ ਉਹਨਾਂ ਦੇ ਮਾਂ ਬਾਪ ਨੂੰ ਬੁਲਾ ਕੇ ਫਿਰ ਟੀਚਰ ਕਹਿੰਦੇ ਬਹੁਤ ਇੰਟੈਲੀਜੈਂਟ ਬੱਚਾ ਜੀ ਤੁਹਾਡਾ, ਬੜਾ ਆਗਿਆਕਾਰੀ ਹੈ ਜੀ, ਇਹਦੀ ਕੋਈ ਸ਼ਿਕਾਇਤ ਨਹੀਂ। ਪੜ੍ਹਨ ਸਾਰੇ ਗਏ ਸੀ ਪਰ ਇੱਕ ਦੀ ਕੋਈ ਸ਼ਿਕਾਇਤ ਨਹੀਂ, ਇੱਕ ਦੀਆਂ ਸ਼ਿਕਾਇਤਾਂ ਦੇ ਢੇਰ ਲੱਗੇ ਪਏ ਨੇ। ਤਾਂ ਉਹ ਫੱਬਦਾ ਹੀ ਤਾਂ ਵਾ ਜੇ ਮੈਂ ਉਹਦੀ ਰਜਾ ਵਿੱਚ ਤੁਰਾਂ। ਤੇ ਅੱਜ ਜ਼ਿੰਦਗੀ ਦਾ ਵਿਗਾੜ ਪੈਣ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਅਸੀਂ ਪ੍ਰਮਾਤਮਾ ਦੇ ਬਣਾਏ ਹੋਏ ਨਿਯਮ, ਉਹਦੇ ਕਾਨੂੰਨ ਦੀ ਪਾਲਣਾ ਨਹੀਂ ਕੀਤੀ, ਸਗੋਂ ਉਹਨੂੰ ਆਪਣੇ ਮੁਤਾਬਕ ਅਸੀਂ ਢਾਲਣ ਦੀ ਰੋਜ਼ ਕੋਸ਼ਿਸ਼ ਕਰ ਰਹੇ ਹਾਂ ਵੀ ਮਹਾਰਾਜ ਇੱਦਾਂ ਨਹੀਂ ਇੱਦਾਂ ਕਰ ਦਿਓ, ਇੱਦਾਂ ਨਹੀਂ ਇੱਦਾਂ ਕਰ ਦਿਓ। ਬਾਣੀ ਸਾਨੂੰ ਬਾਰ-ਬਾਰ ਇਹੋ ਸਮਝਾਉਂਦੀ ਹੈ ਜ਼ਿੰਦਗੀ ਨੂੰ ਸੋਹਣਾ ਬਣਾ ਅਤੇ ਸੁਚੱਜਾ ਬਣਾ। ਤਾਂ ਖੈਰ ਜਿਹੜੀ ਗੱਲ ਗੁਰਦੇਵ ਪਿਤਾ ਮਹਾਰਾਜ ਜੀ ਨੇ ਅਖੀਰਲੀਆਂ ਤੁਕਾਂ 'ਚ ਕਹੀ ਹੈ, ਇਹਨੂੰ ਆਪਣੀ ਜ਼ਿੰਦਗੀ ਦਾ ਜਦੋਂ ਅਸੀਂ ਆਧਾਰ ਬਣਾ ਕੇ ਜ਼ਿੰਦਗੀ ਜੀਵਾਂਗੇ, ਸਾਡੀ ਜ਼ਿੰਦਗੀ ਬੜੀ ਸੌਖੀ ਹੋ ਜਾਏਗੀ। ਤਾਂ ਪਾਤਸ਼ਾਹ ਜੀ ਇਸੇ ਪੌੜੀ ਦੇ ਜਦੋਂ ਆਰੰਭ ਕਰਦੇ ਨੇ ਤਾਂ ਆਪਾਂ ਬੜੇ ਪਿਆਰ ਨਾਲ ਸਰਵਣ ਕੀਤਾ ਹੈ ਕਿ ਸੋ ਦਰ ਕਿਹਾ। ਇਹ ਮਾਲਕ ਜੀ ਉਹ ਤੁਹਾਡਾ ਦਰ ਕਿਹੋ ਜਿਹਾ ਹੈ? ਕਿਉਂਕਿ ਮੈਂ ਹੁਣ ਤੁਹਾਡੀ ਹੁਕਮ ਦੀ ਪਾਲਣਾ ਕਰਨੀ ਹੈ, ਮੈਂ ਤੁਹਾਡੀ ਰਜਾ ਵਿੱਚ ਤੁਰਨਾ ਹੈ, ਮੈਂ ਤੁਹਾਡੇ ਉਸ ਨਿਯਮ ਦੀ ਪਾਲਣਾ ਕਰਨੀ ਹੈ। ਅਤੇ ਮੈਨੂੰ ਮਾੜਾ ਮੋੜ ਸਮਝ ਤੇ ਲੱਗੇ ਵੀ ਉਹ ਦਰ ਇੱਕ ਕੁਐਸਚਨ ਮਾਰਕ ਹੈ ਵੀ ਸੋ ਦਰ ਕਿਹਾ, ਸੋ ਦਰ ਕਿਹਾ, ਸੋ ਘਰ ਕਿਹਾ। ਉਹ ਘਰ ਕਿਹੋ ਜਿਹਾ ਹੈ? ਜਿਤ ਬਹਿ ਸਰਬ ਸੰਭਾਲੇ, ਜਿੱਥੇ ਬੈਠ ਕੇ ਤੁਸੀਂ ਸਮੁੱਚੀ ਕਾਇਨਾਤ ਦੀ ਪ੍ਰਤਪਾਲਣਾ ਪੈ ਕਰਦੇ ਹੋ, ਸੰਭਾਲੇ। ਹੁਣ ਵੇਖੋ ਜਿਵੇਂ ਮਾਂ ਬੱਚਿਆਂ ਨੂੰ ਸੰਭਾਲਦੀ ਹੈ, ਜਿਵੇਂ ਘਰ 'ਚ ਮਾਤਾ ਪਿਤਾ ਦਾਦੇ ਦਾਦੀ ਜੀ ਆਪਣੇ ਬੱਚਿਆਂ ਨੂੰ ਸੰਭਾਲਦੇ, ਪਰਮਾਤਮਾ ਕਿੱਦਾਂ ਸਾਨੂੰ ਸੰਭਾਲਦਾ ਹੈ? ਬੜੀ ਪਿਆਰੀ ਗੱਲ ਸਾਨੂੰ ਗੁਰੂ ਅਰਜਨ ਸਾਹਿਬ ਬਾਣੀ ਵਿੱਚ ਸਮਝਾਉਂਦੇ ਨੇ। ਕਹਿੰਦੇ ਖੀਰ ਆਧਾਰ ਬਾਰਕ ਜਬ ਹੋਤਾ, ਬਿਨ ਖੀਰੇ ਰਹਿ ਨਾ ਜਾਈ, ਸਾਰ ਸੰਭਾਲ ਮਾਤਾ ਮੁਖ ਨੀਰੇ, ਤਬ ਉਹ ਤ੍ਰਿਪਤ ਅਗਾਈ। ਹਮ ਬਾਰਕ ਪਿਤਾ ਪ੍ਰਭ ਦਾਤਾ, ਹਮ ਬਾਰਕ ਪਿਤਾ ਪ੍ਰਭ ਦਾਤਾ, ਭੂਲੇ ਬਾਰਕ ਅਨਕ ਲੱਖ ਬਰੀਆ, ਅਨ ਠੌਰ ਨਹੀਂ ਜਹ ਜਾਤਾ। ਜਿਵੇਂ ਬੱਚਾ ਜਦੋਂ ਰੋਂਦਾ ਹੈ, ਬੱਚੇ ਦਾ ਆਧਾਰ ਕੀ ਹੈ? ਜਦੋਂ ਬੱਚਾ ਛੋਟਾ ਹੈ ਉਹਦੀ ਖੁਰਾਕ ਦੁੱਧ ਹੈ। ਘਰ 'ਚ ਜਿੰਨੇ ਮਰਜ਼ੀ 36 ਪ੍ਰਕਾਰ ਦੇ ਪਕਵਾਨ ਬਣੇ ਹੋਣ, ਪਰ ਬੱਚੇ ਦੀ ਖੁਰਾਕ ਦੁੱਧ ਹੈ। ਉਹ ਦੁੱਧ ਮਿਲਦਾ ਤਾਂ ਤ੍ਰਿਪਤ ਹੋ ਜਾਂਦਾ ਹੈ। ਜਿਵੇਂ ਬੱਚੇ ਨੂੰ ਮਾਂ ਬਾਪ ਦਾ ਆਸਰਾ ਹੈ, ਮਾਂ ਦੇ ਦੁੱਧ ਦਾ ਆਸਰਾ ਹੈ। ਖੀਰ ਆਧਾਰ, ਖੀਰ ਦਾ ਅਰਥ ਦੁੱਧ। ਖੀਰ ਆਧਾਰ ਬਾਰਕ ਜਬ ਹੋਤਾ, ਬਿਨ ਖੀਰੇ ਰਹਿ ਨਾ ਜਾਈ, ਬਿਨਾਂ ਦੁੱਧ ਤੋਂ ਰਹਿ ਨਹੀਂ ਸਕਦਾ, ਉਹਦੀ ਖੁਰਾਕ ਦੁੱਧ ਹੈ।
ਮਾਂ ਦੁੱਧ ਦਿੰਦੀ ਹੈ, ਬੱਚਾ ਤ੍ਰਿਪਤ ਹੋ ਜਾਂਦਾ। ਇੱਥੇ ਬੱਚਾ ਕੌਣ ਹੈ? ਜੀਵ, ਸਿੱਖ। ਦੁੱਧ ਕੀ ਹੈ? ਗੁਰੂ ਪਰਮੇਸ਼ਰ ਵੱਲੋਂ ਦਿੱਤਾ ਹੋਇਆ ਗਿਆਨ, ਉਹਦੀ ਸਮਝ, ਨਾਮ, ਸੱਚ, ਜਿੰਨੇ ਮਰਜ਼ੀ ਸ਼ਬਦ ਵਰਤ ਲਓ। ਜਦੋਂ ਇਸ ਆਤਮਾ ਨੂੰ, ਇਸ ਮਨ ਨੂੰ ਮਿਲਦੇ ਨੇ, ਇਹ ਮਨ ਤ੍ਰਿਪਤ ਹੁੰਦਾ ਹੈ, ਰੱਜ ਜਾਂਦਾ ਹੈ। ਆਪਾਂ ਬਾਣੀ 'ਚ ਪੜ੍ਹਿਆ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਇਹ ਗੁਣ ਨੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਸੋ ਦਾਰ ਕਿਹਾ ਸੋ ਕਰ ਕਿਹਾ, ਜਿਤ ਬੈ ਸਰਬ ਸੰਭਾਲੇ। ਇੱਦਾਂ ਗੱਲ ਨੂੰ ਜੋੜ ਕੇ ਵੇਖੋ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ। ਹੁਣ ਪਰਮੇਸ਼ਰ ਕਿੱਦਾਂ ਪ੍ਰਤਪਾਲਦਾ ਹੈ? ਪਰਮੇਸ਼ਰ ਆਪਣਾ ਨਾਮ ਦਿੰਦਾ ਹੈ, ਪਰਮੇਸ਼ਰ ਸਾਨੂੰ ਗਿਆਨ ਦਿੰਦਾ ਹੈ, ਪਰਮੇਸ਼ਰ ਸਾਨੂੰ ਸੱਚ ਦਾ ਭੋਜਨ ਦਿੰਦਾ ਹੈ। ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ। ਉਹ ਦਾਨ ਦਿੰਦਾ ਗੁਣਾਂ ਦਾ। ਉਹ ਜਦੋਂ ਗੁਣਾਂ ਦੀ ਆਕਸੀਜਨ ਦਿੰਦਾ ਹੈ, ਇਹ ਮਰਿਆ ਮਨ ਵੀ ਜਿਉਂਦਾ ਹੋ ਜਾਂਦਾ ਹੈ। ਮਿਰਤ ਕੋ ਪਾਇਓ ਤਨ ਸਾਸਾ ਬਿਸ਼ਰਤੇ ਆਣ ਮਿਲਾਇਆ। ਤੋ ਸਵਾਲ ਪੈਦਾ ਕਰ ਦਿੱਤਾ ਵੀ ਸੋ ਦਰ ਕਿਹਾ, ਉਹ ਘਰ ਕਿਹੋ ਜਿਹਾ ਹੈ? ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਜਿੱਥੇ ਬੈਠ ਕੇ ਤੁਸੀਂ ਸਾਰਿਆਂ ਦੀ ਸੰਭਾਲ ਪੈ ਕਰਦੇ ਹੋ। ਉਹ ਦਰ ਵਿਖਾ ਦਿਓ, ਘਰ ਵਿਖਾ ਦਿਓ। ਇੱਕ ਗੱਲ ਤਾਂ ਇੱਥੇ ਕਲੀਅਰ ਹੋਰ ਹੋ ਗਈ ਵੀ ਗੁਰੂ ਨਾਨਕ ਸਾਹਿਬ ਨੇ ਜਦੋਂ ਰੱਬ ਨੂੰ ਇੱਦਾਂ ਪੇਸ਼ ਕੀਤਾ ਹੈ ਨਾ, ਕਹਿੰਦਾ ਉਹ ਆਪ ਗ੍ਰਸਤੀ ਹੈ। ਘਰ ਕਹਿ ਦਿੱਤਾ ਨਾ, ਕੋਈ ਘਰ ਜਿਹੜਾ ਉਹ ਗ੍ਰਸਤੀ ਦਾ ਹੁੰਦਾ, ਤਿਆਗੀ ਦਾ ਘਰ ਥੋੜ੍ਹਾ ਹੁੰਦਾ। ਤਿਆਗੀ ਉਹਦਾ ਤਾਂ ਕੋਈ ਆਸ਼ਰਮ ਹੋ ਸਕਦਾ, ਡੇਰਾ ਹੋ ਸਕਦਾ। ਤਾਂ ਹੀ ਤੁਸੀਂ ਵੇਖੋ, ਇਹਨੂੰ ਤਰਜੀਹ ਭਾਈ ਗੁਰਦਾਸ ਵਰਗੇ ਮਹਾਨ ਵਿਅਕਤੀਆਂ ਨੇ ਵੀ ਤਾਂ ਆਖਿਆ ਵੀ ਸਗਲ ਧਰਮ ਹੈ ਗ੍ਰਸਤ ਪ੍ਰਧਾਨ ਹੈ। ਗ੍ਰਸਤ ਨੂੰ ਪ੍ਰਧਾਨਤਾ ਹੀ ਤਾਂ ਦਿੱਤੀ ਗਈ ਵੀ ਭਾਈ ਜਿਹਦੀ ਤੂੰ ਪ੍ਰਾਪਤੀ ਕਰਨੀ ਹੈ, ਜਿਹਦੇ ਨਾਲ ਸਾਂਝ ਪਾਉਣੀ ਹੈ, ਉਹ ਖੁਦ ਆਪ ਗ੍ਰਸਤੀ ਹੈ। ਉਹਦਾ ਬੜਾ ਵੱਡਾ ਘਰ ਹੈ, ਸਮੁੱਚੀ ਕਾਇਨਾਤ ਉਹਦਾ ਆਪਣਾ ਪਰਿਵਾਰ ਹੈ, ਉਹ ਸਮੁੱਚੀ ਕਾਇਨਾਤ ਨੂੰ ਪਾਲਦਾ ਪਿਆ ਹੈ, ਉਹਦੇ ਨਾਲ ਸਾਂਝ ਪਾਉਣੀ। ਜੇ ਉਹ ਖੁਦ ਕੰਮ ਕਰ ਰਿਹਾ ਹੈ, ਕਰਤਾ ਪੁਰਖ ਹੈ, ਕਰਤਾ ਬਣਾਉਣ ਵਾਲਾ ਤੇ ਪੁਰਖ ਬਣਾ ਕੇ ਵਿੱਚ ਬੈਠਾ, ਜੇ ਉਹ ਖੁਦ ਹਰਕਤ ਕਰਦਾ, ਕੰਮ ਕਰਦਾ, ਤੇ ਉਹ ਵਿਹਲੇ ਬੰਦੇ ਨੂੰ ਕਿੱਦਾਂ ਪਸੰਦ ਕਰੇਗਾ? ਭਲਾ ਉਹ ਕਿਵੇਂ 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 ਪਸੰਦ ਕਰੇਗਾ ਵੀ ਮੈਨੂੰ ਪਾਉਣ ਵਾਲਾ ਬੰਦਾ ਪੁੱਠਾ ਲਮਕਿਆ ਹੋਵੇ, ਮੈਨੂੰ ਪਾਉਣ ਵਾਲਾ ਬੰਦਾ ਜਿਹੜਾ ਧੂਣੀਆਂ ਤਪਾ ਕੇ ਬੈਠਾ ਹੋਵੇ, ਮੈਨੂੰ ਪਾਉਣ ਵਾਲਾ ਬੰਦਾ ਜੜਾਵਾਂ ਵਧਾ ਕੇ ਬੈਠਾ ਹੋਵੇ, ਮੈਨੂੰ ਪਾਉਣ ਵਾਲਾ ਬੰਦਾ ਇੱਦਾਂ ਪਖੰਡ ਕਰਕੇ ਬੈਠਾ, ਇੱਦਾਂ ਕਹੇ ਕਿ ਮੈਂ ਤਾਂ ਰੱਬ ਦੀ ਪ੍ਰਾਪਤੀ ਕਰਨ ਵਾਸਤੇ ਇੱਦਾਂ ਬੈਠਾ। ਨਹੀਂ, ਉਹਨੂੰ ਤਾਂ ਕਿਹਾ ਉਹਦਾ ਘਰ ਹੈ। ਵੱਖਰੀ ਗੱਲ ਹੈ, ਇਹ ਗੱਲ ਮੈਂ ਕਈ ਵਾਰੀ ਪਹਿਲਾਂ ਵੀ ਸੰਗਤਾਂ ਨਾਲ ਸਾਂਝੀ ਕਰ ਚੁੱਕਾ ਕਿ ਸੈਂਕੜੇ ਵਾਰ ਕੋਈ ਵਿਆਹ ਨਾ ਕਰਾਵੇ, 100 ਵਾਰ ਨਾ ਕਰਾਵੇ, ਪਰ ਕੋਈ ਵਿਆਹ ਨਾ ਕਰਾ ਕੇ ਇਹ ਕਦੀ ਨਾ ਕਵੇ ਕਿ ਮੈਂ ਧਰਮ ਦਾ ਬੜਾ ਵੱਡਾ ਕਾਰਜ ਕੀਤਾ। ਕਿਉਂਕਿ ਗੱਲ ਦਾ ਖਿਆਲ ਰੱਖਣਾ, ਸਾਧ ਸੰਗਤ, ਗੁਰੂ ਸਾਹਿਬ ਨੇ ਬੜੀ ਪਿਆਰੀ ਅਤੇ ਸੋਹਣੀ ਸਾਨੂੰ ਵਿਚਾਰ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ। ਕਿਉਂਕਿ ਜਦੋਂ ਉਹਦਾ ਘਰ ਪੇਸ਼ ਕੀਤਾ, ਕਹਿੰਦੇ ਉਹ ਸਾਰਿਆਂ ਦੀ ਪ੍ਰਤਪਾਲਨਾ ਕਰਦਾ ਪਿਆ। ਇਸ ਕਰਕੇ ਭਾਈ ਆਪਣੀ ਮਰਜ਼ੀ ਨਾਲ, ਪਿੰਡਾਂ ਵਿੱਚ ਵੀ ਤੁਸੀਂ ਵੇਖਿਆ 5-5 6-6 ਭਰਾ ਹੁੰਦੇ ਸੀ, ਇੱਕ ਦਾ ਦੋ ਦਾ ਵਿਆਹ ਹੋ ਜਾਣਾ, ਇੱਕ ਦੋ ਦਾ ਨਾ ਹੋਣਾ। ਉਹ ਪਹਿਲਾਂ ਤਾਂ ਕੁਆਰੇ ਖਵਾਉਂਦੇ ਸੀ, ਫਿਰ ਜਦੋਂ ਜ਼ਿਆਦੀ ਉਮਰ ਬੀਤ ਜਾਣੀ ਤੇ ਉਹਨਾਂ ਦੇ ਨਾਲ ਇਹ ਸ਼ਬਦ ਜੁੜ ਜਾਂਦਾ ਸੀ ਵੀ 3 ਵਿਆਹੇ ਨੇ 2 ਛੜੇ ਨੇ। ਤੋ ਇੱਦਾਂ ਦੇ ਸ਼ਬਦ 100 ਵਾਰ ਕੋਈ ਨਾ ਕਰਾਵੇ। ਪਰ ਤੁਸੀਂ ਵੇਖੋ, ਜੇ ਬਾਕੀ ਮੱਤਾਂ ਨੇ ਔਰਤ ਵਿੱਚ ਕਿਤੇ ਨਾ ਕਿਤੇ ਕਮਜ਼ੋਰੀ ਮੰਨੀ ਹੈ ਕਿ ਔਰਤ ਰੱਬ ਦੀ ਪ੍ਰਾਪਤੀ 'ਚ ਰੁਕਾਵਟ ਹੈ। ਅਤੇ ਸਾਡੇ ਸਿੱਖੀ ਵਿੱਚ ਵੀ ਇੱਦਾਂ ਦੇ ਜਿਹੜੇ ਬਹਿਰੂਪੀਏ ਲੋਕ ਪੈਦਾ ਹੋ ਗਏ, ਜਿਹੜੇ ਔਰਤ ਨਾਲ ਨਫ਼ਰਤ ਕਰਦੇ ਨੇ। ਇਹੋ ਹੀ ਵਜ੍ਹਾ ਹੈ ਕਿ ਉਹਨਾਂ ਨੇ ਆਪਣੇ ਡੇਰਿਆਂ ਦੇ ਵਿੱਚ ਉਹਨਾਂ ਨੂੰ ਹੀ ਗੱਦੀਆਂ ਦੇਣੀਆਂ ਸ਼ੁਰੂ ਕੀਤੀਆਂ ਜਿਹੜੇ ਗ੍ਰਸਤੀ ਨਹੀਂ ਸਨ, ਜਾਂ ਜਿਹੜਾ ਗ੍ਰਸਤੀ ਸੀ ਅਤੇ ਉਹ 'ਤੇ ਇਹ ਕੰਡੀਸ਼ਨ ਲਾਈ ਗਈ ਕਿ ਤੈਨੂੰ ਆਪਣਾ ਪਰਿਵਾਰ ਛੱਡਣਾ ਪੈਣਾ। ਪਰਿਵਾਰੇ ਜਾਈਏ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਉਹਨਾਂ ਕੋਲ ਬਾਬਾ ਆਪ ਗ੍ਰਸਤੀ ਸੀ, ਜਦੋਂ ਉਹਨਾਂ ਕੋਲ ਬਾਬਾ ਲਹਿਣਾ ਜੀ ਆਏ ਅਤੇ ਉਹਨਾਂ ਨੂੰ ਇਹ ਨਹੀਂ ਕਿਹਾ ਵੀ ਤੁਸੀਂ ਆਪਣੇ ਪਰਿਵਾਰ ਕੋਲ ਨਹੀਂ ਜਾਣਾ। 10 ਪਾਤਸ਼ਾਹੀਆਂ ਵਿੱਚੋਂ ਸਵਾਏ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ, ਕਿਉਂਕਿ ਆਰਜੂ ਛੋਟੀ ਸੀ, ਬਾਕੀ 9 ਦੀਆਂ 9 ਪਾਤਸ਼ਾਹੀਆਂ ਖੁਦ ਗ੍ਰਸਤੀ ਨੇ। ਤੋ ਖੈਰ, ਇਹ ਗੱਲਾਂ ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਕਰਨ ਦਾ ਇੱਕੋ ਇੱਕ ਮਕਸਦ ਹੈ ਸਾਧ ਸੰਗਤ ਜੀ, ਕਿ ਸਾਨੂੰ ਪ੍ਰਕਰਮ ਦਾ ਪਤਾ ਲੱਗ ਜਾਏ। ਗੁਰਦੇਵ ਜੀ ਕਹਿੰਦੇ, ਹੇ ਮਾਲਕ ਜੀ, ਕਿਉਂਕਿ ਜਦੋਂ ਅਖੀਰਲੀਆਂ ਤੁਕਾਂ 'ਚ ਕਿਹਾ ਕਿ ਮੈਂ ਤੁਹਾਡੀ ਰਜਾ ਨੂੰ, ਤੁਹਾਡੇ ਹੁਕਮ ਦੀ ਪਾਲਣਾ ਕਰ ਸਕਾਂ, ਤਾਂ ਪਾਤਸ਼ਾਹ ਇੱਥੇ ਬਹੁਤ ਪਿਆਰੇ ਸ਼ਬਦ ਵਰਤ ਰਹੇ ਨੇ ਵੀ ਸੋ ਦਰ ਕਿਹਾ, ਉਹ ਤੁਹਾਡਾ ਦਰ ਕਿਹੋ ਜਿਹਾ ਹੈ, ਉਹ ਤੁਹਾਡਾ ਘਰ ਕਿਹੋ ਜਿਹਾ ਹੈ, ਜਿੱਥੇ ਬੈਠ ਕੇ ਤੁਸੀਂ ਸਾਰਿਆਂ ਦੀ ਸੰਭਾਲ ਪੈ ਕਰਦੇ ਹੋ, ਤੁਸੀਂ ਜਿੱਤ ਬਹਿ ਸਰਬ ਸੰਭਾਲੇ। ਹੁਣ ਵੱਖਰੀ ਗੱਲ ਹੈ, ਬਹੁਤਿਆਂ ਨੂੰ ਦਰ ਦਾ ਨਹੀਂ ਪਤਾ, ਘਰ ਦਾ ਨਹੀਂ ਪਤਾ, ਜਿੱਥੇ ਤੁਸੀਂ ਬੈਠ ਕੇ ਆਪਣੀ ਉਸ ਹੁਕਮੀ ਦੀ ਰਜਾ ਦੇ ਵਿੱਚ ਤੋਰ ਕੇ ਸਾਰਿਆਂ ਨੂੰ ਉਹਨਾਂ ਦੀ ਪ੍ਰਤਪਾਲਨਾ ਕਰਨ ਦਾ ਤਰੀਕਾ ਅਪਣਾ ਰਹੇ ਜੇ, ਜ਼ਿੰਦਗੀ ਜਿਊਣ ਦਾ ਸਾਨੂੰ ਰਾਹ ਦਰਸਾ ਰਹੇ ਜੇ। ਬਹੁਤਿਆਂ ਨੂੰ ਉਸ ਦਰ ਘਰ ਦਾ ਪਤਾ ਨਹੀਂ ਹੈ, ਪਰ ਸਿਫਤ ਸਲਾਹ ਦਾ ਉਹ ਢੰਡੋਰਾ ਪਿੱਟ ਰਹੇ ਨੇ ਕਿ ਅਸੀਂ ਰੱਬ ਦੀ ਸਿਫਤ ਸਲਾਹ ਕਰ ਰਹੇ ਹਾਂ, ਅਸੀਂ ਰੱਬ ਦੇ ਗੁਣ ਗਾ ਰਹੇ ਹਾਂ। ਹੁਣ ਜਿਹੜੇ ਗੁਣ ਗਾ ਰਹੇ ਨੇ, ਜਿਹੜੇ ਦਾਵਾ ਰੱਬ ਦੀ ਸਿਫਤ ਸਲਾਹ ਦਾ ਕਰ ਰਹੇ ਨੇ, ਸਾਰੀ ਪੌੜੀ ਵਿੱਚ ਗੁਰਦੇਵ ਜੀ ਨੇ ਉਹਨਾਂ ਦੀ ਗਿਣਤੀ ਕੀਤੀ ਹੈ। ਪਤਾ ਨਹੀਂ ਹੈ, ਸਵਾਲ ਪੈਦਾ ਕਰਤਾ ਵੀ ਉਹ ਦਰ ਕਿਹੋ ਜਿਹਾ ਹੈ, ਉਹ ਘਰ ਕਿਹੋ ਜਿਹਾ ਹੈ, ਜਿਤ ਬਹਿ ਸਰਬ ਸੰਭਾਲੇ, ਉਹ ਦਰ ਘਰ ਕਿਹੋ ਜਿਹਾ ਜਿੱਥੇ ਬੈਠ ਕੇ ਤੁਸੀਂ ਸਾਰਿਆਂ ਦੀ ਸੰਭਾਲ ਪੈ ਕਰਦੇ ਹੋ। ਪਰ ਦਾਵਾ ਇਹੋ ਕਰ ਰਹੇ ਨੇ ਕਿ ਅਸੀਂ ਰੱਬ ਨੂੰ
ਗਾ ਰਹੇ ਹਾਂ, ਅਸੀਂ ਰੱਬ ਦੀ ਸਿਫਤ ਸਲਾਹ ਕਰ ਰਹੇ ਹਾਂ। ਉਹ ਕਿਹੜੇ ਕਿਹੜੇ ਨੇ, ਮਹਾਰਾਜ ਨੇ ਇਸ ਪੌੜੀ ਵਿੱਚ ਉਹਨਾਂ ਦਾ ਜ਼ਿਕਰ ਕੀਤਾ। ਜਿਵੇਂ ਆਪਾਂ ਪੜ੍ਹਦੇ ਹਾਂ, ਵਾਜੇ ਨਾਦ ਅਨੇਕ ਅਸੰਖਾਂ ਕੀਤੇ ਵਾਵਣ ਹਾਰੇ। ਅਸੰਖ ਲੋਕ ਇੱਦਾਂ ਦੇ ਵੀ ਹੈਗੇ ਨੇ ਜਿਹੜੇ ਸਾਜ਼ਾਂ ਦੁਆਰਾ, ਸ਼ਬਦਾਂ ਦੁਆਰਾ, ਅਨੇਕਾਂ ਤਰ੍ਹਾਂ ਦੇ ਸਾਜ਼ਾਂ ਦੁਆਰਾ ਉਸ ਮਾਲਕ ਨੂੰ ਗਾਉਣ ਦਾ ਦਾਅਵਾ ਕਰਦੇ ਨੇ। ਹੁਣ ਉਹਨਾਂ ਦੇ ਮੁਤਾਬਕ ਸਿਫਤ ਸਲਾਹ ਇਹੋ ਹੀ ਹੈ ਵੀ ਸਾਨੂੰ ਤਾਂ ਤਰ੍ਹਾਂ ਤਰ੍ਹਾਂ ਦੇ ਸਾਜ਼ ਵਜਾਉਣੇ ਆਉਂਦੇ ਨੇ, ਤਰ੍ਹਾਂ ਤਰ੍ਹਾਂ ਦੀਆਂ ਸਾਨੂੰ ਆਵਾਜ਼ਾਂ ਕੱਢਣੀਆਂ ਆਉਂਦੀਆਂ ਨੇ। ਉਹਨਾਂ ਦੇ ਮੁਤਾਬਕ ਇਹ ਸਾਰਾ ਕੁਝ ਕਰਨਾ, ਹੇ ਰੱਬ ਜੀ ਤੁਹਾਡੀ ਸਿਫਤ ਸਲਾਹ ਕਰਨਾ ਉਹਨਾਂ ਵੱਲੋਂ ਮੰਨਿਆ ਗਿਆ ਹੈ ਨਹੀਂ ਹੈ, ਕਿਉਂਕਿ ਅਸਲੀ ਸਿਫਤ ਸਲਾਹ ਤੇ ਉਹਦੇ ਹੁਕਮ ਵਿੱਚ ਤੁਰਨਾ ਸੀ। ਪਰ ਇਹਨਾਂ ਨੇ ਸਿਫਤ ਸਲਾਹ ਇੰਨੀ ਕੁ ਮੰਨ ਲਈ ਕਿ ਅਸੀਂ ਉਹਦੇ ਸਾਜ਼ਾਂ ਦੁਆਰਾ ਅਸੀਂ ਉਹਦੇ ਗੀਤ ਗਾ ਰਹੇ ਹਾਂ। ਵਾਜੇ ਨਾਦ, ਨਾਦ ਦਾ ਅਰਥ ਹੁੰਦਾ ਸ਼ਬਦ, ਵਾਜੇ ਨਾਦ ਅਨੇਕ ਅਸੰਖਾਂ, ਅਨੇਕਾਂ ਹੀ ਅਸੰਖ ਲੋਕ ਜਿਹੜੇ ਆ ਵਾਜਿਆਂ ਦੁਆਰੇ, ਸਾਜ਼ਾਂ ਦੁਆਰਾ ਉਹ ਤੁਹਾਨੂੰ ਗਾਉਣ ਦਾ ਦਾਅਵਾ ਪਏ ਕਰਦੇ ਨੇ। ਅੱਛਾ, ਗਾਉਣ ਦਾ ਦਾਅਵਾ ਤੁਹਾਨੂੰ ਹੀ ਕਰ ਰਹੇ ਨੇ ਵੀ ਅਸੀਂ ਤੁਹਾਡੀ ਸਿਫਤ ਸਲਾਹ ਕਰ ਰਹੇ ਹਾਂ। ਆਪਣੇ ਵੱਲੋਂ ਤਾਂ ਉਹ ਤੁਹਾਡੀ ਸਿਫਤ ਸਲਾਹ ਹੀ ਕਰ ਰਹੇ ਨੇ। ਵੱਖਰੀ ਗੱਲ ਹੈ ਕਿ ਇਹ ਸਿਫਤ ਸਲਾਹ ਤੁਹਾਡੇ ਦਰ 'ਤੇ ਪ੍ਰਵਾਨ ਨਹੀਂ ਹੈ। ਅੱਗੇ ਜਾ ਕੇ ਆਪਾਂ ਇਸੇ ਪੌੜੀ ਵਿੱਚ ਸਮਝਾਂਗੇ ਕਿ ਅਸਲ ਵਿੱਚ ਕੌਣ ਨੇ ਜਿਹੜੇ ਤੁਹਾਡੀ ਸਿਫਤ ਸਲਾਹ ਕਰਨ ਵਾਲੇ, ਜਿਹੜੇ ਤੁਹਾਨੂੰ ਪ੍ਰਵਾਨ ਹੋ ਗਏ। ਵਾਜੇ ਨਾਦ ਅਨੇਕ ਅਸੰਖਾਂ ਕੀਤੇ ਵਾਵਣ ਹਾਰੇ। ਅੱਗੇ ਕਹਿੰਦੇ ਕੀਤੇ ਰਾਗ ਪਰੀ ਸਿਉ ਕਹੀਆਂ, ਕੀਤੇ ਗਾਵਣ ਹਾਰੇ। ਅਸੰਖ ਲੋਕ ਇੱਦਾਂ ਦੇ ਵੀ ਹੈਗੇ ਨੇ ਜਿਹੜੇ ਰਾਗ ਰਾਗਣੀਆਂ ਦੁਆਰਾ, ਸਾਜ਼ਾਂ ਦੁਆਰਾ ਤੁਹਾਨੂੰ ਗਾਉਣ ਦਾ ਦਾਅਵਾ ਕਰਦੇ ਨੇ ਵੀ ਫਲਾਣੇ ਬੰਦੇ ਨੂੰ ਤੇ ਇੰਨੇ ਰਾਗ ਆਉਂਦੇ ਨੇ। ਇਹ ਗੱਲ ਦਾ ਖਿਆਲ ਰੱਖਣਾ, ਜਦੋਂ ਅਸੀਂ ਬਾਣੀ 'ਚੋਂ ਪੜ੍ਹਦੇ, ਰਾਗਾਂ ਵਿੱਚ ਸ੍ਰੀ ਰਾਗ ਹੈ ਤੇ ਸੱਚ ਧਰੇ ਪਿਆਰ। ਰਾਗ ਇੱਕ ਬਰਤਨ ਹੈ, ਰਾਗ ਆਉਣਾ ਮਾੜੀ ਚੀਜ਼ ਨਹੀਂ, ਰਾਗ ਤੇ ਵਧੀਆ ਚੀਜ਼ ਹੈ, ਪਰ ਰਾਗ ਇੱਕ ਬਰਤਨ ਹੈ। ਪਰ ਉਹਦੇ ਵਿੱਚ ਪਿਆ ਹੋਇਆ ਜਿਹੜਾ ਭੋਜਨ ਹੈ ਉਹ ਸ਼ਬਦ ਹੈ, ਗਿਆਨ ਹੈ, ਜਿਹਨੇ ਸਾਡੀ ਤ੍ਰਿਪਤੀ ਕਰਾਉਣੀ ਹੈ। ਹੁਣ ਮੰਨ ਲਓ ਬਰਤਨ ਹੋਵੇ ਪਰ ਵਿੱਚ ਭੋਜਨ ਹੀ ਕੋਈ ਨਾ ਹੋਵੇ। ਮੰਨ ਲਓ ਕਿਚਨ ਦੇ ਵਿੱਚ ਬਰਤਨ ਬਹੁਤ ਪਏ ਨੇ ਪਰ ਭੋਜਨ ਹੈ ਨਹੀਂ। ਇਕੱਲੇ ਬਰਤਨ ਤੁਹਾਡੀ ਭੁੱਖ ਮਿਟਾ ਸਕਦੇ ਸਾਧ ਸੰਗਤ ਜੀ। ਬਰਤਨ ਤਾਂ ਬੜਿਆਂ ਲੋਕਾਂ ਦੇ ਘਰਾਂ 'ਚ ਹੋਣਗੇ, ਪਰ ਭੋਜਨ ਨੇ ਤੁਹਾਡੀ ਤ੍ਰਿਪਤੀ ਕਰਨੀ ਹੈ। ਜਿਹੜਾ ਰਾਗ ਹੈ ਉਹ ਬਰਤਨ ਹੈ, ਜਿਹੜੀ ਤ੍ਰਿਪਤੀ ਉਹ ਭੋਜਨ ਨੇ ਕਰਨੀ ਹੈ। ਮੰਨ ਲਓ ਹੁਣ ਇੱਕ ਬੰਦਾ ਬਰਤਨਾਂ ਦਾ ਹੀ ਮਾਣ ਕਰੀ ਜਾਵੇ, ਮੇਰੇ ਕੋਲ ਬਰਤਨ ਬੜੇ ਕਮਾਲ ਦੇ ਨੇ, ਹੁਣ ਉਹ ਇਹ ਮਾਣ ਕਰੀ, ਕੀ ਬਰਤਨ ਭੁੱਖ ਮਿਟਾ ਸਕਦੇ ਨੇ? ਬਰਤਨ ਤਾਂ ਸਾਰੇ ਇਕੱਠੇ ਕਰਕੇ ਇਹਦਾ ਲਾਗੇ ਰੱਖ ਲਓ, ਬੰਦਾ ਰੱਜੇਗਾ ਭੋਜਨ ਨਾਲ। ਭੋਜਨ ਨੇ, ਰਾਗ ਸਿਰਫ ਰਾਗ ਦਾ ਧੰਨਵਾਦ ਇੰਨਾ ਕੁ ਹੈ ਕਿ ਉਹ ਸਾਡੇ ਤੱਕ ਭੋਜਨ ਲੈ ਕੇ ਆ ਰਿਹਾ। ਰਾਗ ਦੁਆਰਾ ਭੋਜਨ ਆ ਸਕਦਾ ਹੈ, ਪਰ ਬਹੁਤੇ ਲੋਕ ਬਰਤਨਾਂ ਦਾ ਹੀ ਮਾਣ ਕਰੀ ਜਾਂਦੇ ਨੇ। ਬਹੁਤੇ ਲੋਕ ਰਾਗ ਰਾਗਣੀਆਂ ਦੁਆਰਾ ਗਾਉਣ ਦਾ ਦਾਅਵਾ ਕਰਕੇ ਵੀ ਫਲਾਣਾ ਬੰਦਾ ਰਾਗ ਦਾ ਬੜਾ ਧਨੀ ਹੈ। ਪਰ ਅਸਲੀ ਸਿਫਤ ਸਲਾਹ ਇਹ ਵਿਖ ਜਾਣੀ ਹੈ ਵੀ ਕੀ ਗਾਉਣ ਵਾਲੇ ਦੇ ਜੀਵਨ 'ਚ ਉਹ ਗੁਣ ਆਏ ਨੇ। ਕਿਉਂਕਿ ਕੋਈ ਗਾਵੇ ਰਾਗੀ, ਨਾਦੀ, ਬੇਦੀ, ਬਹੁ ਭਾਂਤ ਕਰ। ਕੋਈ ਰਾਗਾਂ ਦੁਆਰਾ ਗਾ ਰਿਹਾ, ਕੋਈ ਗਿਆਨ ਚਰਚਾ ਦੁਆਰਾ ਗਾ ਰਿਹਾ, ਕੋਈ ਗਾਵੈ ਰਾਗੀ, ਨਾਦੀ, ਬੇਦੀ, ਬਹੁ ਭਾਂਤ ਕਰ। ਨਹੀਂ, ਹਰ ਹਰ ਭੀਜੇ ਰਾਮ ਰਾਜੇ, ਤਿੰਨਾ ਅੰਤਰ ਕਪਟ ਵਿਕਾਰ ਹੈ। ਜਿੰਨਾ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੇ। ਵੀ ਜੀ ਅੰਦਰ ਕਪਟ ਹੈ, ਅੰਦਰ ਧੋਖਾ ਧੜੀ ਠੱਗੀ ਟਿਕੀ ਹੋਈ ਹੈ, ਤੇ ਰਾਗ ਰਾਗਣੀ ਹੈ ਬਾਹਰੀ ਤੌਰ 'ਤੇ ਗਾਉਣ ਦਾ, ਵਿਖਿਆਨ ਕਰਨ ਦਾ, ਬਾਹਰੀ ਤੌਰ 'ਤੇ ਸਾਜ਼ ਵਜਾਉਣ ਦਾ ਅਰਥ ਕੀ ਰਹਿ ਗਿਆ? ਜੇ ਜੀਵਨ ਦੇ ਵਿੱਚ ਸਹਿਣਸ਼ੀਲਤਾ ਟਿਕਾ ਹੀ ਨਾ ਆਇਆ, ਜ਼ਿੰਦਗੀ ਦੇ ਵਿੱਚ ਕੋਈ ਤਬਦੀਲੀ ਨਾ ਆਈ, ਜ਼ਿੰਦਗੀ ਵਿੱਚ ਕੋਈ ਪ੍ਰਾਪਤੀ ਨਾ ਹੋਈ, ਜ਼ਿੰਦਗੀ ਜਿਉਣ ਦਾ ਅਸੀਂ ਚੱਜ ਅਚਾਰ ਹੀ ਨਾ ਸਿੱਖ ਸਕੇ, ਤੇ ਗਾਉਣ ਦਾ ਅਰਥ ਕੀ ਰਹਿ ਗਿਆ? ਇਹ ਤਾਂ ਫਿਰ ਇੱਦਾਂ ਰਹਿ ਗਿਆ ਜਿਵੇਂ ਬਰਤਨ ਬੰਦੇ ਕੋਲ ਕਮਾਲਦੇ ਸੀ ਪਰ ਵਿੱਚ ਭੋਜਨ ਬੰਦੇ ਕੋਲ ਖਾਣ ਲਈ ਹੈ ਹੀ ਨਹੀਂ ਸੀ। ਤੋ ਇੱਥੇ ਲਿਖਿਆ, ਹੇ ਮਾਲਕ ਜੀ ਅਸੰਖ ਲੋਕ ਰਾਗ ਰਾਗਣੀਆਂ ਦੁਆਰਾ ਤੁਹਾਨੂੰ ਗਾਉਣ ਦਾ ਦਾਅਵਾ ਪਏ ਕਰਦੇ ਨੇ ਕਿ ਅਸੀਂ ਤੁਹਾਡੀ ਰੱਬ ਜੀ ਸਿਫਤ ਸਲਾਹ। ਉਹਨਾਂ ਮੁਤਾਬਕ ਰਾਗਾਂ ਦੁਆਰਾ ਗਾਉਣਾ, ਸਾਜ਼ ਵਜਾਉਣੇ, ਇਹੋ ਹੀ ਰੱਬ ਦੀ ਸਿਫਤ ਸਲਾਹ ਹੈ। ਵਾਜੇ ਨਾਦ ਅਨੇਕ ਅਸੰਖਾਂ ਕੀਤੇ ਵਾਵਣ ਹਾਰੇ। ਫਿਰ ਇੱਥੇ ਬਖਸ਼ਿਸ਼ ਕਰਦੇ ਨੇ, ਕਹਿੰਦੇ ਕੀਤੇ ਰਾਗ ਪਰੀ ਸਿਉ ਕਹੀਆਂ। ਕਿੰਨੇ ਨੇ ਜਿਹੜੇ ਰਾਗ ਰਾਗਣੀਆਂ ਦੁਆਰਾ ਤੁਹਾਨੂੰ ਗਾਉਣ ਦਾ ਦਾਅਵਾ ਕਰਦੇ ਨੇ, ਕੀਤੇ ਗਾਵਣ ਹਾਰੇ। ਤੋਂ ਅੱਗੇ ਬਖਸ਼ਿਸ਼ ਕਰਦੇ ਨੇ, ਗਾਵੈ ਤੋਹਨੋਂ ਪੌਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ। ਆਪਣੇ ਵੱਲੋਂ ਘੜਿਆ ਹੋਇਆ, ਕਿਉਂਕਿ ਹਿੰਦੂ ਮਿੱਥ ਦੇ ਮੁਤਾਬਕ ਇੱਕ ਇਹਦਾ ਧਰਮਰਾਜ ਬੈਠਾ ਹੈ ਜਿਹੜਾ ਆਪਣੀ ਕਚਹਿਰੀ ਲਾ ਕੇ ਬੈਠਾ ਹੈ, ਤੇ ਉਹਦੇ ਦਰਬਾਰ ਦੇ ਵਿੱਚ ਫਿਰ ਇੱਦਾਂ ਚਿੱਤਰਗੁਪਤ ਵੀ ਹਿਸਾਬ ਕਿਤਾਬ ਲੈ ਕੇ ਜਾਂਦੇ ਨੇ ਬੰਦਿਆਂ ਦਾ। ਫਿਰ ਉਹਨਾਂ ਦੇ ਮੁਤਾਬਕ ਇਹ ਵੀ ਮੰਨਿਆ ਗਿਆ, ਭਾਵੇਂ ਇਹ ਜਿਹੜੀ ਅੱਗ, ਹਵਾ, ਪਾਣੀ ਹੈ, ਇਹ ਤੱਤ ਨੇ ਜਿਹੜੇ ਸਾਡੀ ਸੇਵਾ ਵਾਸਤੇ 24 ਘੰਟੇ ਹਾਜ਼ਰ ਨੇ, ਪਰ ਇਹਨੂੰ ਵੀ ਦੇਵਤੇ ਬਣਾ ਕੇ ਪੁਜਾਰੀ ਲੋਕ, ਆਮ ਲੋਕਾਂ ਵੱਲੋਂ ਜਿਹੜੇ ਸੀ, ਜਿਹੜੇ ਵਿਪਰ ਲੋਕ ਸੀ, ਉਹਨਾਂ ਨੇ ਇਹਨਾਂ ਨੂੰ ਦੇਵਤੇ ਬਣਾ ਕੇ ਪੇਸ਼ ਕੀਤਾ ਵੀ ਅੱਗ ਵੀ ਦੇਵਤਾ ਹੈ, ਪਾਣੀ ਵੀ ਦੇਵਤਾ ਹੈ। ਤੋ ਇਹ ਪਵਨ ਦੇਵਤਾ, ਫਿਰ ਇਹਨਾਂ ਨੂੰ ਇੱਦਾਂ ਅਵਤਾਰ ਘੜ ਕੇ ਉਹਨਾਂ ਦੀ ਤਾਰੀਫ ਦੇ ਵਿੱਚ ਲਾਤਾ ਵੀ ਇਹ ਉਹਦੀ ਮਹਿਮਾ ਕਰਦੇ ਆ, ਇਹ ਉਹਨੂੰ ਗਾਉਂਦੇ ਆ, ਇਹ ਉਹਦੀ ਵਡਿਆਈ ਕਰਦੇ ਆ। ਕਹਿਣ ਮੁਤਾਬਕ ਹੇ ਰੱਬ ਜੀ ਇਹ ਵੀ ਤੁਹਾਡੇ ਆਪਣੇ ਵੱਲੋਂ ਗਾ ਤੁਹਾਨੂੰ ਰਹੇ ਆ,
ਪਰ ਅਸਲ ਦੇ ਵਿੱਚ ਆਪਣੇ ਹੀ ਇਹ ਅਵਤਾਰ ਦੀ ਤਾਰੀਫ ਕਰ ਰਹੇ ਆ, ਉਹਦੀ ਵਡਿਆਈ ਕਰ ਰਹੇ ਆ। ਜਿਵੇਂ ਰਾਗ ਰਾਗਣੀਆਂ ਦੁਆਰਾ ਕੋਈ ਗਾਉਣ ਦਾ ਦਾਅਵਾ ਕਰਦਾ ਹੈ, ਇੱਦਾਂ ਹੀ ਹਵਾ, ਅੱਗ, ਪਾਣੀ ਇਹ ਵੀ ਮਾਲਕ ਜੀ ਤੁਹਾਨੂੰ ਗਾਉਣ ਦਾ ਦਾਅਵਾ ਕਰ ਰਹੇ ਨੇ। ਤੇ ਬੜੇ ਤਰੀਕੇ ਨਾਲ ਵਿਪਰ ਨੇ ਇਹ ਗੱਲ ਸਮਾਜ ਦੇ ਸਾਹਮਣੇ ਰੱਖ ਦਿੱਤੀ ਵੀ ਇੱਦਾਂ ਧਰਮਰਾਜ ਹੈ, ਇੱਦਾਂ ਉਹਦੀ ਕਚਹਿਰੀ ਲੱਗਦੀ ਹੈ, ਤੋ ਧਰਮਰਾਜ ਦਾ ਹਿਸਾਬ ਕਿਤਾਬ ਕਰਨਾ, ਉਹਦੇ ਮੁਤਾਬਕ ਇਹ ਵੀ ਰੱਬ ਦੀ ਤਾਰੀਫ ਕਰਨੀ ਹੈ। ਇਹ ਸਭ ਘੜੇ ਗਏ ਪਾਤਰ ਨੇ। ਤੋ ਤਾਂ ਹੀ ਘੜੇ ਸੀ, ਤਾਂ ਹੀ ਤੇ ਸਮਾਜ ਦੇ ਵਿੱਚ ਇੱਥੋਂ ਤੱਕ ਅੱਜ ਨੁਕਸਾਨ ਹੋਇਆ ਕਿ ਬੰਦਾ ਇੱਥੇ ਆਪਣੀ ਜ਼ਿੰਦਗੀ ਨੂੰ ਸਵਾਰਨ ਨੂੰ ਤਿਆਰ ਨਹੀਂ ਤੇ ਅੱਗੇ ਬਾਰੇ ਸੋਚ ਕੇ ਬੈਠਾ ਹੋਇਆ। ਗਾਵੇਂ ਤੁਹਾਨੂੰ ਪੌਣ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵੇਂ ਚਿੱਤ ਅੱਗੇ ਤੇ ਗਾਵੇਂ ਚਿੱਤ ਗੁਪਤ ਲਿਖ ਜਾਣਾ, ਲਿਖ ਲਿਖ ਧਰਮ ਵਿਚਾਰੇ। ਇੱਦਾਂ ਚਿੱਤਰਗੁਪਤ ਵੀ ਘੜੇ ਗਏ ਨੇ ਵੀ ਚਿੱਤਰ ਤੇ ਗੁਪਤ ਬੰਦੇ ਦੇ ਮੋਢਿਆਂ ਤੇ ਬੈਠੇ ਨੇ। ਜੋ ਬੰਦੇ ਚੰਗੇ ਮਾੜੇ ਕੰਮ ਕਰਦੇ ਆ ਤੇ ਚਿੱਤਰਗੁਪਤ ਲਿਖੀ ਜਾਂਦੇ। ਹੁਣ ਚਿੱਤਰਗੁਪਤਾਂ ਦਾ ਇਹ ਕੁਝ ਲਿਖਣਾ ਇਹ ਵੀ ਤਾਰੀਫ ਮੰਨਿਆ ਗਿਆ ਵੀ ਉਹ ਲਿਖ ਰਹੇ ਨੇ, ਇਹ ਚਿੱਤਰਗੁਪਤ ਵੀ ਤੈਨੂੰ ਗਾ ਰਹੇ ਨੇ, ਪਾਵੇ ਹਿਸਾਬ ਕਿਤਾਬ ਕਰ ਰਹੇ ਨੇ ਤੇ ਲਿਖ ਲਿਖ ਧਰਮ ਵਿਚਾਰੇ। ਜੋ ਇਹਨਾਂ ਦਾ ਲਿਖਿਆ ਫਿਰ ਧਰਮਰਾਜ ਉਹਨਾਂ ਤੇ ਵਿਚਾਰ ਕਰਦਾ ਵੀ ਜਿਹਨੇ ਕੋਈ ਚੰਗੇ ਕੰਮ ਕੀਤੇ ਉਹਨੂੰ ਸਵਰਗ, ਜਿਹਨੇ ਮਾੜਾ ਕੀਤਾ ਉਹਨੂੰ ਨਰਕ। ਧਰਮਰਾਜ ਦਾ ਇਹ ਮੰਨਿਆ ਗਿਆ ਵੀ ਇਹ ਜਦੋਂ ਇਹਨਾਂ ਦੇ ਲਿਖਿਆਂ ਤੇ ਉਹ ਵਿਚਾਰ ਕਰਦਾ, ਧਰਮਰਾਜ ਦਾ ਇਹ ਗਾਉਣਾ ਮੰਨਿਆ ਗਿਆ। ਯਾਨੀ ਕਿ ਇਹ ਸਾਰਿਆਂ ਦਾ ਜਿਹੜਾ ਜ਼ਿਕਰ ਕੀਤਾ ਜਾ ਰਿਹਾ, ਆਪਣੇ ਆਪ ਇਹ ਕਾਰ ਤਾਰੀਫ ਤੁਹਾਡੀ ਰਹੇ ਆ, ਪਰ ਮਾਲਕ ਜੀ ਅਸਲ ਦੇ ਵਿੱਚ ਇਹ ਕੀ ਕਰ ਰਹੇ ਆ, ਆਪਣੇ ਬਣਾਏ ਹੋਏ ਇੱਕ ਚੱਕਰਵਿਊਹ ਦੇ ਵਿੱਚ ਫਸੇ ਹੋਏ ਆ ਤੇ ਇਹ ਉਹਦੀਆਂ ਹੀ ਪ੍ਰਕਰਮਾਂ ਕਰੀ ਜਾ ਰਹੇ ਆ ਤੇ ਲੋਕ ਇਹ ਸਮਝ ਰਹੇ ਆ ਇਹ ਸਭ ਉਸ ਨੂੰ ਗਾ ਰਹੇ। ਹੁਣ ਕਿੱਡੇ ਪਿਆਰੇ ਸ਼ਬਦ ਇੱਥੇ ਵਰਤੇ ਨੇ ਵੀ ਚਿੱਤਰਗੁਪਤ ਜਿਹੜੇ ਨੇ ਉਹ ਇੱਦਾਂ ਹਿਸਾਬ ਕਿਤਾਬ ਬੰਦੇ ਦਾ ਲਿਖ ਕੇ ਤੇ ਫਿਰ ਧਰਮਰਾਜ ਦੀ ਕਚਹਿਰੀ ਵਿੱਚ ਪੇਸ਼ ਕਰਦੇ ਆ। ਧਰਮਰਾਜ ਫਿਰ ਉਹਨਾਂ ਦੇ ਇੱਦਾਂ ਹਿਸਾਬ ਕਿਤਾਬ ਕਰਕੇ ਨਰਕ ਤੇ ਸਵਰਗ ਫਿਰ ਉਹਨਾਂ ਦੇ ਕਰਮਾਂ ਮੁਤਾਬਕ ਉਹਨਾਂ ਦੀ ਵੰਡ ਕਰਦਾ। ਤੋ ਇਹ ਇੱਦਾਂ ਦੀਆਂ ਕਹਾਣੀਆਂ ਬਣਾ ਕੇ ਲੰਬਾ ਟਾਈਮ ਸਮਾਜ ਨੂੰ ਗੁੰਮਰਾਹ ਕੀਤਾ ਗਿਆ ਤੇ ਚੰਗਾ ਭਲਾ ਬੰਦਾ ਜਿਹੜਾ ਇਸ ਗੱਲ ਤੇ ਭੈ ਭੀਤ ਹੁੰਦਾ ਗਿਆ। ਤੋ ਅੱਗੇ ਬਖਸ਼ਿਸ਼ ਕਰ ਰਹੇ ਨੇ ਪਾਤਸ਼ਾਹ, ਕਹਿੰਦੇ ਨੇ ਗਾਵੇਂ ਈਸ਼ਰ ਬ੍ਰਹਮਾ ਦੇਵੀ, ਦੇਵੀ ਸੋਹਣ ਸਦਾ ਸਵਾਰੇ। ਹੁਣ ਈਸ਼ਰ ਵੀ, ਦੇਵੀਆਂ ਵੀ, ਭਾਵ ਬ੍ਰਹਮਾ ਵੀ, ਇਹ ਸਾਰੇ ਹੀ ਮਾਲਕ ਜੀ ਇਹ ਆਪਣੇ ਵੱਲੋਂ ਤੁਹਾਨੂੰ ਗਾ ਰਹੇ ਨੇ, ਪਰ ਵਾਸਤਵ ਵਿੱਚ ਇਹ ਆਪਣੇ, ਕਿਉਂਕਿ ਸਾਰੇ ਵਿਸ਼ਨੂੰ ਦੇ ਅਵਤਾਰ ਮੰਨੇ ਗਏ ਨੇ, ਭਾਵ ਇਹ ਆਪਣੇ ਬਣਾਏ ਹੋਏ ਭਗਵਾਨ ਦੀਆਂ ਹੀ ਪ੍ਰਕਰਮਾਂ ਕਰ ਰਹੇ ਨੇ, ਉਹਦੀ ਸਿਫਤ ਸਲਾਹ ਕਰਨ ਤੱਕ ਹੀ ਸੀਮਤ ਨੇ। ਭਾਵ ਆਪਣੇ ਵੱਲੋਂ ਇਹ ਗਾ ਤੁਹਾਨੂੰ, ਕਿਉਂਕਿ ਸਮਾਜ ਵਿੱਚ ਇਹੋ ਹੀ ਸੀ ਨਾ ਵੀ ਇਹ ਸਾਰੇ ਰੱਬ ਨੇ, ਇਹ ਭਗਵਾਨ ਨੇ, ਪਰ ਮਾਲਕ ਜੀ ਆਪਣੇ ਵੱਲੋਂ ਬਣਾਏ ਹੋਏ ਇੱਕ ਅਵਤਾਰ ਦੀ ਇਹ ਤਾਰੀਫ ਕਰ ਰਹੇ ਨੇ। ਗਾਵੇਂ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ। ਆਪਣੇ ਆਪ ਨੂੰ ਸੋਹਣੇ ਦੱਸ ਰਿਹਾ ਕਿ ਵੇਖੋ ਜੀ ਕਿੰਨੇ ਇਹ ਸੋਹਣੇ ਦੇਵੀ ਦੇਵਤੇ ਨੇ। ਅਸਲ ਵਿੱਚ ਇਹ ਜਿੰਨੇ ਵੀ ਦੇਵੀ ਦੇਵਤੇ ਸਨ ਇਹਨਾਂ ਦਾ ਜ਼ਿਕਰ ਆਪਾਂ ਬਾਣੀ 'ਚ ਪੜ੍ਹ ਆਏ ਹਾਂ ਵੀ ਦੇਵੀ ਦੇਵਾ ਮੂਲ ਹੈ ਮਾਇਆ। ਇਹ ਤੇ ਪੈਦਾ ਕੀਤੇ ਗਏ ਸਪੈਸ਼ਲ ਬਹੁਤੇ ਤਰੀਕੇ ਨਾਲ। ਉਹੀ ਪੱਥਰ ਹੁੰਦਾ ਸੀ ਜਿਹਨੂੰ ਘੜ ਕੇ ਜਦੋਂ ਤੱਕ ਉਹ ਪੱਥਰ ਸੀ ਤੇ ਆਮ ਲੋਕ ਉਹਦੇ ਉੱਤੇ ਬਹਿ ਜਾਂਦੇ ਸੀ। ਜਦੋਂ ਉਹਨੂੰ ਕਿਸੇ ਇਨਸਾਨ ਦਾ ਹੱਥ ਲੱਗ ਜਾਣਾ, ਨੱਕ ਬੁੱਲ ਤਿਆਰ ਹੋ ਜਾਣਾ ਤੇ ਚੰਗਾ ਭਲਾ ਬੰਦਾ ਉਸ ਪੱਥਰ ਤੋਂ ਡਰਨ ਲੱਗ ਪੈਂਦਾ ਸੀ। ਤਾਂ ਹੀ ਆਖਿਆ ਸੀ ਬੁੱਤੋਂ ਕਿਆ ਖੂਬ ਤਰੱਕੀ ਕੀ, ਜਬ ਤਰਾਸ਼ੇ ਨਾ ਥੇ ਤੋਂ ਪੱਥਰ ਥੇ, ਤਰਾਸ਼ੇ ਗਏ ਤੋਂ ਖੁਦਾ ਬਣ ਗਏ। ਤਾਂ ਮਤਲਬ ਬੰਦੇ ਨੇ ਖੁਦਾ ਬਣਾਇਆ ਨਾ, ਤੇ ਬਾਣੀ ਤਾਂ ਸਾਨੂੰ ਉਸ ਰੱਬ ਨਾਲ ਜੋੜਦੀ ਜਿਹੜੀ ਥਾਪੇ ਨਾ ਜਾਏ ਕੀਤਾ ਨਾ ਹੋਵੇ। ਤੋ ਕਾਸ਼ ਕਿਸੇ ਇਸ ਗੱਲ ਨੂੰ ਸਮਝ ਸਕਦੇ ਜਿਹੜੀ ਗੱਲ ਸਾਨੂੰ ਗੁਰੂ ਸਾਹਿਬ ਜੀ ਨੇ ਬੜੇ ਸੌਖੇ ਤੇ ਪਿਆਰੇ ਸ਼ਬਦਾਂ ਵਿੱਚ ਸਮਝਾਈ ਹੈ। ਹੁਣ ਇਹ ਸਾਰੀਆਂ ਉਦਾਹਰਨਾਂ ਦੇਣ ਦਾ ਗੁਰਦੇਵ ਜੀ ਦਾ ਇੱਕੋ ਹੀ ਮੀਨਿੰਗ ਹੈ, ਇੱਕੋ ਹੀ ਅਰਥ ਹੈ ਵੀ ਜਿਸ ਵਾਤਾਵਰਨ 'ਚ ਅਸੀਂ ਪਲੇ ਹਾਂ, ਵੱਡੇ ਹੋਏ ਹਾਂ, ਸਾਡੇ ਇਰਦ ਗਿਰਦ ਇਹੋ ਕੁਝ ਹੀ ਹੁੰਦਾ ਆਇਆ, ਇਹੋ ਕੁਝ ਹੀ ਹੁੰਦਾ ਰਿਹਾ ਵਾ ਤੇ ਇਹੋ ਕੁਝ ਹੋ ਰਿਹਾ ਸਾਡੇ ਸਾਹਮਣੇ। ਤਾਂ ਹੀ ਅੱਜ ਉਲਝਿਆ ਪਿਆ ਸਾਡਾ ਸਮਾਜ। ਤਾਂ ਹੀ ਤੁਸੀਂ ਵੇਖੋ ਥਾਂ ਥਾਂ 'ਤੇ ਅਸੀਂ ਇਹ ਇੱਦਾਂ ਦੇ ਵਹਿਮਾਂ ਭਰਮਾਂ ਵਿੱਚ ਪਏ ਹੋਏ ਹਾਂ। ਤਾਂ ਪਾਤਸ਼ਾਹ ਕਹਿੰਦੇ ਨੇ ਗਾਵੇਂ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ, ਗਾਵੇਂ ਇੰਦ ਆਸਨ ਬੈਠੇ, ਕਿਉਂਕਿ ਸਵਰਗ ਦਾ ਦੇਵਤਾ ਮੰਨਿਆ ਗਿਆ ਇੰਦਰ। ਉਹ ਆਪਣੇ ਆਸਣ 'ਤੇ ਬੈਠ ਕੇ ਇੱਦਾਂ ਦੇਵਤਿਆਂ ਦਰ ਨਾਲੇ ਦੇਵਤਿਆਂ ਦੇ ਸਮੇਤ ਉਹ ਵੀ ਮਾਲਕ ਜੀ ਤੁਹਾਨੂੰ ਗਾ ਰਿਹਾ। ਉਹਦੇ ਮੁਤਾਬਕ ਉੱਥੇ ਆਸਣ ਲਾ ਕੇ ਬਹਿਣਾ, ਦੇਵਤਿਆਂ ਦੇ ਨਾਲ ਬੈਠ ਕੇ ਇੱਦਾਂ ਜਿਹੜੀ ਆ ਉਹਨਾਂ ਦੀ ਸਭਾ ਸੱਜਣੀ ਤੇ ਉਹਨਾਂ ਦੇ ਮੁਤਾਬਕ ਇਹ ਸਿਫਤ ਸਲਾਹ ਹੈ। ਹੁਣ ਉਹਨਾਂ ਦੇ ਮੁਤਾਬਕ ਇਹ ਸਿਫਤ ਸਲਾਹ ਹੈ। ਹੁਣ ਪ੍ਰਵਾਨ ਤੁਹਾਨੂੰ ਹੁੰਦੀ ਕਿ ਨਹੀਂ? ਹੁਣ ਸਟੂਡੈਂਟ ਤੇ ਸਾਰੇ ਪੜ੍ਹਦੇ ਨੇ, ਉਹਨਾਂ 'ਚੋਂ ਪਾਸ ਕਿੰਨੇ ਹੁੰਦੇ ਨੇ? ਉਹ ਤੇ ਆਪਣੇ ਵੱਲੋਂ ਕਰ ਹੀ ਰਹੇ ਨੇ ਨਾ। ਤੋ ਪਾਤਸ਼ਾਹ ਕਹਿੰਦੇ ਨੇ ਗਾਵੇਂ ਇੰਦਾਸਨ ਬੈਠੇ, ਦੇਵਤਿਆਂ ਦਰ ਨਾਲੇ ਗਾਵੇਂ ਸਿੱਧ। ਹੁਣ ਗਾਉਣ ਨੂੰ ਤਾਂ ਸਿੱਧ ਵੀ ਗਾ ਰਹੇ ਸੀ ਸਮਾਧੀ ਅੰਦਰ, ਪਰ ਸਮਾਧੀਆਂ ਨੂੰ ਬਾਣੀ ਨੇ ਪ੍ਰਵਾਨ ਥੋੜ੍ਹਾ ਕੀਤਾ। ਬਾਣੀ ਨੇ ਤਾਂ ਸਮਾਧੀਆਂ ਨੂੰ ਪ੍ਰਵਾਨ ਨਹੀਂ ਕੀਤਾ। ਜੋਗਨਾ ਬਾਹਰ ਮੜੀ ਮਸਾਣੀ, ਜੋਗਨਾ ਤਾੜੀ ਲਾਈਏ, ਤਾੜੀ ਦਾ ਅਰਥ ਕੀ? ਸਮਾਧੀ ਲਾਉਣੀ। ਬਾਣੀ ਤਾਂ ਕਹਿ ਦਿੱਤਾ ਵੀ ਸਮਾਧੀਆਂ ਲਾਇਆ ਰੱਬ ਦੀ ਪ੍ਰਾਪਤੀ ਨਹੀਂ ਹੋਣੀ, ਪਰ ਗਾਉਣ ਨੂੰ ਤਾਂ ਸਿੱਧ ਵੀ ਗਾ ਰਿਹਾ ਸੀ। ਸਿੱਧ ਵੀ ਆਪਣੇ ਵੱਲੋਂ ਦਾਅਵਾ ਕਰ ਉਹਨਾਂ ਮੁਤਾਬਕ ਸਮਾਧੀਆਂ ਲਾਉਣੀਆਂ, ਰੱਬ ਨੂੰ ਪਾਉਣਾ ਹੈ, ਰੱਬ ਦੀ ਸਿਫਤ ਸਲਾਹ ਸਮਾਧੀਆਂ ਲਾਉਣੀਆਂ ਨੇ। ਤੋ ਜੋਗੀ ਲੋਕ ਜਿਹੜੇ ਸੀ ਗਾਵੇਂ ਸਿੱਧ ਸਮਾਧੀ ਅੰਦਰ, ਕਹਿੰਦੇ ਗਾਵਨ ਸਾਧ ਵਿਚਾਰੇ। ਸਾਧ ਲੋਕ ਵੀ ਇੱਦਾਂ ਤਰ੍ਹਾਂ ਤਰ੍ਹਾਂ ਦੀ ਵਿਚਾਰ ਕਰਕੇ ਵੱਖਰੇ ਵੱਖਰੇ ਤਰੀਕੇ ਨਾਲ ਰੱਬ ਨੂੰ ਪੇਸ਼ ਕਰਕੇ ਉਹ ਵੀ ਦਾਅਵਾ ਕਰਦੇ ਸੀ ਕਿ ਅਸੀਂ ਰੱਬ ਨੂੰ ਗਾ ਰਹੇ ਹਾਂ ਜੀ। ਸਮਾਧੀਆਂ ਵਿੱਚ ਬੈਠੇ, ਕੋਈ ਪੁੱਠਾ ਲਮਕਿਆ, ਕੋਈ ਕਈ ਮਹੀਨੇ ਮੌਨ ਵਰਤ ਰੱਖ ਕੇ ਬੈਠਾ ਹੈ,
ਕੋਈ ਜੜਾਵਾਂ ਵਧਾ ਕੇ ਬੈਠਾ ਹੈ, ਕੋਈ ਧੂਣੀਆਂ ਤਪਾ ਕੇ ਬੈਠਾ, ਉਹਨਾਂ ਮੁਤਾਬਕ ਇਹ ਗਾਉਣਾ ਹੈ। ਗਾਵੇਂ ਸਿੱਧ ਸਮਾਧੀ ਅੰਦਰ ਪਾਤਸ਼ਾਹ ਕਹਿੰਦੇ ਨੇ ਗਾਵਨ ਸਾਧ ਵਿਚਾਰੇ, ਕਹਿੰਦੇ ਗਾਵਨ ਜਤੀ ਸਤੀ ਸੰਤੋਖੀ। ਕੋਈ ਜੱਤ ਪਾਲ ਕੇ ਬੈਠਾ ਵੀ ਬਾਬਾ ਜੀ ਵਿਆਹ ਨਹੀਂ ਕਰਾਉਂਦੇ, ਇਹ ਜਤੀ ਨੇ ਜੀ। ਹੁਣ ਉਹਨਾਂ ਦੇ ਮੁਤਾਬਕ ਜਤੀ ਰਹਿਣਾ ਰੱਬ ਨੂੰ ਗਾਉਣਾ ਹੈ। ਬਾਣੀ ਨੇ ਸਿੱਧਾ ਕਹਿਤਾ ਵੀ ਜਤੀ ਸਦਾਵੇਂ ਜੁਗਤ ਨਾ ਜਾਣੇ, ਛੱਡ ਬਹਿ ਘਰ-ਬਾਰ। ਵੀ ਤੂੰ ਆਪਣੇ ਆਪ ਨੂੰ ਜਤੀ ਖਵਾਉਣਾ ਹੈ, ਘਰ-ਬਾਰ ਛੱਡ ਦਿੱਤਾ। ਕੀ ਘਰ-ਬਾਰ ਛੱਡਣਾ ਬੰਦਾ ਵਕਾਰੀ ਨਹੀਂ ਹੁੰਦਾ? ਗ੍ਰੇ ਤਜ ਬਨਖੰਡ ਜਾਈਏ ਚੁਣ ਖਾਈਏ ਕੰਦਾ, ਅਜੋ ਵਿਕਾਰ ਨਾ ਛੋੜਈ। ਪਾਪੀ ਮਨ ਮੰਦਾ ਵਿਆਹ ਇਸ ਕਰਕੇ ਨਹੀਂ ਸੀ ਕਰਾਇਆ। ਬਾਬਾ ਜੀ ਨੇ ਆਪਣੀਆਂ ਵਾਸ਼ਨਾਵਾਂ ਨੂੰ ਕੰਟਰੋਲ ਕੀਤਾ, ਤਾਂ ਹੀ ਲੋਕ ਜਵਾਕ ਬਾਬਿਆਂ ਕੋਲੋਂ ਆਸ਼ੀਰਵਾਦ ਲੈਣ ਜਾਂਦੇ ਸੀ। ਆਪਣੀਆਂ ਜਵਾਨ ਧੀਆਂ ਬਾਬਿਆਂ ਦੇ ਸਾਹਮਣੇ ਜਾ ਕੇ ਬਿਠਾ ਦਿੰਦੇ ਸੀ, ਬਾਬਾ ਜੀ ਦਾ ਆਸ਼ੀਰਵਾਦ ਦਿੰਦੇ। ਪਰ ਕਿਸੇ ਨੂੰ ਕੀ ਪਤਾ ਹੈ ਕਿ ਬਾਬੇ ਦੇ ਦਿਮਾਗ 'ਚ ਉਸ ਵਕਤ ਕੀ ਚੱਲ ਰਿਹਾ। ਆਪਣਾ ਵਿਆਹ ਨਹੀਂ ਕਰਾਇਆ ਤੇ ਬਾਣੀ 'ਚ ਲਿਖ ਦਿੱਤਾ, ਬਨਤਾ ਛੋੜ ਇਸਤਰੀ ਛੱਡਤੀ, ਬਦ ਨਦਰ ਪਰ ਨਾਰੀ, ਵੇਸ ਨਾ ਪਾਈਏ ਮਹਾਂ ਦੁਖਿਆਰੀ। ਅੱਛਾ, ਇਹ ਆਪਣਾ ਵਿਆਹ ਇਸ ਕਰਕੇ ਨਹੀਂ ਕਰਾਇਆ, ਲੋਕਾਂ 'ਤੇ ਪ੍ਰਭਾਵ ਪਏ। ਬਾਬਾ ਜੀ ਨੇ ਬਿੰਦ ਰੱਖੀ ਹੋਈ ਹੈ। ਜੇ ਬਿੰਦ ਰੱਖਣ ਨਾਲ ਰੱਬ ਮਿਲਦਾ ਹੋਵੇ ਨਾ, ਤਾਂ ਬਾਣੀ 'ਚ ਸਿੱਧਾ ਕਹਿਤਾ ਭਗਤ ਕਬੀਰ ਨੇ, ਬਿੰਦ ਰਾਖ ਜੋ ਤਰੀਏ ਪਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਜੇ ਬਿੰਦ ਰੱਖਣ ਨਾਲ ਰੱਬ ਮਿਲਦਾ, ਸਭ ਤੋਂ ਵੱਡਾ ਖੁਸਰਾ ਬ੍ਰਹਮ ਗਿਆਨੀ ਹੁੰਦਾ। ਉਹਨੂੰ ਬ੍ਰਹਮ ਗਿਆਨੀ ਦਾ ਲਕਬ ਇੱਦਾਂ ਲੋਕ ਨਵਾਜਦੇ ਉਸਨੂੰ। ਪਰ ਸਾਡੇ ਸਮਾਜ 'ਚ ਇਹ ਚੀਜ਼ਾਂ ਦਾ ਪ੍ਰਭਾਵ ਪਾ ਕੇ ਲੋਕਾਂ ਦੇ ਉੱਤੇ ਪ੍ਰੈਸ਼ਰ ਪਾਇਆ ਗਿਆ। ਵੇਖੋ ਬਾਬਾ ਜੀ ਜਤੀ, ਇਹ ਜੱਤ ਸੱਤ ਪਲੇ ਬ੍ਰਹਮਚਾਰੀ ਨੇ ਬਾਬਾ ਜੀ। ਉਹ ਬਾਅਦ 'ਚ ਪਤਾ ਲੱਗਦਾ ਕਿ ਬਾਬਾ ਜੀ ਬ੍ਰਹਮਚਾਰੀ ਨੇ। ਬਾਬਾ ਜੀ ਦੇ ਕਈਆਂ ਦੇ ਨਾਲ ਮੂੰਹ ਕਾਲੇ ਕੀਤੇ ਹੋਏ ਨੇ, ਕਈ ਫੜੇ ਗਏ, ਕਈ ਜੇਲ੍ਹ ਜਾ ਚੁੱਕੇ ਨੇ, ਆਪਾਂ ਵੇਖ ਚੁੱਕੇ ਹਾਂ। ਫਿਰ ਖੈਰ ਇਹ ਗੱਲ ਸਿਰਫ ਕਈ ਜੱਤ ਰੱਖਣ ਨੂੰ ਹੀ ਰੱਬ ਦੀ ਤਾਰੀਫ ਮੰਨਦੇ ਨੇ, ਕਈ ਸਤੀ ਵੀ ਬਾਬਾ ਜੀ ਦਾਨੀ ਬੜੇ ਨੇ, ਇਹ ਦਾਨ ਬੜਾ ਕਰਦੇ ਨੇ, ਫਲਾਣੇ ਲੀਡਰ ਨੇ ਬੜਾ ਦਾਨ ਕੀਤਾ। ਉਹਦੇ ਮੁਤਾਬਕ ਇਹ ਗਾਉਣਾ। ਜਿਵੇਂ ਮਲਕ ਭਾਗੋ ਰੋਟੀ ਪਾਣੀ ਖਵਾਉਂਦਾ ਸੀ ਲੋਕਾਂ ਨੂੰ, ਉਹਦੇ ਮੁਤਾਬਕ ਆ ਜੋ ਮੈਂ ਕਰ ਰਿਹਾ, ਮੈਂ ਸਮਾਜ ਰੱਬ ਦੀਆਂ ਨਜ਼ਰਾਂ 'ਚ ਪ੍ਰਵਾਨ ਹੋ ਜਾਵਾਂ। ਦਾਨੀ ਸਤੀ ਤੇ ਸੰਤੋਖੀ, ਗਾਵਨ ਜਤੀ ਸਤੀ ਸੰਤੋਖੀ। ਹੁਣ ਕਿੰਨੇ ਪਿਆਰੇ ਸ਼ਬਦ ਵਰਤੇ, ਜੱਤ ਸੱਤ ਤੇ ਸੰਤੋਖ। ਸੰਤੋਖ ਕਾਹਦਾ ਸੀ? ਵਕਤੀ ਫਰਜ਼ੀ ਸੰਤੋਖ, ਹਕੀਕੀ ਸੰਤੋਖ ਨਹੀਂ, ਫਰਜ਼ੀ ਸੰਤੋਖ। ਸਮਝਦੇ ਹੋ? ਇੱਕ ਬੰਦੇ ਨੂੰ ਰਿਸ਼ਵਤ ਮਿਲੀ ਨਹੀਂ ਜ਼ਿੰਦਗੀ 'ਚ, ਉਹ ਇੱਦਾਂ ਕਵੇ ਆਪਾਂ ਜ਼ਿੰਦਗੀ 'ਚ ਕਦੀ ਰਿਸ਼ਵਤ ਨਹੀਂ ਲਈ। ਹੁਣ ਹੋ ਸਕਦਾ ਰਿਸ਼ਵਤ ਮਿਲੀ ਨਾ, ਕੋਈ ਰਿਸ਼ਵਤ ਲੈ ਕੇ ਰਾਹ ਜਾਂਦੇ ਬੰਦੇ ਨੂੰ ਥੋੜ੍ਹਾ ਇੱਦਾਂ ਪੈਸੇ ਕੋਈ ਫੜਾਉਂਦਾ। ਕੋਈ ਉੱਚੇ ਅਹੁਦੇ 'ਤੇ ਬੈਠਾ, ਪਤਾ ਅਗਲੇ ਕੋਲੋਂ ਕੰਮ ਕਢਾਉਣ ਲਈ ਬੰਦਾ ਪੈਸੇ ਲੈ ਕੇ ਜਾਏਗਾ ਨਾ। ਹੁਣ ਉਹਦੇ ਕੋਲ ਪੈਸੇ ਲੈ ਕੇ ਆ ਰਿਹਾ, ਬੰਦੇ ਨੂੰ ਲੋੜ ਵੀ ਹੈ, ਬੰਦਾ ਕਹਿੰਦਾ ਨਾ ਭਾਈ ਕਰਜ਼ਾ ਚੱਕ ਲਾਂਗਾ, ਲੋਨ ਲੈ ਲਾਂਗਾ ਬੈਂਕ ਕੋਲੋਂ, ਮੈਂ ਤੇਰੇ ਕੋਲੋਂ 2 ਨੰਬਰ ਦਾ ਪੈਸਾ ਨਹੀਂ ਲੈਣਾ, ਮੈਂ ਆਪਣੇ ਬੱਚਿਆਂ ਨੂੰ ਆਪਣੇ ਜਿਹੜੀ ਨੌਕਰੀ ਹੈ ਉਹਦੇ ਪੈਸੇ ਨਾਲ ਪੜ੍ਹਾ ਲਵਾਂਗਾ। ਇਹ ਤਾਂ ਹੋਇਆ ਸਬਰ। ਵਾਕਿਆ ਵੀ ਬੰਦੇ ਨੇ ਸਬਰ ਵਿਖਾਇਆ ਹੈ। ਪਰ ਬੰਦਾ ਉੱਦਾਂ ਫਰਜ਼ੀ ਤੌਰ 'ਤੇ ਸੰਤੋਖ, ਕਹਿੰਦੇ ਇੱਦਾਂ ਤਾਂ ਆਪਣੇ ਆਪ ਫਰਜ਼ੀ ਤੌਰ 'ਤੇ ਸੰਤੋਖ ਦੀ ਧਾਰਨਾ ਕਰਨ ਵਾਲੇ, ਸੰਤੋਖ ਧਾਰਨ ਕਰਨ ਵਾਲੇ, ਜੱਤ ਧਾਰਨ ਕਰਨ ਵਾਲੇ, ਵਕਤੀ ਤੌਰ 'ਤੇ ਫਰਜ਼ੀ ਤੌਰ 'ਤੇ ਦਾਨੀ ਲੋਕ ਆਪਣੇ ਆਪ 'ਤੇ ਵੀ ਤੁਹਾਨੂੰ ਗਾਉਣ ਦਾ ਦਾਅਵਾ ਪੈ ਕਰਦੇ ਨੇ। ਉਹਨਾਂ ਦੇ ਮੁਤਾਬਕ ਜੱਤ ਰੱਖਣਾ, ਦਾਨ ਕਰਨਾ, ਸਬਰ ਸੰਤੋਖ ਵਕਤੀ ਤੌਰ 'ਤੇ ਧਾਰਨ ਕਰਨਾ, ਫਰਜ਼ੀ ਜਾਂ ਸੰਤੋਖ ਧਾਰਨ ਕਰ ਲੈਣਾ, ਉਹਨਾਂ ਦੇ ਮੁਤਾਬਕ 'ਤੇ ਵੀ ਰੱਬ ਜੀ ਤੁਹਾਨੂੰ ਗਾਉਣਾ। ਜਿਵੇਂ ਸੰਤੋਖ ਦੀ ਜੇ ਆਪਾਂ ਗੱਲ ਕਰੀਏ, ਇੱਕ ਵਿਅਕਤੀ ਉਹ ਹੈ ਜਦੋਂ ਆਪਣਾ ਲੜਕੇ ਦਾ ਆਨੰਦ ਕਾਰਜ ਕਰਦਾ, ਉਹਦੇ ਕੁੜਮ ਕਹਿੰਦੇ ਨੇ ਭਾਈ ਸਾਹਿਬ ਜੀ ਇੱਕੋ ਇੱਕ ਬੇਟੀ ਅਸੀਂ ਸਮਾਨ ਖੁੱਲ੍ਹਾ ਦੇਣਾ। ਅੱਗਿਓਂ ਸਰਦਾਰ ਸਾਹਿਬ ਨੇ ਇੱਦਾਂ ਹੱਥ ਜੋੜਤੇ ਵੀ ਨਹੀਂ ਭਾਈ, ਮੈਂ ਆਪਣੇ ਪੁੱਤਰ ਨੂੰ ਇੰਨਾ ਕਾਬਲ ਬਣਾਇਆ ਵੀ ਉਹ ਆਪਣਾ ਘਰ ਵਧੀਆ ਤਰੀਕੇ ਨਾਲ ਚਲਾ ਸਕੇ। ਤੁਸੀਂ ਜੋ ਦੇਣਾ ਸਾਨੂੰ ਸਿਰਫ ਇੱਕ ਬੇਟੀ ਚਾਹੀਦੀ ਹੈ। ਜਿਹੜਾ ਪੈਸਾ ਤੁਸੀਂ ਆਪਣੀ ਬੇਟੀ ਨੂੰ ਸਾਨੂੰ ਨਾਲ ਦੇ ਕੇ ਤੋਰਨਾ ਹੈ ਨਾ, ਤੁਹਾਨੂੰ ਜ਼ਿਆਦਾ ਪੈਸਾ ਹੈ ਨਾ, ਤੁਸੀਂ ਕਿਸੇ ਗਰੀਬ ਪਰਿਵਾਰ ਦੀ ਬੱਚੀ ਦੀ ਪੜ੍ਹਾਈ 'ਤੇ ਖਰਚਾ ਕਰ ਦਿਓ। ਅੱਗਿਓਂ ਬੰਦਾ ਇੱਦਾਂ ਕਹਿੰਦਾ ਵੀ ਤੁਸੀਂ ਸਾਨੂੰ ਹੀ ਦੇਣਾ ਨਾ, ਤੁਸੀਂ 2-4 ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੱਕ ਲਓ, ਸਾਨੂੰ ਵੀ ਤੁਸੀਂ ਦੇਣਾ ਹੀ ਹੈ ਨਾ, ਤੁਸੀਂ ਉੱਧਰ ਲਾ ਦਿਓ। ਇਹ ਉਹ ਦੇ ਰਿਹਾ ਸੀ ਬੰਦੇ ਨੇ, ਇੱਦਾਂ ਯੁਰਤ ਨਾਲ ਲਿਆ ਨਹੀਂ। ਹੁਣ ਇੱਕ ਹੈ ਜਿਹੜੇ ਪਹਿਲੇ ਕਹਿੰਦੇ ਵੀ ਅਸੀਂ ਦਾਜ ਦੇਣ ਜੋਗੇ ਨਹੀਂ, ਅਤੇ ਬੰਦਾ 4 ਬੰਦਿਆਂ 'ਚ ਬਹਿੰਦਾ ਇੱਦਾਂ ਗੱਲ ਕਰਦਾ। ਆਪਾਂ 1 ਰੁਪਈਆ ਨਹੀਂ ਲਿਆ ਨਹੀਂ ਕਿ ਦਿੱਤਾ ਨਹੀਂ ਅਗਲਿਆਂ ਨੇ। ਹੁਣ ਪਹਿਲਾਂ ਹੱਥ ਖੜੇ ਕਰਤੇ ਸੀ, ਅਸੀਂ ਬੇਟੀ ਪੜ੍ਹਾਤੀ ਹੈ, ਅਸੀਂ 1 ਰੁਪਈਆ ਦੇਣ ਜੋਗੇ ਨਹੀਂ ਹਾਂ। ਉੱਥੇ ਜ਼ਿਆਦਾ ਵੱਡੀ ਗੱਲ ਹੈ ਵੀ ਦੇ ਰਹੇ ਸੀ, ਬੰਦੇ ਨੇ ਹੱਥ ਇੱਦਾਂ ਕਰਕੇ। ਹੁਣ ਇੱਕ ਕੁੜਮ ਕੜਾ ਪਾਉਣ ਲੱਗਦਾ ਹੈ, ਬੰਦਾ ਹੱਥ ਫੜ ਲੈਂਦਾ, ਨਹੀਂ ਸਰਦਾਰ ਸਾਹਿਬ ਮੈਂ ਕੜੇ ਪਾਉਣ ਥੋੜ੍ਹਾ ਆਇਆ, ਮੈਂ ਤਾਂ ਧੀ ਲੈਣ ਆਇਆ। ਇੱਕ ਸੀ ਉਹਨਾਂ ਮਿਲਣੀ ਕੀਤੀ ਸਰੋਪਿਆ ਨਾਲ, ਪਹਿਲੇ ਕਹਿਤਾ ਵੀ ਆਪਾਂ ਇਹ ਕੰਮ ਨਹੀਂ ਕਰਨਾ, ਅਤੇ ਬੰਦਾ ਕਹੇ ਆਪਾਂ ਨਹੀਂ ਮਿਲਣੀ 'ਚ ਭਾਈ ਕੜਾ ਪਵਾਇਆ ਨਹੀਂ ਕਿ ਉਹਨਾਂ ਪਾਇਆ ਹੀ ਨਹੀਂ। ਇਹ ਗੱਲਾਂ ਹੈ ਛੋਟੀਆਂ ਛੋਟੀਆਂ, ਪਰ ਇਹਦੇ ਅਰਥ ਬੜੇ ਵੱਡੇ ਨੇ ਵੀ ਕਿਤੇ ਪਾਇਆ ਹੀ ਨਹੀਂ ਅਗਲਿਆਂ ਨੇ। ਤਾਂ ਵਕਤੀ ਤੌਰ 'ਤੇ ਸੰਤੋਖ ਨਾ ਹੋਵੇ, ਫਰਜ਼ੀ ਸੰਤੋਖ ਨਾ ਹੋਵੇ, ਸੱਚੀ। ਹੁਣ ਪਾਤਸ਼ਾਹ ਕਹਿੰਦੇ ਇੱਥੇ ਤਾਂ ਲੋਕ ਜੱਤ ਪਾਲਣ ਵਾਲੇ, ਦਾਨੀ, ਵਕਤੀ ਤੌਰ 'ਤੇ ਸੰਤੋਖ ਧਾਰਨ ਕਰਨ ਵਾਲੇ ਵੀ ਦਾਅਵਾ ਕਰਦੇ ਸੀ, ਰੱਬ ਜੀ ਅਸੀਂ ਤੁਹਾਨੂੰ ਗਾ ਰਹੇ ਹਾਂ। ਗਾਵੇਂ ਵੀਰ ਕਰਾਰੇ, ਵੱਡੇ ਵੱਡੇ ਸੂਰਮੇ ਮੈਦਾਨੇ ਜੰਗ 'ਚ ਫੱਟ ਖਾਣ ਨੂੰ ਰੱਬ ਦੀ ਸਿਫਤ ਸਲਾਹ ਮੰਨਦੇ ਸੀ ਵੀ ਅਸੀਂ ਲੜਦੇ ਲੜਦੇ ਸ਼ਹਾਦਤ ਦਾ ਜਾਮ ਪੀ ਗਏ ਹਾਂ, ਤਾਂ ਅਸੀਂ ਹੁਣ ਉਸ ਦਰ 'ਤੇ ਪ੍ਰਵਾਨ ਹੋ ਗਏ, ਅਸੀਂ ਉਹਦੀ ਸਿਫਤ ਸਲਾਹ ਕਰ ਰਹੇ ਹਾਂ। ਤਾਂ ਪਾਤਸ਼ਾਹ ਕਹਿੰਦੇ ਗਾਵਨ ਪੰਡਿਤ ਪੜ੍ਹਨ ਰਖੀਸ਼ਰ, ਕਿਹੜੇ ਪਿਆਰੇ ਸ਼ਬਦ ਵਰਤੇ।
ਗਾਵਨ ਪੰਡਤ ਪੜ੍ਹਨ ਰਖੀਸ਼ਰ। ਰਖੀਸ਼ਰ ਦਾ ਅਰਥ ਕੀ ਆ? ਰਖੀਸ਼ਰ, ਵੱਡੇ ਵੱਡੇ ਈਸ਼ਰ, ਵੱਡੇ ਵੱਡੇ ਜਿਹੜੇ ਪੁੱਗੇ ਹੋਏ ਜਿਹੜੇ ਸੀ, ਆਪਾਂ ਇੱਦਾਂ ਕਹਿ ਸਕਦੇ ਹਾਂ ਮਹਾਰਿਸ਼ੀ। ਪੰਡਤ ਮਹਾਰਿਸ਼ੀ ਗਾਵੇਂ ਜੁਗ ਜੁਗ ਵੇਦਾਂ ਨਾਲੇ, ਭਾਵ ਵੇਦਾਂ ਦੇ ਸਮੇਤ ਉਹ ਤੁਹਾਨੂੰ ਗਾ ਰਹੇ ਨੇ। ਉਹਨਾਂ ਦੇ ਮੁਤਾਬਕ ਵੇਦਾਂ ਦੇ ਪਾਠ ਕਰਨੇ, ਵੇਦਾਂ ਦੀ ਵਿਆਖਿਆ ਕਰਨੀ, ਵੇਦਾਂ ਦੇ ਮੁਤਾਬਕ ਦੁਨੀਆ ਦੇ ਲੋਕਾਂ ਨੂੰ ਕਰਮ ਦੱਸਣੇ ਵੀ ਇੱਦਾਂ ਆਹ ਕਰੋ, ਆਹ ਦਾਨ ਕਰੋਗੇ ਤੇ ਆਹ ਫਲ ਮਿਲੂ, ਆਹ ਪੁੰਨ ਕਰੋਗੇ ਤੁਹਾਨੂੰ ਇੱਦਾਂ ਹੋਏਗਾ, ਜੇ ਆਹ ਕਰਮ ਕੀਤਾ ਤੇ ਪਾਪ ਲੱਗ ਜਾਏਗਾ। ਉਹਨਾਂ ਦੇ ਮੁਤਾਬਕ ਇਹ ਅਸੀਂ ਵੀ ਰੱਬ ਨੂੰ ਗਾ ਰਹੇ ਹਾਂ। ਭਾਵ ਸ਼ਸਤਰਾਂ ਦੀ, ਵੇਦਾਂ ਦਾ ਗਿਆਨ ਦੇਣਾ, ਉਹਨਾਂ ਦੇ ਮੁਤਾਬਕ ਇਹ ਵੀ ਰੱਬ ਦੀ ਸਿਫਤ ਸਲਾਹ ਮੰਨਿਆ ਗਿਆ। ਹੁਣ ਉਹ ਕਹਿ ਰਹੇ ਨੇ ਰੱਬ ਦੀ ਅਸੀਂ ਸਿਫਤ ਸਲਾਹ ਕਰ ਰਹੇ ਹਾਂ। ਇਹ ਹੁਣ ਅੱਗੇ ਪ੍ਰਵਾਨ ਹੁੰਦਾ ਕਿ ਨਹੀਂ ਹੁੰਦਾ, ਇਹ ਤਾਂ ਮਹਾਰਾਜ ਜੀ ਤੁਸੀਂ ਅਗਰ ਅੱਗੇ ਜਾ ਕੇ ਕੁੰਡੀ ਖੋਲ੍ਹ ਦੇਣੀ ਹੈ ਵੀ ਇਹ ਆਪਣੇ ਬਣਾਏ ਹੋਏ ਚੱਕਰਵਿਊਹ ਦੇ ਵਿੱਚ ਫਸੇ ਹੋਏ ਨੇ। ਵਾਸਤਵ ਜੇ ਇਹੋ ਰੱਬ ਦੀ ਤਾਰੀਫ ਕਰਦੇ ਹੁੰਦੇ ਤਾਂ ਫਿਰ ਸਤਿਗੁਰੂ ਨੂੰ ਬਾਣੀ 'ਚ ਇਹ ਕੋਈ ਕਹਿਣਾ ਪੈਂਦਾ ਕਿ ਵੇਦ ਕੀ ਪੁੱਤਰੀ ਸਿਮਰਤੀ ਭਾਈ ਸਾਂਕਲ ਜੇਵਰੀ ਲੈ ਹੈ ਆਈ, ਵੀ ਵੇਦਾਂ ਵਿੱਚੋਂ ਸਿਮਰਤੀਆਂ ਨਿਕਲੀਆਂ। ਇਹ ਤਾਂ ਸੰਸਾਰ ਲਈ ਜੰਗਲ ਸੰਗਲ ਅਤੇ ਜੰਜੀਰਾਂ ਲੈ ਕੇ ਆਈਆਂ। ਭਾਵ ਵਰਨ ਵੰਡ ਦੇ ਵਿੱਚ ਸਮਾਜ ਨੂੰ ਵੰਡ ਕੇ ਰੱਖਤਾ, ਆਹ ਉੱਚਾ ਹੈ, ਇਹ ਨੀਵਾਂ ਹੈ, ਇਹ ਸ਼ੂਦਰ ਹੈ, ਇਹ ਬ੍ਰਾਹਮਣ ਹੈ। ਇੱਦਾਂ ਦੀਆਂ ਇਹ ਚੀਜ਼ਾਂ ਇਹਨਾਂ ਵੇਦ ਸ਼ਸਤਰਾਂ ਵਿੱਚੋਂ ਨਿਕਲੀਆਂ ਅਤੇ ਉਹਨੂੰ ਚਲਾਉਣ ਵਾਲੇ ਲੋਕਾਂ ਨੇ ਸਮਾਜ 'ਚ ਤਬਾਹੀ ਮਚਾ ਕੇ ਰੱਖ ਦਿੱਤੀ। ਬੰਦਾ ਬੰਦੇ ਤੋਂ ਹੀ ਨਫ਼ਰਤ ਕਰਨ ਲੱਗ ਪਿਆ। ਤੋ ਇਹ ਗੱਲਾਂ ਬੜੀਆਂ ਪਿਆਰੀਆਂ ਸਤਿਗੁਰੂ ਨੇ ਬਾਣੀ ਵਿੱਚ ਇਹ ਲਿਖ ਦਿੱਤੀਆਂ। ਗੁਰਦੇਵ ਜੀ ਕਹਿੰਦੇ ਗਾਂਵ ਹੈ ਮੋਹਣੀਆਂ ਮਨ ਮੋਹਣ, ਸੁਰਗਾ ਮਛ ਪਿਆਲੇ। ਮੋਹਣੀਆਂ ਅਪਸ਼ਰਮਾਂ ਜਿਹੜੀਆਂ ਇੰਦਰ ਦੇ ਦਰਬਾਰ ਦੇ ਵਿੱਚ, ਭਾਵ ਸੁਰਗ ਦੇ ਵਿੱਚ, ਉਹ ਉੱਥੇ ਡਾਂਸ ਕਰਦੀਆਂ, ਆਪਣਾ ਨਾਚ ਗਾਣਾ ਕਰਦੀਆਂ। ਉਹਨਾਂ ਦੇ ਮੁਤਾਬਕ ਉਹ ਵੀ ਗਾਉਣਾ ਹੈ। ਉਹਨਾਂ ਦਾ ਗਾਉਣਾ ਜਿਹੜਾ ਉਹ ਸਿਫਤ ਸਲਾਹ, ਉਹ ਕਹਿੰਦੀਆਂ ਅਸੀਂ ਇਹ ਜਿਹੜਾ ਗਾ ਰਹੇ ਹਾਂ, ਭਾਵ ਜਿਹੜਾ ਇੱਥੇ ਮਨੋਰੰਜਨ ਕਰ ਰਹੇ ਹਾਂ, ਅਸੀਂ ਵੀ ਰੱਬ ਦੀ ਸਿਫਤ ਸਲਾਹ ਕਰ ਰਹੇ ਹਾਂ। ਅਸੀਂ ਕਿਸੇ ਨਾਲੋਂ ਘੱਟ ਥੋੜ੍ਹਾ। ਵੀ ਗਾਵੇਂ ਮੋਹਣੀਆਂ ਮਨ ਨੂੰ ਮੋਹ ਲੈਣ ਵਾਲੀਆਂ ਜਿਹੜੀਆਂ ਉੱਥੇ ਮੋਹਣੀਆਂ ਪਰੀਆਂ ਜਿਹੜੀਆਂ ਨੇ, ਉਹ ਇੰਦਰ ਦੇ ਦਰਬਾਰ ਵਿੱਚ ਉਹ ਆਪਣੇ ਆਪ ਦੇ ਵਿੱਚ ਉਹ ਵੀ ਤਾਰੀਫ ਕਰ ਰਹੀਆਂ ਨੇ, ਦਾਅਵਾ ਕਰਦੀਆਂ ਨੇ। ਗਾਵੇਂ ਮੋਹਣੀਆਂ ਮਨ ਮੋਹਣ, ਸੁਰਗਾ ਮਛ ਪਿਆਲੇ। ਸੁਰਗ ਮੰਨਿਆ ਗਿਆ ਜਿਹਦਾ ਰਾਜਾ ਇੰਦਰ ਮੰਨਿਆ ਗਿਆ, ਉੱਤੇ ਹੈ। ਮਛ ਆ ਧਰਤੀ ਅਤੇ ਪਤਾਲ ਜ਼ਮੀਨ, ਭਾਵ ਇਹ ਜਿਹੜੀਆਂ ਸੁਰਗ ਦੀਆਂ ਪਰੀਆਂ ਮੰਨੀਆਂ ਗਈਆਂ, ਆਪਣੇ ਆਪ 'ਚੋਂ ਕਹਿੰਦੀਆਂ ਵੀ ਅਸੀਂ ਜਿਹੜੀ ਉੱਥੇ ਸਾਰਾ ਕੁਝ ਕਰਦੀਆਂ ਵਾਂ, ਜਿਹੜੇ ਅਸੀਂ ਸੰਗੀਤ ਕਰਦੀਆਂ, ਜੋ ਅਸੀਂ ਉੱਥੋਂ ਦਾ ਇੰਟਰਟੇਨਮੈਂਟ ਕਰਦੀਆਂ, ਮਨੋਰੰਜਨ ਕਰਦੀਆਂ, ਅਸੀਂ ਵੀ ਰੱਬ ਦੀ ਤਾਰੀਫ ਕਰ ਰਹੀਆਂ। ਜਿਵੇਂ ਬਾਕੀ ਸਾਰੇ ਚਤੁਰਗੁਪਤ ਦੀ ਗੱਲ ਆ ਗਈ, ਈਸ਼ਰ ਬ੍ਰਹਮਾ ਦੀ ਗੱਲ ਆ ਗਈ, ਜਿਵੇਂ ਉਹ ਦਾਅਵਾ ਕਰਦੇ ਸੀ ਕਿ ਅਸੀਂ ਰੱਬ ਦੀ ਤਾਰੀਫ ਕਰ ਰਹੇ ਹਾਂ, ਇਹ ਵੀ ਆਪਣੇ ਆਪ 'ਚ ਮਾਲਕ ਜੀ ਆਪਣੇ ਬਣਾਏ ਹੋਏ ਰੱਬ ਦੀਆਂ ਪ੍ਰਕਰਮਾਂ ਕਰ ਰਹੇ ਨੇ। ਕਿਉਂਕਿ ਸਾਰੇ ਦੇਵੀ ਦੇਵਤੇ ਕਿਸੇ ਇੱਕ ਦੂਜੇ ਅਵਤਾਰ ਮੰਨੇ ਗਏ ਨੇ। ਤਾਂ ਹੀ ਗੁਰਦੇਵ ਪਿਤਾ ਮਹਾਰਾਜ ਨੇ ਸਾਰਿਆਂ ਨੂੰ ਕਹਿਤਾ ਸੀ ਵੀ ਜੇ ਹੋ ਜਾਣਾ ਆਖਾਂ ਨਹੀਂ, ਵੀ ਜੇ ਮੈਂ ਸੱਚ ਨੂੰ ਜਾਣ ਲਵਾਂ, ਮੈਂ ਇਹਨਾਂ ਦੇ ਪਿੱਛੇ ਥੋੜ੍ਹਾ ਲੱਗਾ। ਤੋ ਇਹ ਸਾਰੀ ਚੀਜ਼ ਨੂੰ ਸਾਡੇ ਸਾਹਮਣੇ ਰੱਖ ਕੇ ਸਾਨੂੰ ਤੱਤ ਨਾਲ ਜੋੜ ਰਹੇ ਨੇ। ਪਾਤਸ਼ਾਹ ਅੱਗੇ ਕਹਿੰਦੇ ਨੇ ਗਾਵਨ ਰਤਨ ਉਪਾਏ ਤੇਰੇ। ਇੱਥੇ ਹੁਣ ਰਤਨ ਦਾ ਅਰਥ ਪਤਾ ਕੀ ਹੈ? ਜਿਵੇਂ ਆਪਾਂ ਸਮਾਜ ਵਿੱਚ ਕੋਈ ਚੰਗਾ ਕੰਮ ਕਰਦਾ ਸੀ ਅਤੇ ਉਹਨੂੰ ਪੰਥ ਰਤਨ ਦਾ ਖਿਤਾਬ ਦੇ ਕੇ ਨਵਾਜਿਆ ਜਾਂਦਾ। ਸਾਡੀ ਕੌਮ 'ਚ ਵੀ ਇੱਦਾਂ ਹੋਇਆ, ਜਿਨ੍ਹਾਂ ਨੇ ਪੰਥ ਦੀਆਂ ਬੇੜੀਆਂ 'ਚ ਵੱਟੇ ਪਾਏ, ਜਿਨ੍ਹਾਂ ਨੇ ਕੌਮ ਦਾ ਨੁਕਸਾਨ ਕੀਤਾ, ਜਿਹੜੇ ਆਪਣੇ ਭਰਾਵਾਂ ਦੀਆਂ ਲਾਸ਼ਾਂ 'ਤੇ ਪੈਰ ਰੱਖ ਕੇ ਬਾਹਰ ਆਏ, ਅਤੇ ਬਾਅਦ ਵਿੱਚ ਉਹਨਾਂ ਨੂੰ ਪੰਥ ਰਤਨ ਦੇ ਖਿਤਾਬ ਦੇ ਕੇ ਅਤੇ ਸਾਡੇ ਜਿਹੜੇ ਆਮ ਪੇਸ਼ਲੱਗ ਲੋਕਾਂ ਨੇ ਨਵਾਜਿਆ ਅਤੇ ਅਜੇ ਤੱਕ ਵੀ ਨਵਾਜਦੇ ਆ ਰਹੇ ਨੇ। ਤੋ ਇੱਦਾਂ ਉੱਥੇ ਵੀ ਪੰਥ ਰਤਨ ਇੱਦਾਂ ਕਹਿ ਕੇ, ਕਿਹੜੇ ਪੰਥ ਰਤਨ ਸੀ? ਜਿਹੜੇ ਤੀਰਥਾਂ 'ਤੇ ਬੈਠੇ ਇੱਦਾਂ ਲੋਕ ਦਾਨ ਪੁੰਨ ਕਰਨ ਆਉਂਦੇ ਸੀ। ਵੱਡੇ ਵੱਡੇ ਅਮੀਰ ਲੋਕ ਵੀ ਉਹਨਾਂ ਪੰਥ ਰਤਨਾਂ ਦੇ ਪੈਰਾਂ 'ਤੇ ਜਾ ਕੇ ਡਿੱਗਦੇ ਸੀ। ਹੁਣ ਉਹਨਾਂ ਦੇ ਮੁਤਾਬਕ ਉਹਨਾਂ ਕੋਲੋਂ ਮੱਥੇ ਟਿਕਾਉਣੇ, ਤੀਰਥਾਂ ਦੇ ਇਸ਼ਨਾਨ ਕਰਨੇ, ਉੱਥੇ ਦਾਨ ਪੁੰਨ ਲੈਣੇ, ਦਾਨ ਪੁੰਨ ਕਰਨੇ। ਉਹਨਾਂ ਦੇ ਮੁਤਾਬਕ ਉਹ ਵੀ ਕਹਿੰਦੇ ਸੀ ਅਸੀਂ ਵੀ ਸਿਫਤ ਸਲਾਹ ਹੀ ਕਰ ਰਹੇ ਹਾਂ ਜੀ। ਇਹ ਵੀ ਸਿਫਤ ਸਲਾਹ ਦੇ ਵਿੱਚ ਹੀ ਆਉਂਦਾ ਵੀ ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ, 68 ਤੀਰਥਾਂ ਦੇ ਸਮੇਤ, ਕਿਉਂਕਿ 68 ਤੀਰਥਾਂ ਦੇ ਇਸ਼ਨਾਨ ਇੱਥੇ ਦੇਸ਼ ਵਿੱਚ ਬੜੇ ਪਵਿੱਤਰ ਮੰਨੇ ਗਏ ਸਨ। ਉਹਨਾਂ ਦੇ ਮੁਤਾਬਕ ਵੀ ਅਸੀਂ ਵੀ ਰੱਬ ਦੀ ਤਾਰੀਫ ਹੀ ਕਰ ਰਹੇ ਹਾਂ। ਕਹਿੰਦੇ ਗਾਵੇਂ ਯੋਧੇ ਜਿਹੜੇ ਆ ਮਹਾਂਬਲ ਸੂਰਾ, ਗਾਵੇਂ ਖਾਣੀ ਚਾਰੇ। ਵੱਡੇ ਵੱਡੇ ਸੂਰਮੇ ਮੈਦਾਨੇ ਜੰਗ ਵਿੱਚ ਜਦੋਂ ਗਾਂਹ ਹੋ ਕੇ ਲੜਦੇ ਸੀ, ਉਹ ਲੜਨ ਨੂੰ, ਫੱਟ ਖਾਣ ਨੂੰ, ਉੱਥੇ ਸ਼ਹਾਦਤ ਦਾ ਜਾਮ ਪੀਣ ਨੂੰ ਇਹ ਮੰਨਦੇ ਸੀ ਕਿ ਅਸੀਂ ਤਾਂ ਹੁਣ ਉਹਦੇ ਦਰ 'ਤੇ ਪ੍ਰਵਾਨ ਹੋ ਗਏ। ਅਸੀਂ ਉਹਨਾਂ ਦਾ ਲੜਨਾ, ਫੱਟ ਖਾਣੇ, ਉਹਨਾਂ ਦੇ ਮੁਤਾਬਕ ਇਹ ਸਿਫਤ ਸਲਾਹ ਮੰਨਿਆ ਗਿਆ। ਗਾਵੇਂ ਖਾਣੀ ਚਾਰੇ, 4 ਖਾਣੀਆਂ ਮੰਨੀਆਂ ਗਈਆਂ, ਅੰਡਜ, ਜੇਰਜ, ਸੇਤਜ ਅਤੇ ਉਤਪਜ। ਵੈਸੇ ਤਾਂ ਇਹ ਤੋਂ ਅੱਗੇ ਆ ਵੀ ਬਾਣੀ 'ਚ ਲਿਖਦਾ ਵੀ ਪਤਾ ਨਹੀਂ ਕੇਤੀਆਂ ਖਾਣੀਆਂ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਪਰ ਇੱਥੇ 4 ਖਾਣੀਆਂ ਦਾ ਜ਼ਿਕਰ ਕੀਤਾ ਵੀ ਉਹਨਾਂ ਦੇ ਮੁਤਾਬਕ। ਤੇ 4 ਖਾਣੀਆਂ ਵੀ ਕਿਸੇ ਨਾ ਕਿਸੇ ਰੂਪ ਵਿੱਚ ਮਾਲਕ ਜੀ, ਹੁਣ ਇਹ ਘੱਟ ਥੋੜ੍ਹਾ ਕਿਸੇ ਕੋਲ, ਉਹ ਕਹਿੰਦੇ ਅਸੀਂ ਵੀ ਗਾ ਰਹੀਆਂ। ਤਾਂ ਹੀ ਤੁਸੀਂ ਵੇਖੋ ਇੱਥੇ ਉਲਝਾਇਆ ਹੀ ਇੰਨਾ ਗਿਆ ਕਿ ਲੋਕ ਉਹਦੀ ਬਣਾਈ ਹੋਈ ਕੁਦਰਤ ਦੀ ਪੂਜਾ ਕਰਨ ਲੱਗ ਪਏ। ਲੋਕ ਦਰਖਤਾਂ ਦੇ ਅੱਗੇ ਮੱਥੇ ਟੇਕਣ ਲੱਗ ਪਏ, ਬਲਕਿ ਦਰਖਤ ਦੀ ਸੇਵਾ ਸੰਭਾਲ ਕਰਨੀ ਸੀ। ਲੋਕ ਉਹਦੀ ਬਣਾਈ ਹੋਈ ਪ੍ਰਕਿਰਤੀ ਦੀ ਪੂਜਾ ਵਿੱਚ ਰੁੱਝ ਕੇ ਰਹਿ ਗਏ। ਕਰਤੇ ਨੂੰ ਛੱਡ ਕੇ ਜਿਹੜੀ ਉਹਦੀ ਬਣਾਈ ਹੋਈ ਕੁਦਰਤ ਸੀ ਉਹਦੀ ਪੂਜਾ ਵਿੱਚ ਜੁੜ ਗਏ। ਬਲਕਿ ਉਹਦੀ ਬਣਾਈ ਹੋਈ ਇਸ ਪ੍ਰਕਿਰਤੀ ਨੂੰ ਸਾਫ਼ ਸੁਥਰਾ ਰੱਖਣਾ ਸੀ, ਵਧੀਆ ਬਣਾਉਣਾ ਸੀ। ਵਾਸਤ ਜਿਹਨੂੰ ਆਪਾਂ ਸਕੂਲਾਂ ਦੇ ਬਾਹਰ ਲਿਖਿਆ ਹੁੰਦਾ ਸੀ ਨਾ ਵੀ ਕੰਮ ਹੀ ਪੂਜਾ ਹੈ,
ਈਮਾਨਦਾਰੀ ਨਾਲ ਕੀਤਾ ਹੋਇਆ ਕੰਮ ਇਨਸਾਨ ਦੇ ਜੀਵਨ ਦੀ ਪੂਜਾ ਬਣ ਜਾਂਦਾ ਹੈ। ਤੋ ਅੱਗੇ ਪਾਤਸ਼ਾਹ ਕਹਿੰਦੇ ਨੇ, ਗਾਵੈ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਖੰਡ ਮੰਡਲ ਵਰ ਭੰਡਾ ਭਾਵ ਇਹ ਧਰਤੀ ਦੇ ਆਸੇ ਪਾਸੇ ਗ੍ਰਹਿ ਜੋ ਕੁਝ ਹੈ, ਭਾਵ ਸਮੁੱਚੀ ਕਾਇਨਾਤ ਜੇ ਆਪਾਂ ਗੱਲ ਕਰੀਏ ਉਹਨਾਂ ਦੇ ਮੁਤਾਬਕ ਜਿਹੜੇ ਇਹ ਜਿਹੜੇ ਖੰਡ ਟੁਕੜੇ ਜਿਹੜੇ ਮੰਡਲ ਜਿਹੜੇ ਆਪਣੇ ਆਪ 'ਚ ਟਿਕੇ ਹੋਏ ਨੇ, ਹੇ ਮਾਲਕ ਜੀ ਕਰ ਕਰ ਰੱਖੇ ਤੇਰੇ ਧਾਰੇ, ਭਾਵ ਇਹ ਜਿਹੜੇ ਤੁਹਾਡੇ ਟਿਕਾਏ ਹੋਏ ਨੇ, ਕਰ ਕਰ ਰੱਖੇ ਧਾਰੇ, ਇਹ ਜਿਹੜੇ ਤੁਹਾਡੇ ਟਿਕਾਏ ਹੋਏ ਨੇ ਇਹ ਵੀ ਤੁਹਾਡੀ ਸਿਫਤ ਸਲਾਹ ਕਰ ਰਹੇ ਨੇ, ਕਿਉਂਕਿ ਇਹਨਾਂ ਦਾ ਟਿਕਣਾ ਹੀ ਤੁਹਾਡੀ ਸਿਫਤ ਸਲਾਹ ਹੈ। ਤੋ ਪਾਤਸ਼ਾਹ ਕਹਿੰਦੇ ਗਾਵੈ ਤੁਧ ਨੂੰ, ਕਹਿਣਗੇ ਹੇ ਮੇਰੇ ਮਾਲਕ ਜੀ ਇਹ ਸਭ ਉਹਨਾਂ ਦੇ ਮੁਤਾਬਕ ਇਹ ਤੁਹਾਨੂੰ ਗਾ ਰਹੇ ਨੇ, ਪਰ ਪ੍ਰਵਾਨ ਕਿਹੜੇ ਹੋਏ? ਸੇਈ ਤੁਧ ਨੂੰ ਗਾਵੈ ਜੋ ਤੁਧ ਭਾਵਨ। ਅਸਲ 'ਚ ਉਹ ਤੁਹਾਨੂੰ ਗਾ ਰਹੇ ਆ ਜਿਹੜੇ ਤੁਹਾਨੂੰ ਭਾ ਗਏ ਆ। ਤੇ ਭਾਏਗਾ ਕਿਹੜਾ? ਅਖੀਰਲੀ ਤੁਕ 'ਤੇ ਚਲ ਜਾਓ, ਜਿਹੜਾ ਉਹਦੀ ਰਜ਼ਾ ਵਿੱਚ ਤੁਰਦਾ ਹੈ, ਜਿਹੜਾ ਉਹਦੇ ਹੁਕਮ ਦੀ ਪਾਲਣਾ ਕਰਦਾ। ਸੇਈ ਤੁਧ ਨੂੰ ਗਾਵੈ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ। ਜਿਹੜੇ ਤੁਹਾਡੇ ਭਗਤ, ਉਹੀ ਤੱਤੇ ਨੂੰ ਕੋਈ ਮਾਤਰਾ ਨਹੀਂ ਲੱਗੀ, ਬਹੁਤੇ ਭਗਤਾਂ ਦੀ ਗੱਲ ਹੋਈ, ਉਹ ਅਸਲ 'ਚ ਭਗਤ ਨੇ ਜਿਹੜੀ ਤੁਹਾਡੀ ਰਜ਼ਾ ਤੁਰਦੇ ਨੇ, ਤੁਹਾਡੀ ਰਜ਼ਾ ਦੀ ਪਾਲਣਾ ਕਰਦੇ ਨੇ। ਕਿਉਂਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕਿਹੜੀ? ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ। ਭਗਤ ਆਪਣੇ ਜੀਵਨ ਦੇ ਵਿੱਚ ਕਿਹੜਾ? ਜਿਹੜਾ ਬਿਖਮ ਮਾਰਗ 'ਤੇ ਚੱਲਦਾ ਹੈ, ਲਾਲਚ ਨਾਲ ਲੜਦਾ ਹੈ, ਆਪਣੀਆਂ ਵਾਸ਼ਨਾਵਾਂ ਦੇ ਨਾਲ ਟੱਕਰ ਲੈਂਦਾ ਹੈ ਅਤੇ ਮਾਲਕ ਦੇ ਹੁਕਮ ਵਿੱਚ ਤੁਰ ਕੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦਾ ਹੈ। ਪਾਤਸ਼ਾਹ ਕਹਿੰਦੇ ਸੇਈ ਤੁਧ ਨੂੰ ਗਾਵੈ ਜੋ ਤੁਧ ਭਾਵਨ, ਜੋ ਤੁਹਾਨੂੰ ਭਾਗੇ ਤੇ ਭਾਏਗਾ ਕਿਹੜਾ? ਜਿਹੜਾ ਉਹਦੇ ਹੁਕਮ ਵਿੱਚ ਤੁਰੇਗਾ, ਜਿਹੜਾ ਉਹਦੀ ਰਜ਼ਾ ਦੀ ਪਾਲਣਾ ਕਰੇਗਾ। ਤੇ ਇੱਥੇ ਤੇ ਆਪਾਂ ਜਿਨ੍ਹਾਂ ਦਾ ਜ਼ਿਕਰ ਕਰਕੇ ਆ ਰਹੇ ਹਾਂ, ਸਾਰੇ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਵਾਸਤੇ ਜਾਂ ਆਪਣੇ ਆਪਣੇ ਤਰੀਕੇ ਨਾਲ ਬਣਾਏ ਹੋਏ ਜਿਹੜੇ ਮਨ ਘੜਤ ਰੱਬ ਸੀ ਉਹਨਾਂ ਦੀ ਵਡਿਆਈ ਵਿੱਚ ਲੱਗੇ ਰਹੇ, ਜਿਨ੍ਹਾਂ ਦਾ ਆਪਾਂ ਉੱਪਰ ਜ਼ਿਕਰ ਕਰ ਰਹੇ ਹਾਂ, ਉਹਨਾਂ ਦਾ ਸਾਰਿਆਂ ਦਾ ਨਾਂ ਲੈ ਕੇ ਅਖੀਰ ਤੇ ਕਹਿਤਾ ਸੇਈ ਤੁਧ ਨੂੰ ਗਾਵੈ। ਉਹੋ ਹੀ ਤੁਹਾਨੂੰ ਗਾਉਂਦੇ ਨੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ। ਹੈ ਮੇਰੇ ਮਾਲਕ ਜੀ ਜਿਹੜੇ ਤੁਹਾਡੇ ਰਸ ਵਿੱਚ, ਜਿਹੜੇ ਤੁਹਾਡੇ ਨਾਮ ਰਸ ਵਿੱਚ ਟਿਕੇ ਹੋਏ ਆ, ਭਾਵ ਸੱਚਾਈ ਵਾਲਾ ਜੀਵਨ ਜਿਉਂਦੇ ਨੇ, ਉਹੀ ਅਸਲ ਦੇ ਵਿੱਚ ਤੁਹਾਨੂੰ ਗਾ ਰਹੇ ਨੇ। ਕਿਉਂਕਿ ਹੋਰ ਕਿਤੇ ਗਾਵਨ ਇੱਦਾਂ ਤੇ ਪਤਾ ਨਹੀਂ ਹੋਰ ਕਿੰਨੇ ਗਾ ਰਿਹਾ, ਜਿਨ੍ਹਾਂ ਦਾ ਉੱਪਰ ਮੈਂ ਨਾਂ ਲੈ ਕੇ ਆਇਆ ਵਾਂ, ਇੱਦਾਂ ਦੇ ਹੋਰ ਪਤਾ ਨਹੀਂ ਕਿੰਨੇ ਹੋਰ ਗਾਉਣ ਵਾਲੇ ਨੇ। ਹੋਰ ਕਿਤੇ ਗਾਵਨ ਸੇ ਮੈਂ ਚਿਤਨਾਵਨ, ਮੇਰੇ ਤੇ ਚਿੱਤ ਵਿੱਚ ਵੀ ਨਹੀਂ, ਇੰਨਿਆਂ ਦਾ ਮੈਂ ਨਾਂ ਕਿੱਥੋਂ ਲੈ ਲਵਾਂਗਾ? ਪਤਾ ਨਹੀਂ ਬੇਅੰਤ ਨੇ। ਨਾਨਕ ਕਿਹਾ ਵਿਚਾਰੇ, ਨਾਨਕ ਇੰਨਿਆਂ ਦੀ ਵਿਚਾਰ ਕੀ ਕਰ ਲਵੇਗਾ? ਇੱਥੇ ਦੇ ਅਸੰਖ ਨੇ, ਕੋਈ ਕਿਸੇ ਤਰੀਕੇ ਨਾਲ ਗਾ ਰਿਹਾ, ਕੋਈ ਕਿਸੇ ਤਰੀਕੇ ਨਾਲ ਗਾ ਰਿਹਾ, ਅਤੇ ਦਾਵਾ ਇਹੋ ਕਰ ਰਿਹਾ ਗਾ ਮੈਂ ਤੈਨੂੰ ਰਿਹਾ, ਪਰ ਵਾਸਤਵ ਵਿੱਚ ਉਹ ਆਪਣੇ ਬਣਾਏ ਹੋਏ ਅਵਤਾਰ ਭਗਵਾਨ ਦੀਆਂ ਪ੍ਰਕਰਮਾਂ ਕਰਨ ਤੱਕ ਸੀਮਿਤ ਨੇ, ਤੁਹਾਡੇ ਤੱਕ ਤਾਂ ਇਹਨਾਂ ਦੀ ਪਹੁੰਚ ਵੀ ਨਹੀਂ ਹੈ। ਪਾਤਸ਼ਾਹ ਕਹਿੰਦੇ ਨੇ ਹੋਰ ਕਿਤੇ ਗਾਵਨ ਸੇ ਮੈਂ ਚੇਤਨ ਆਵਨ, ਨਾਨਕ ਕਿਹਾ ਵਿਚਾਰੇ ਅਗਲੇ ਸੋਈ ਸੋਈ, ਭਾਵ ਉਹੀ ਸਦਾ ਸੱਚ। ਕੌਣ? ਰੱਬ ਤੇ ਸਹਿਬ ਸਾਚਾ, ਉਹ ਆਪ ਸੱਚਾ ਹੈ ਤੇ ਸੱਚ ਹੀ ਨਾਈ, ਉਹਦਾ ਨਿਆਂ ਵੀ ਸੱਚਾ। ਜੇ ਆਪ ਸੱਚਾ ਹੈ ਉਹਦਾ ਨਿਆਂ ਵੀ ਸੱਚਾ ਹੈ। ਮਾਲਕ ਜੀ ਕਹਿੰਦੇ ਨੇ ਸਹਿਬ ਸਾਚਾ ਸਾਚੀ ਨਾਈ, ਅਗਲੇ ਹੈ ਭੀ ਹੋਸੀ, ਹੈਗਾ ਵੀ ਆ ਹੋਏਗਾ ਵੀ, ਹੈ ਭੀ ਹੋਸੀ ਜਾਏ, ਜਾਇਦਾਰ ਤੇ ਜੰਮਣਾ, ਉਹਦਾ ਜਨਮ ਹੀ ਨਹੀਂ ਹੋਇਆ, ਉਹ ਜਾਏਗਾ ਕਿੱਥੋਂ? ਜਿਹਦਾ ਜਨਮ ਹੋਇਆ, ਹੁਣ ਜਿਨ੍ਹਾਂ ਦੇ ਉੱਪਰ ਨਾਂ ਲੈ ਕੇ ਆਏ ਆ, ਇਹ ਦਿਸਦੇ ਸੀ, ਭਾਵੇਂ ਉਹ ਹੈਗੇ ਜਾਂ ਹੈ ਤੇ ਮਿੱਥਾ ਹੀ ਸੀ, ਪਰ ਦਿਸਦੇ ਸੀ। ਇੱਥੇ ਤਾਂ ਦੇਸ਼ ਵਿੱਚ ਭਗਵਾਨ ਦਾ ਜਨਮ ਦਿਨ ਵੀ ਮਨਾਇਆ ਗਿਆ, ਤੇ ਬਾਣੀਆਂ ਦੀ ਸੋ ਮੁਖ ਜਲੋ ਜਿੱਤ ਕੇ ਠਾਕੁਰ ਜੂਨੀਓ, ਮੂੰਹ ਸੜ ਜੇ ਜਿਹੜਾ ਕਹਿੰਦਾ ਰੱਬ ਜੂਨਾ ਵਿੱਚ ਆਉਂਦਾ। ਇਹ ਤਾਂ ਸਗਲੀ ਥੀਤ ਪਾਸ ਦਾ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾ ਸੀ, ਭਰਮ ਭੂਲੇ ਨਾਰ ਕਰਤ ਕਚਰੈਣ, ਜਨਮ ਮਰਨ ਤੇ ਰਹਿਤ ਨਰੈਣ। ਬਾਣੀਆਂ ਦੀ ਜਨਮ ਮਰਨ ਤੋਂ ਤਾਂ ਨਰੈਣ ਰਹਿਤ ਹੈ, ਇੱਥੇ ਜਨਮ ਦਿਨ ਮਨਾਏ ਗਏ। ਇੱਕ ਬੰਨੇ ਭਗਵਾਨ, ਦੂਜੇ ਬੰਨੇ ਭਗਵਾਨ ਦਾ ਅਸੀਂ ਜਨਮ ਦਿਨ ਮਨਾ ਰਹੇ ਹਾਂ। ਤਾਂ ਪਾਤਸ਼ਾਹ ਦੀ ਬਾਣੀ ਕਹਿੰਦੀ ਉਹ ਤੇ ਰੱਬ ਉਹ ਹੈ ਜਿਹੜਾ ਹੈ ਭੀ ਹੋਸੀ ਜਾਏ। ਜਿਵੇਂ ਆਪਾਂ ਨੂੰ ਕਿ ਤੂੰ ਕਿਹਦਾ ਜਾਇਆ ਹੈ, ਭਾਵ ਉਹਦਾ ਜਨਮ ਹੀ ਨਹੀਂ ਹੋਇਆ, ਤੇ ਜਿਹੜਾ ਜਾਇਆ ਹੀ ਨਹੀਂ ਉਹ ਜਾਏਗਾ ਕਿੱਥੋਂ? ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਜਿਹਨੇ ਸਮੁੱਚੀ ਕਾਇਨਾਤ ਨੂੰ ਖੁਦ ਆਪ ਰਚਿਆ। ਪਾਤਸ਼ਾਹ ਅੱਗੇ ਕਹਿੰਦੇ ਨੇ ਰੰਗੀ ਰੰਗੀ ਭਾਤੀ, ਉਹਨੇ ਰੰਗਾਂ ਦੀ ਭਾਤਾਂ ਦੀ ਕਰ ਕਰ ਜਿਨਸੀ ਮਾਇਆ ਜਿਹਨੂੰ ਪਾਈ। ਇੱਕ ਕਿਸਮ ਦੀ ਮਾਇਆ ਥੋੜ੍ਹਾ ਪੈਦਾ ਕੀਤੀ, ਇਹ ਤਾਂ ਕਿਸੇ ਨੂੰ ਹਉਮੈ ਤੀਰਥਾਂ 'ਤੇ ਜਾਣ ਦੀ ਮਾਇਆ ਚਿੰਬੜੀ ਹੈ। ਤੀਰਥ ਜਾਉਂ ਤਾਂ ਹੋਂ ਕਰਤੇ, ਮੇਰੇ ਵਰਗਾ ਇਸ਼ਨਾਨੀ ਕੋਈ ਨਹੀਂ, ਮੇਰੇ ਵਰਗਾ ਦਾਨੀ ਕੋਈ ਨਹੀਂ। ਆ ਵੇਖ ਲਓ ਬਾਬਾ ਜੀ ਨੇ ਵਿਆਹ ਨਹੀਂ ਕਰਾਇਆ, ਇਹ ਮਾਇਆ ਨਹੀਂ ਹੈ? ਉਹ ਫਲਾਣਾ ਗ੍ਰਸਤੀ ਹੈ ਜੀ, ਉਹ ਤਾਂ ਆਪਣਾ ਟੱਬਰ ਪਾਲਦਾ, ਮੈਂ ਵੇਖ ਲਓ ਗ੍ਰਸਤੀ ਨਹੀਂ ਹੈਗਾ, ਇਹ ਮਾਇਆ ਨਹੀਂ, ਮਾਇਆ ਹੈ। ਇਸ ਤੋਂ ਦੇਖਾ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਪਾਈ। ਪਤਾ ਨਹੀਂ ਕਿੰਨੀਆਂ ਕਿਸਮਾਂ ਦੀ ਮਾਇਆ ਇੱਥੇ। ਕੋਈ ਤੀਰਥਾਂ ਦਾ ਇਸ਼ਨਾਨੀ, ਮੇਰੇ ਵਰਗਾ ਇਸ਼ਨਾਨੀ ਕੋਈ ਨਹੀਂ, ਮੇਰੇ ਵਰਗਾ ਦਾਨੀ ਕੋਈ ਨਹੀਂ, ਮੇਰੇ ਵਰਗਾ ਗਿਆਨੀ ਕੋਈ ਨਹੀਂ, ਮੇਰੇ ਵਰਗਾ ਦੂਜਿਆਂ ਨੂੰ ਸਮਝਾਉਣ ਵਾਲਾ ਕੋਈ ਨਹੀਂ। ਅਤੇ ਵੇਖ ਲਓ ਮੈਂ ਵਿਆਹ ਨਹੀਂ ਕਰਾਇਆ, ਜੇ ਮੈਂ ਵਿਆਹ ਕਰਾਇਆ ਹੁੰਦਾ ਨਾ, ਮੇਰੇ ਵੀ ਬੱਚੇ ਹੁੰਦੇ, ਅਤੇ ਫਿਰ ਮੈਂ ਇੱਥੇ ਉਲਝ ਜਾਣਾ ਸੀ। ਇਸੇ ਕਰਕੇ ਮੈਂ ਵਿਆਹ ਨਹੀਂ ਕਰਾਇਆ, ਤਾਂ ਕਿ ਸੁਰਤ ਉੱਚੀ ਰਹੇ। ਉਹਨਾਂ ਮੁਤਾਬਕ ਵਿਆਹ ਕਰਾਉਣ ਨਾਲ ਸੁਰਤ
ਨੀਵੀਂ ਹੋ ਜਾਂਦੀ ਹੈ। ਇਹ ਵੀ ਮਾਇਆ ਹੈ। ਗ੍ਰਸਤੀ ਨੂੰ ਵੀ ਜੇ ਗ੍ਰਸਤੀ ਨੂੰ ਹੰਕਾਰ ਹੋ ਸਕਦਾ ਤਾਂ ਤਿਆਗੀ ਨੂੰ ਵੀ ਤਿਆਗੀ ਨੂੰ ਤਿਆਗ ਦਾ ਹੰਕਾਰ ਹੋ ਸਕਦਾ ਹੈ। ਆਪਾਂ ਬਾਣੀ 'ਚ ਪੜ੍ਹਦੇ ਹਾਂ ਨਾ ਵੀ ਇੱਥੇ ਸੰਸਾਰ 'ਤੇ ਜਦੋਂ ਸੁੱਤਿਆਂ ਦੀ ਗੱਲ ਆਏਗੀ ਤਾਂ ਗੁਰਦੇਵ ਪਿਤਾ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਬਹੁਤ ਪਿਆਰੇ ਜ਼ਿਕਰ ਕਰਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਤਾਂ ਪਾਤਸ਼ਾਹ ਜਦੋਂ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀ ਵੱਖਰੀ ਵੱਖਰੀ ਜਿਨਸਾਂ ਦੀ ਮਾਇਆ ਦਾ ਕੋਈ ਇੱਕ ਰੂਪ ਥੋੜ੍ਹਾ। ਤੀਰਥ ਜਾਓ ਤਾਂ ਹੋਂ ਕਰਦੇ, ਪੰਡਤ ਪੁੱਛੋ ਤਾਂ ਮਾਇਆ ਰਾਤੇ। ਤੀਰਥਾਂ 'ਤੇ ਤੁਹਾਨੂੰ ਕਿੱਦਾਂ ਦੇ ਲੋਕ ਮਿਲ ਜਾਣੇ ਨੇ ਜਿਹੜੇ ਮਾਇਆ ਰਾਤੇ, ਜਿਨ੍ਹਾਂ ਨੂੰ ਮਾਇਆ ਚਿੰਬੜੀ ਹੋਈ ਹੈ। ਮੇਰੇ ਵਰਗਾ ਇਸ਼ਨਾਨੀ ਕੋਈ ਨਹੀਂ। ਆਪਾਂ ਭਗਤ ਕਬੀਰ ਜੀ ਦੀ ਜਦੋਂ ਬਾਣੀ ਪੜ੍ਹਦੇ ਹਾਂ ਤਾਂ ਭਗਤ ਕਬੀਰ ਜੀ ਬਹੁਤ ਪਿਆਰੇ ਸ਼ਬਦਾਂ ਵਿੱਚ ਇੱਕ ਗੱਲ ਸਾਨੂੰ ਸਮਝਾਉਂਦੇ ਨੇ। ਭਗਤ ਕਬੀਰ ਜੀ ਕਹਿੰਦੇ ਨੇ, ਸਭ ਮਦ ਮਾਤੇ ਕਉ ਨਾ ਜਾਗ। ਸਾਰੇ ਹੀ ਮੱਤੇ ਹੋਏ ਨੇ, ਹੰਕਾਰ ਵਿੱਚ ਫਸੇ ਹੋਏ ਨੇ। ਕਉ ਨਾ ਜਾਗ ਸੰਗ ਹੀ ਚੋਰ ਘਰ ਮੂਸਣ ਲਾਗ। ਘਰ ਵਿੱਚ ਹੀ ਚੋਰ ਆ ਅਤੇ ਘਰ ਵਿੱਚ ਚੋਰ ਹੀ ਅੰਦਰ ਦਾ ਸਮਾਨ ਚੁੱਕੀ ਜਾ ਰਿਹਾ, ਲੁੱਟੀ ਜਾ ਰਿਹਾ। ਤਾਂ ਕਿਹੜੇ ਸੁੱਤੇ ਹੋਏ ਨੇ ਉਹਨਾਂ ਦਾ ਜ਼ਿਕਰ ਭਗਤ ਕਬੀਰ ਜੀ ਨੇ ਬਾਣੀ ਵਿੱਚ ਕਰ ਦਿੱਤਾ। ਕਹਿਣ ਲੱਗੇ ਇੱਥੇ ਇੱਕ ਥੋੜ੍ਹਾ ਜੋਗੀ ਮਾਤੇ ਯੋਗ ਧਿਆਨ, ਜੋਗੀ ਲੋਕ ਸੁੱਤੇ ਹੋਏ ਨੇ ਯੋਗ ਦੇ ਧਿਆਨ ਵਿੱਚ। ਸਾਡੇ ਵਰਗਾ ਧਿਆਨ ਨਹੀਂ ਕਿਸੇ ਕੋਲ ਹੈਗਾ। ਕਿਤੇ ਪੰਡਤ ਜਨ ਮਾਤੇ, ਪੰਡਤ ਜਨ ਫਸੇ ਪਏ ਨੇ। ਪੜ੍ਹ ਪੁਰਾਣ ਵੀ ਸਾਡੇ ਵਰਗਾ ਪੁਰਾਣ ਕੋਈ ਨਹੀਂ ਪੜ੍ਹ ਸਕਦਾ। ਅਤੇ ਸੰਨਿਆਸੀ ਮਾਤੇ ਅਹਮੇਵ, ਸੰਨਿਆਸੀ ਲੋਕ ਇਸ ਗੱਲ 'ਤੇ ਮੱਤੇ ਪਏ ਨੇ। ਉਹਨਾਂ ਨੂੰ ਆਹ ਮਾਇਆ ਚਿੰਬੜੀ ਵੀ ਸਾਡੇ ਵਰਗਾ ਸੰਨਿਆਸੀ ਕੋਈ ਨਹੀਂ। ਅਤੇ ਤਪੱਸੀ ਮਾਤੇ ਤਪ ਕਹਿ ਭੇਵ, ਤਪੱਸੀ ਤਪ ਕਰਨ ਵਾਲੇ ਇਸ ਗੱਲ ਦੇ ਵਿੱਚ ਫਸੇ ਪਏ ਨੇ। ਉਹ ਇਸ ਗੱਲ ਵਿੱਚ ਸੁੱਤੇ ਪਏ ਨੇ। ਉਹਨਾਂ ਨੂੰ ਆਹ ਮਾਇਆ ਚਿੰਬੜੀ ਹੋਈ ਹੈ ਵੀ ਸਾਡੇ ਵਰਗਾ ਤਪੱਸਵੀ ਕੋਈ ਨਹੀਂ ਹੈ। ਤਾਂ ਕਿੱਡੀ ਪਿਆਰੀ ਗੱਲ ਕਹਿ ਦਿੱਤੀ। ਕਹਿਣ ਕਿ ਜਾਗਤ ਸੋਵਤ ਬਹੁ ਪ੍ਰਕਾਰ। ਜਾਗਣਾ ਸੋਣਾ ਕਿਤੇ ਇੱਕ ਪ੍ਰਕਾਰ ਦਾ ਥੋੜ੍ਹਾ, ਇਹ ਵੀ ਬੜੇ ਪ੍ਰਕਾਰ ਦਾ। ਕੋਈ 4 ਵਜੇ ਜਾਗਦਾ, ਕੋਈ 3 ਵਜੇ ਜਾਗਦਾ, ਕੋਈ 5 ਵਜੇ ਜਾਗਦਾ। ਚੋਰ ਸਾਰੀ ਰਾਤ ਜਾਗਦਾ। ਇਸ ਆੜ 'ਚ ਵੀ ਕਦੋਂ ਚੋਰੀ ਦਾ ਦਾਅ ਲੱਗੇ। ਵਕਾਰੀ ਸਾਰੀ ਰਾਤ ਜਾਗਦਾ ਹੈ। ਜਾਗਤ ਸੋਵਤ ਬਹੁਤ ਪ੍ਰਕਾਰ। ਜਾਗਣਾ ਸੌਗਣਾ ਕਿਤੇ ਇੱਕ ਪ੍ਰਕਾਰ ਦਾ ਥੋੜ੍ਹਾ। ਕਿਤੇ ਗੁਰਮੁਖ ਜਾਗੇ ਸੋਈ ਸਾਰ। ਗੁਰੂ ਦੇ ਰਾਹੀਂ ਜਿਹੜਾ ਮਨ ਨੂੰ ਜਗਾਏਗਾ ਪ੍ਰਵਾਨ ਉਹ ਹੈ। ਕਿਉਂਕਿ ਇਸ ਦੇਹੀ ਕੇ ਅਧਿਕ ਕੰਮ, ਇਹੋ ਜਾਗਣਾ ਤੇਰੇ ਜੀਵਨ ਦੇ ਕੰਮ ਆਉਣਾ ਹੈ। ਜਿਹੜਾ ਤੇਰਾ ਮਨ ਦਾ ਜਾਗਣਾ, ਤਨ ਦਾ ਕੋਈ 2 ਵਜੇ ਜਾਗਿਆ ਮੁਬਾਰਕ ਹੈ, ਆਪਣੇ ਲਈ ਜਾਗਿਆ ਹੈ। ਕੋਈ 4 ਵਜੇ ਜਾਗਿਆ, ਕੋਈ 5 ਵਜੇ ਜਾਗਿਆ। ਅਤੇ ਬਾਣੀ ਕੀ ਆਂਦੀ ਹੈ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ। ਸਰਵਣ ਸੋਏ ਸੁਣ ਨਿੰਦ ਵਿਚਾਰ। ਰਸਨਾ ਸੋਈ ਲੋਭ ਮੀਠੇ ਸਾਧ ਮਨ ਸੋਇਆ ਮਾਇਆ ਵਿਸਮਾਦ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤ ਉਹ ਆਪਣੀ ਲਹੈ। ਤੋ ਇੱਥੇ ਕਹਤਾ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਕਿੰਨੇ ਪਿਆਰੇ ਸ਼ਬਦ ਵਰਤੇ, ਕਿੰਨਿਆਂ ਤਰੀਕਿਆਂ ਦੀ ਮਾਇਆ ਉਪਾਈ ਹੈ। ਅਤੇ ਮਾਇਆ ਕਿਸੇ ਨੂੰ ਤਿਆਗੀ ਨੂੰ ਇਹ ਮਾਇਆ ਚਿੰਬੜੀ, ਮੇਰੇ ਵਰਗਾ ਤਿਆਗੀ ਕੋਈ ਨਹੀਂ, ਮੇਰੇ ਵਰਗਾ ਗ੍ਰਸਤੀ ਕੋਈ ਨਹੀਂ, ਮੇਰੇ ਵਰਗੇ ਬੱਚੇ ਨਹੀਂ ਕਿਸੇ ਨੇ ਪੜ੍ਹਾਏ ਜਿੱਦਾਂ ਦਾ ਮੈਂ ਕੀਤਾ, ਦੂਜਿਆਂ ਕੋਲੋਂ ਗੱਲ ਬਣੀ ਨਹੀਂ। ਮੇਰੇ ਵਰਗਾ ਘਰ ਨਹੀਂ ਕਿਸੇ ਨੇ ਬਣਾਇਆ, ਮੇਰੇ ਵਰਗਾ ਡੇਰਾ ਕਿਸੇ ਕੋਲ ਨਹੀਂ ਹੈਗਾ, ਮੇਰੇ ਵਰਗਾ ਪ੍ਰਬੰਧ ਕਿਸੇ ਕੋਲ ਨਹੀਂ ਹੈਗਾ। ਇੱਕ ਤਾਂ ਮਾਇਆ ਨਹੀਂ ਹੈਗੀ। ਮਾਇਆ ਦੇ ਬੜੇ ਰੂਪ ਨੇ। ਸੁਹੱਪਣ ਵੀ ਮਾਇਆ ਹੋ ਸਕਦੀ ਹੈ, ਐਜੂਕੇਸ਼ਨ ਦਾ ਮਾਣ ਵੀ ਮਾਇਆ ਹੋ ਸਕਦਾ। ਪਾਤਸ਼ਾਹ ਬੜੀ ਪਿਆਰੀ ਗੱਲ ਕਰ ਰਹੇ ਨੇ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਅਤੇ ਕਰ ਕਰ ਵੇਖਿਆ ਕੀਤਾ ਆਪਣਾ। ਉਹ ਆਪਣੇ ਕੀਤੇ ਨੂੰ ਆਪ ਕਰਕੇ ਆਪ ਵੇਖਦਾ। ਕੋਈ ਕਰਤਾ ਪੁਰਖ ਹੈ ਨਾ। ਆਪਾਂ ਪਹਿਲਾਂ ਮੂਲ ਮੰਤਰ 'ਚ ਪੜ੍ਹ ਚੁੱਕੇ ਹਾਂ ਵੀ ਕਰਤਾ, ਹਰ ਚੀਜ਼ ਦਾ ਕੋਈ ਨਾ ਕੋਈ ਕਰਤਾ ਹੁੰਦਾ ਹੈ। ਮਾਈਕ ਜਿਸ ਕੰਪਨੀ ਨੇ ਬਣਾਇਆ ਉਹ ਕੰਪਨੀ ਇਸ ਮਾਈਕ ਦੀ ਕਰਤਾ ਹੈ। ਪਰ ਉਸ ਕੰਪਨੀ ਨੂੰ ਇਹ ਥੋੜ੍ਹਾ ਪਤਾ ਵੀ ਮੇਰੇ ਮਾਈਕ ਕਿੰਨੇ ਖਰਾਬ ਨੇ, ਕਿੰਨੇ ਚੱਲ ਰਹੇ ਨੇ। ਪਰ ਉਸ ਮਾਲਕ ਨੇ ਜੋ ਬਣਾਇਆ ਕਰਤਾ ਪੁਰਖ, ਉਹ ਆਪਣੀ ਨਿਗਰਾਨੀ 'ਚ ਰੱਖ ਰਿਹਾ ਹੈ। ਉਹ ਬਣਾ ਕੇ ਵਿੱਚ ਬੈਠਾ, ਸਾਡੇ ਤੋਂ ਵੱਖਰਾ ਥੋੜ੍ਹਾ ਹੈ। ਉਹ ਸਾਡੇ ਨਾਲ ਹੈ, ਸਾਡੇ ਵਿੱਚ ਹੈ। ਯਾਨੀ ਕਿ ਅਸੀਂ ਉਹਦਾ ਹੀ ਰੂਪ ਹਾਂ। ਆਪਣੀ ਜ਼ਿੰਦਗੀ ਨੂੰ ਸਵਾਰਨਾ ਹੈ। ਤਾਂ ਆਖਿਆ ਸੀ ਸਭ ਗੋਬਿੰਦ ਹੈ। ਈਬੇ ਬੀਠਲ ਉਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਥਾਨ ਥਨੰਤਰ ਨਾਮਾ ਪ੍ਰਣਵੈ ਪੂਰ ਰਹਿਓ ਤੂੰ ਸਰਬ ਮਹੀ। ਕਹਿੰਦੇ ਕਰ ਕਰ ਵੇਖਿਆ ਕੀਤਾ ਆਪਣਾ। ਜਿਵੇਂ ਤਿਸ ਦੀ ਵਡਿਆਈ, ਜਿਵੇਂ ਉਹਦੀ ਆਪਣੀ ਵਡਿਆਈ ਹੈ। ਉਹ ਆਪਣੀ ਮਰਜ਼ੀ ਨਾਲ ਬੜਾ ਕੁਝ ਕਰ ਸਕਦਾ ਹੈ। ਉਹ ਆਪਣੀ ਮਰਜ਼ੀ ਦਾ ਮਾਲਕ ਹੈ। ਜ਼ਿੰਦਗੀ ਨੂੰ ਸੋਹਣਾ ਬਣਾਉਣਾ ਚਾਹੁੰਦਾ ਬੰਦਿਆ, ਉਹਦੀ ਰਜ਼ਾ 'ਚ ਤੁਰਨਾ ਸ਼ੁਰੂ ਕਰ ਦੇ, ਉਹਦੇ ਹੁਕਮ ਦੀ ਪਾਲਣਾ ਸ਼ੁਰੂ ਕਰ ਦੇ। ਸੌਖਾ ਸਮਝ ਲਓ, ਤੁਸੀਂ ਕਿਸੇ ਕੰਟਰੀ ਜਾਂਦੇ ਜੇ, ਉੱਥੇ ਬੰਦਾ ਉਤਰਦਿਆਂ ਸਾਰੇ ਏਅਰਪੋਰਟ ਤੋਂ ਆਪਣੀਆਂ ਆਦਤਾਂ ਛੱਡੇਗਾ ਅਤੇ ਉਸ ਕੰਟਰੀ ਦਾ ਵਧੀਆ ਸਿਟੀਜ਼ਨ ਬਣੇਗਾ। ਉੱਥੇ ਰੋਡ 'ਤੇ ਚੱਲਣ ਦੇ ਨਿਯਮ ਉਸ ਕਾਨੂੰਨ ਮੁਤਾਬਕ ਇਹਨੂੰ ਧਾਰਨ ਕਰਨੇ ਪੈਣੇ, ਉਸ ਦੇਸ਼ ਮੁਤਾਬਕ। ਗੱਡੀ ਚਲਾਉਣ ਦਾ ਨਿਯਮ ਉਸ ਦੇਸ਼ ਮੁਤਾਬਕ। ਉੱਥੇ ਕਮਾਈ ਕਰਕੇ ਟੈਕਸ ਉਸ ਦੇਸ਼ ਮੁਤਾਬਕ ਤਾਰਨਾ ਪਵੇਗਾ। ਜੇ ਨਹੀਂ ਤਾਂ ਕਈ ਬੰਦੇ ਤੁਸੀਂ ਵੇਖੇ ਹੋਣਗੇ, ਕਈ ਕਿੰਨੇ ਲੰਬੇ ਸਾਲ ਰਹਿ ਕੇ ਵੀ ਉਹ ਆਪਣਾ ਉੱਥੇ ਪੋਜੀਸ਼ਨ ਨਹੀਂ ਬਣਾ ਪਾਉਂਦੇ। ਕਈ ਥੋੜ੍ਹੇ ਸਮੇਂ 'ਚ ਬਹੁਤ ਅੱਗੇ ਚੱਲ ਜਾਂਦੇ ਆ। ਕਿਉਂ? ਕਿਉਂਕਿ ਚੰਗੇ ਕੰਮ ਕਰਕੇ ਸਮਾਜ ਵਿੱਚ ਉਹ ਸੋਹਣਾ ਥਾਂ ਜਗ੍ਹਾ ਬਣਾ ਲੈਂਦੇ। ਇਹ ਇੱਦਾਂ ਹੀ ਇਹ ਸੰਸਾਰ ਹੈ ਭਾਈ। ਇੱਥੇ ਇਹ ਮੈਟਰ ਨਹੀਂ ਕਰਦਾ ਤੂੰ ਕਿੰਨੀ ਉਮਰ ਲੈ ਕੇ ਆਇਆ, ਇਹ ਮੈਟਰ ਕਰਦਾ ਤੂੰ ਉਸ ਉਮਰ 'ਚ ਕੰਮ ਕਿੰਨੇ ਚੰਗੇ ਕੀਤੇ ਨੇ। ਉਹ ਪਾਤਸ਼ਾਹ ਕਹਿੰਦੇ ਨੇ ਕਰ ਕਰ ਵੇਖਿਆ ਕੀਤਾ ਆਪਣਾ।
ਜਿਮ ਤਿਸ ਦੀ ਵਡਿਆਈ, ਫਿਰ ਅੱਗੇ ਕਹਿੰਦੇ ਜੋ ਤਿਸ ਭਾਵੈ ਸੋਈ ਕਰ ਸੀ। ਜੋ ਉਹਨੂੰ ਭਾਉਂਦਾ ਹੈ, ਅਖੀਰ ਤੇ ਗੱਲ ਆ ਗਈ ਨਾ, ਜੋ ਤਿਸ ਭਾਵੈ, ਜੋ ਉਸ ਨੂੰ ਭਾਉਂਦਾ ਹੈ ਸੋਈ ਕਰ ਸੀ। ਹੁਕਮ ਨਾ ਕਰਨਾ ਜਾਈ, ਉੱਥੇ ਤੇਰਾ ਹੁਕਮ ਨਹੀਂ ਚੱਲਣਾ, ਉਹਦੀ ਰਜਾ ਵਿੱਚ ਤੁਰਨਾ ਸ਼ੁਰੂ ਕਰ। ਰਜਾ 'ਚ ਤੁਰੇਂਗਾ ਤੇ ਸਚਿਆਰਾ ਬਣੇਗਾ। ਤੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਸੋ ਪਾਤਸ਼ਾਹ ਉਹ ਪਾਤਸ਼ਾਹ ਦਾ ਪਾਤਸ਼ਾਹ ਹੈ। ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ। ਹੇ ਨਾਨਕ, ਉਹਦੀ ਰਜਾ 'ਚ ਤੁਰਨਾ ਹੀ ਫੱਬਦਾ ਜਿਹੜਾ ਪਾਤਸ਼ਾਹ ਦਾ ਪਾਤਸ਼ਾਹ ਹੈ। ਅਤੇ ਉਹਦੀ ਰਜਾ 'ਚ ਤੁਰਨ ਵਾਸਤੇ ਕੀ ਕਰੀਏ? ਆਪਣੇ ਇਰਦ ਗਿਰਦ, ਆਪਣੇ ਸਮਾਜ ਵਿੱਚ ਸੋਹਣਾ ਬਣਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ। ਜੇ ਆਪਾਂ ਅਰਦਾਸਾਂ ਹੀ ਕਰੀ ਜਾਈਏ, ਮਹਾਰਾਜ ਜੀ ਦੇਹ ਅਰੋਗਤਾ ਬਖਸ਼ਿਸ਼ ਕਰੋ, ਅਤੇ ਖਾਈਏ ਉਹ ਜਿਹਦੇ ਨਾਲ ਦੇਹ ਖਰਾਬ ਹੋਣੀ ਹੈ, ਇਹਦਾ ਮਤਲਬ ਅਸੀਂ ਹੁਕਮ 'ਚ ਨਹੀਂ ਨਾ ਤੁਰ ਰਹੇ। ਅਸੀਂ ਕਹੀਏ ਸਾਡਾ ਵਾਤਾਵਰਨ, ਪਾਣੀ, ਸਾਨੂੰ ਸਾਹ ਲੈਣ 'ਚ ਪ੍ਰੋਬਲਮ ਨਾ ਹੋਵੇ, ਅਸੀਂ ਰੁੱਖ ਲਾਈਏ ਨਾ। ਸਾਡੇ ਸਰੀਰ 'ਚ ਨੁਕਸ ਪੈ ਜੇ, ਪਾਣੀ ਅਸੀਂ ਸਾਫ਼ ਰਹਿਣ ਨਾ ਦਿੱਤਾ ਹੋਵੇ ਸਮਾਜ ਦਾ। ਆਓ ਆਪਣਾ ਚੁਗਰਦਾ ਸਾਫ਼ ਕਰੀਏ। ਇਹ ਬੜੀਆਂ ਪਿਆਰੀਆਂ ਬਾਣੀ ਦੀਆਂ ਵਿਚਾਰਾਂ ਨੇ ਜਿਹੜੀਆਂ ਸਾਨੂੰ ਜ਼ਿੰਦਗੀ ਜਿਊਣ ਵਾਸਤੇ ਕੰਮ ਆ ਸਕਦੀਆਂ। ਅਸੀਂ ਗੁਰੂ ਪਾਤਸ਼ਾਹ ਦਾ ਸ਼ੁਕਰਾਨਾ ਕਰੀਏ। ਬਲਿਹਾਰੀ ਗੁਰੇ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਭੂਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਪਾਤਸ਼ਾਹ ਜੀ ਨੇ ਜਿਹੜੀ ਗੱਲ ਕੀਤੀ, ਆ ਉਹਦੀ ਰਜਾ 'ਚ ਤੁਰ। ਅਤੇ ਨਾਲ ਇਹ ਕਹਿਤਾ, ਉਹ ਦਰ ਕਿਹੋ ਜਿਹਾ, ਉਹ ਘਰ ਕਿਹੋ ਜਿਹਾ ਜਿੱਥੇ ਬਹਿ ਕੇ ਤੁਸੀਂ ਸਾਰਿਆਂ ਦੀ ਸੰਭਾਲ ਪਿਆ ਕਰਦੇ ਹੋ। ਮਹਾਰਾਜ ਆ ਜਿਨ੍ਹਾਂ ਦਾ ਮੈਂ ਨਾਂ ਲਿਆ, ਇਹਨਾਂ ਬਹੁਤਿਆਂ ਤੇਰਾ ਘਰ ਦਰ ਅਜੇ ਵੇਖਿਆ ਨਹੀਂ, ਰਾਹ 'ਚ ਹੀ ਅਟਕੇ ਪਏ ਨੇ। ਆਪਣੇ ਵੱਲੋਂ ਦਾਵਾ ਸਾਰੇ ਕਰਦੇ ਗਏ, ਤੁਹਾਡੀ ਸਿਫਤ ਸਲਾਹ ਕਰ ਰਹੇ ਹਾਂ। ਵਾਜੇ ਨਾਦ ਅਨੇਕ ਸੰਖਾਂ, ਕੇਤੇ ਵਾਵਣ ਹਾਰੇ, ਕੇਤੇ ਰਾਗ ਪਰੀਸਿਉ ਕਹੀਨ, ਕੇਤੇ ਗਾਵਣ ਹਾਰੇ। ਗਾਵੇਂ ਤੋਨੋਂ ਪੌਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ। ਇਹ ਜਿਹਨਾਂ ਦਾ ਮੈਂ ਨਾਂ ਲਿਆ ਨਾ, ਗਾਵੇਂ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ, ਗਾਵੇਂ ਚਿੱਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ। ਜਿਹਨਾਂ ਦਾ ਮੈਂ ਨਾਂ ਲਿਆ ਮਹਾਰਾਜ, ਇਹ ਆਪਣੇ ਵੱਲੋਂ ਜਿਹੜੀ ਇਹਨਾਂ ਦੀ ਡਿਊਟੀ ਉਹਨੂੰ ਨਿਭਾਉਣ ਨੂੰ ਇਹ ਸੋਚ ਰਹੇ ਸੀ। ਅਸੀਂ ਗਾ ਰਹੇ ਹਾਂ, ਇਹ ਘੜੇ ਹੋਏ ਸੀ ਸਾਰੇ। ਚਿੱਤਰਗੁਪਤ ਵਾਸਤਵ ਵਿੱਚ ਹੈ ਨਹੀਂ। ਪ੍ਰੋਫੈਸਰ ਸਾਹਿਬ ਸਿੰਘ ਨੇ ਬਹੁਤ ਸੋਹਣੇ ਤਰੀਕੇ ਨਾਲ ਜਦੋਂ ਇਹਨਾਂ ਸ਼ਬਦਾਂ ਦੇ ਅਰਥ ਕੀਤੇ, ਨਾਲ ਨੋਟ ਦਿੱਤੇ ਵੀ ਹਿੰਦੂਇਜ਼ਮ ਦੇ ਅੰਦਰ ਇਹ ਘੜੇ ਹੋਏ ਨੇ, ਵੀ ਇੱਦਾਂ ਚਿੱਤਰਗੁਪਤ ਬੰਦੇ ਦੇ ਮੋਢੇ 'ਤੇ ਬੈਠੇ ਨੇ, ਹਿਸਾਬ ਕਿਤਾਬ ਕਰਦੇ ਨੇ। ਇਹਨਾਂ ਦਾ ਹਿਸਾਬ ਕਿਤਾਬ ਕਰਨਾ ਹੀ ਰੱਬ ਜੀ ਇਹਨਾਂ ਮੁਤਾਬਕ ਇਹ ਮੰਨਿਆ ਗਿਆ। ਇਹ ਹਿਸਾਬ ਕਿਤਾਬ ਕਰਦੇ ਨੇ, ਧਰਮਰਾਜ ਦੇ ਸਾਹਮਣੇ ਜਾ ਕੇ ਰਜਿਸਟਰ ਰੱਖ ਦਿੰਦੇ ਨੇ। ਫਿਰ ਧਰਮਰਾਜ ਉਹਨਾਂ ਦੇ ਲਿਖਿਆਂ 'ਤੇ ਫਿਰ ਇੱਦਾਂ ਵਿਚਾਰ ਕਰਦਾ, ਉਹਨਾਂ ਮੁਤਾਬਕ ਇਹ ਗਾਉਣਾ ਹੈ। ਪਰ ਹੈ ਇੱਦਾਂ ਨਹੀਂ, ਇਹ ਸਭ ਘੜੇ ਹੋਏ ਸੀ। ਲੋਕ ਇਹਨਾਂ ਨੂੰ ਅੱਜ ਤੱਕ ਮੰਨੀ ਜਾ ਰਹੇ ਨੇ। ਬਾਣੀ ਇਹ ਸਮਝਾਉਂਦੀ, ਬੰਦਿਆ ਆਪਣੀ ਜ਼ਿੰਦਗੀ ਨੂੰ ਸਵਾਰ। ਜਿਹੜੇ ਸਭ ਨਰਕ ਵੀ ਉੱਤੇ ਟੰਗਿਆ ਸੀ, ਸਵਰਗ ਵੀ ਉੱਤੇ ਟੰਗਿਆ ਸੀ। ਸਤਿਗੁਰ ਨੇ ਬਾਣੀ 'ਚ ਕਹਿਤਾ, ਕਿਤੇ ਨਹੀਂ ਆ ਤੇਰੇ ਕੋਲ ਹੈ, ਤਾਂ ਬੈਕੁੰਠ ਜਾਂ ਕੀਰਤਨ ਤੇਰਾ। ਉਹ ਸਵਰਗ ਵਾ। ਇੱਕੇ ਘਰ 'ਚ ਦੋ ਭਰਾ ਰਹਿ ਰਿਹਾ ਨਾ, ਇੱਕੇ ਘਰ 'ਚ ਦੋ ਤਿੰਨ ਭਰਾ ਰਹਿ ਰਹੇ ਆ, ਚਾਰ ਭਰਾ ਰਹਿ ਰਹੇ ਇੱਕੇ ਘਰ ਦੇ ਵਿੱਚ। ਅਤੇ ਹੋ ਸਕਦਾ ਉਹਨਾਂ 'ਚੋਂ ਦੋ ਸਵਰਗ ਦੇ ਆਨੰਦ ਲੈ ਰਹੇ ਹੋਣ ਅਤੇ ਦੋ ਨਰਕ ਦਾ ਆਨੰਦ ਲੈ ਰਹੇ ਹੋਣ। ਆਪਾਂ ਜਦੋਂ ਤੁਰੇ ਜਾਂਦੇ ਹਾਂ, ਇਹ ਸਭ ਤੁਹਾਡੇ ਅੰਦਰ ਦੇ ਟਿਕਾ ਦੀਆਂ ਗੱਲਾਂ ਨੇ। ਕੋਈ ਅੰਦਰੋਂ ਨਰਕ ਭੋਗ ਰਿਹਾ ਹੁੰਦਾ ਅਤੇ ਕੋਈ ਅੰਦਰੋਂ ਸਵਰਗ ਭੋਗ ਰਿਹਾ ਹੁੰਦਾ। ਤਾਂ ਹੀ ਤਾਂ ਰੱਦ ਕੀਤਾ ਸੀ ਵੀ ਕਮਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਇਹ ਡੰਕੇ ਦੀ ਚੋਟ 'ਤੇ ਨਰਕ ਸਵਰਗ ਰੱਦ ਕਿਉਂ ਕੀਤਾ? ਕਿਉਂਕਿ ਇਹਨਾਂ ਨੂੰ ਲੋਕ ਮੰਨਦੇ ਸੀ। ਤਾਂ ਹੀ ਤਾਂ ਭਗਤ ਰਵਿਦਾਸ ਵਰਗਿਆਂ ਚੈਲੰਜ ਕੀਤਾ ਕਿ ਉਹ ਰਵਾਰ ਪਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ। ਤੁਸੀਂ ਮੰਨੇ ਜਾਂਦੇ ਹੋ ਵੀ ਚਿੱਤਰਗੁਪਤ ਹੈਗੇ ਆ, ਅਤੇ ਉਹ ਲਿਖਣਗੇ ਹਿਸਾਬ ਕਿਤਾਬ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਮੰਨਦਾ ਨਹੀਂ, ਜੇ ਹੈਗੇ ਤਾਂ ਲਿਖ ਲਓ ਫਿਰ ਜਾਓ। ਕਿਉਂਕਿ ਮੋਹੇ ਜਮ ਡੰਡ ਨਾ ਲੱਗ ਗਈ। ਮੈਨੂੰ ਜਮ ਦਾ ਡੰਡਾ ਕਿੱਦਾਂ ਪੈ ਜੂ? ਤਜੀਲੇ ਸਰਬ ਜੰਜਾਲ। ਇੱਦਾਂ ਬੰਦਾ ਗੱਡੀ ਲੈ ਕੇ ਆ ਰਿਹਾ ਹੋਵੇ, ਅੱਗੇ ਨਾਕਾ ਲੱਗਾ ਹੋਵੇ, ਅਤੇ ਬੰਦਾ ਇੱਦਾਂ ਨਹੀਂ ਕਹਿੰਦਾ ਆਉਂਦਿਆਂ ਵੀ ਭਾਈ ਗੱਡੀ 'ਚ ਉਤਰ ਕੇ ਪਾਸੇ ਹੋ ਜਾਂਦਾ, ਕਹਿੰਦਾ ਚੈੱਕ ਕਰ ਲਓ ਭਾਈ, ਕੱਲਾ ਤੁਸੀਂ ਮੇਰਾ ਪੇਪਰ ਫੋਲ ਲਓ। ਜਦੋਂ ਗਲਤ ਕੰਮ ਹੈ ਨਹੀਂ, ਮੈਨੂੰ ਡਰ ਕਾਹਦਾ? ਕਿਉਂਕਿ ਨਿਕਟ ਵਸੈ ਜੋ ਸੋ ਬੁਰਾ ਕਿਉਂ ਕਰੇ, ਨਿਕਟ ਬੁਝੈ ਸੋ ਬੁਰਾ ਕਿਉਂ ਕਰੇ। ਬਿਕ ਸੰਚੈ ਨਿਤ ਡਰਤਾ, ਫਿਰ ਹੈ ਨਿਕਟ ਯਾਰ ਭੇਦ ਨਾ ਪਾਇਆ। ਦਿਨ ਸਤਿਗੁਰ ਸਭ ਮੋਹੀ ਮਾਇਆ, ਨੇੜੇ ਸਭ ਕੋ ਕਹੈ, ਗੁਰਮੁਖ ਭੇਦ ਵਿਰਲਾ ਕੋ ਲਹੈ। ਨਿਕਟ ਨਾ ਜਾਣੇ ਪਾਰ ਗ੍ਰਹਿ ਜਾਏ, ਦਰਬ ਹਿਰੇ ਮਥਿਆ ਕਰ ਖਾਏ। ਪੈਠ ਗੌਰੀ ਹਰ ਸੰਗ ਨ ਜਾਣਿਆ, ਬਾਜ ਗੁਰੂ ਹੈ ਭਰਮ ਭੁਲਾਨਿਆ। ਨਿਕਟ ਨਾ ਜਾਣੇ ਬੋਲਿਆ ਕੂੜ, ਮਾਇਆ ਮੂਹ ਮੂਠਾ ਹੈ ਮੂੜ। ਅੰਤਰਵਸਤ ਦਸੰਤਰ ਜਾਏ, ਬਾਜ ਗੁਰੂ ਹੈ ਪਰਮ ਭੁਲਾਏ। ਕਿੰਨੀਆਂ ਪਿਆਰੀਆਂ ਗੱਲਾਂ ਬਾਣੀ 'ਚ ਲਿਖ ਦਿੱਤੀਆਂ ਇਹਦੇ ਬਾਰੇ। ਉਹ ਪਾਤਸ਼ਾਹ ਨੇ ਇਸ ਪੌੜੀ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਜਿਹੜੇ ਆਪਣੇ ਵੱਲੋਂ ਗਾਉਣ ਦਾ ਤੁਹਾਨੂੰ ਉਹ ਦਾਅਵਾ ਕਰਦੇ ਸੀ। ਇਹ ਸਭ ਘੜੇ ਹੋਏ ਨੇ। ਇਹਦਾ ਅਰਥ ਨਹੀਂ ਵੀ ਬਾਣੀ ਇਹਨਾਂ ਗੱਲਾਂ ਨੂੰ ਮੰਨਦੀ ਹੈ। ਪ੍ਰੋਬਲਮ ਇੱਥੇ ਆਈ ਸਾਡਿਆਂ ਰਾਗੀਆਂ ਪ੍ਰਚਾਰਕਾਂ, ਜਦੋਂ ਇਹ ਨਾ ਆਏ ਨਾ, ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰ 'ਚ ਸ਼ਿਵ ਜੀ ਦੀ ਸਾਖੀ ਸੁਣਾਉਣੀ ਸ਼ੁਰੂ ਕਰਤੀ, ਪਾਰਬਤੀ ਦੀ ਸਾਖੀ ਸ਼ੁਰੂ ਕਰਤੀ, ਰਾਮ ਚੰਦਰ ਅਤੇ ਹਨੂੰਮਾਨ ਦੀ ਸਾਖੀ ਸੁਣਾਉਣੀ ਸ਼ੁਰੂ ਕਰਤੀ। ਸਾਡਾ ਇਹਨਾਂ ਨਾਲ ਕੋਈ ਮਤਲਬ ਨਹੀਂ। ਹੋਣਗੇ ਜਿਨ੍ਹਾਂ ਦੇ ਹੈਗੇ ਉਹਨਾਂ ਨੂੰ ਮੁਬਾਰਕ, ਅਸੀਂ ਉਹਨਾਂ ਨੂੰ ਰੋਕਦੇ ਨਹੀਂ। ਪਰ ਸਾਨੂੰ ਗੁਰੂ ਸਾਹਿਬ ਨੇ ਇਹ ਸਭ ਨਾਂ ਲੈ ਕੇ ਸਮਝਾਤਾ। ਅਸੀਂ ਉਹਦੇ ਉਪਾਸ਼ਕ ਹਾਂ ਜਿਹੜਾ ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰਹੇ। ਤੋ ਆਓ ਸਾਧ ਸੰਗਤ ਜੀ, ਉਸ ਮਾਲਕ ਦੇ ਹੁਕਮ 'ਚ, ਉਹਦੀ ਰਜਾ 'ਚ ਤੁਰ ਕੇ
ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਦਾ ਯਤਨ ਕਰੀਏ। ਤੁਸੀਂ ਨੋਟ ਕੀਤਾ ਹੋਵੇਗਾ ਆਮ ਪੌੜੀਆਂ ਨਾਲੋਂ ਅੱਜ ਦੀ ਪੌੜੀ 'ਚ ਥੋੜ੍ਹਾ ਟਾਈਮ ਵੱਧ ਲੱਗਾ। ਉਹਦੇ ਪਿੱਛੇ ਇੱਕ ਵਜ੍ਹਾ ਸੀ ਕਿ ਇਹ ਪੌੜੀ ਹੈ ਵੀ ਲੰਬੀ ਸੀ, ਥੋੜ੍ਹਾ ਜਿਹਾ ਵਿਸਥਾਰ ਮੰਗਦੀ ਸੀ। ਸਾਧ ਸੰਗਤ ਜੀ, ਕੋਸ਼ਿਸ਼ ਕਰੀਏ ਆਪ ਬਾਣੀ ਨੂੰ ਸਮਝੀਏ, ਵਿਚਾਰੀਏ ਅਤੇ ਆਪਣੀ ਜ਼ਿੰਦਗੀ ਨੂੰ ਸੁਚਾਰਾ ਬਣਾਉਣ ਦਾ ਯਤਨ ਕਰੀਏ। ਇਹ 27 ਨੰਬਰ ਪੌੜੀ ਜਿਹੜੀ ਜਿਸ ਦਾ ਅੱਜ ਆਪਾਂ ਪਾਠ ਅਤੇ ਵਿਚਾਰ ਸਾਂਝੇ ਕੀਤੇ ਨੇ। ਜਿਵੇਂ ਮੈਂ ਪਹਿਲਾਂ ਵੀ ਕਹਿ ਚੁੱਕਾ, ਇਹੋ ਪੌੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਸ਼ਬਦ 3 ਵਾਰ ਆ ਚੁੱਕਾ ਹੈ। 6 ਨੰਬਰ ਅੰਕ 'ਤੇ ਜਪਜੀ ਸਾਹਿਬ 'ਚ, 9 ਨੰਬਰ ਅੰਕ 'ਤੇ ਸੋਦਰ ਰਹਿਰਾਸ ਦੀ ਬਾਣੀ ਵਿੱਚ ਅਤੇ 348 ਨੰਬਰ ਅੰਕ 'ਤੇ ਫਿਰ ਆਸਾ ਰਾਗ ਦੇ ਵਿੱਚ ਇਹ ਸ਼ਬਦ ਆ ਚੁੱਕਾ ਹੈ। ਆਓ ਪੜ੍ਹੋ, ਸਮਝੋ। ਸ਼ਬਦਾਂ ਦਾ, ਅੱਖਰਾਂ ਦਾ, ਮਾਤਰਾਵਾਂ ਦਾ ਆਪਸ ਵਿੱਚ ਫਰਕ ਹੈ, ਪਰ ਅੰਤਰੀਵ ਭਾਵ ਇਹਨਾਂ ਸ਼ਬਦਾਂ ਦਾ ਸੇਮ ਇੱਕੋ ਜਿਹਾ ਹੈ। ਗੁਰੂ ਦੀ ਬਾਣੀ ਸਮਝ ਕੇ ਆਪਣੀ ਜ਼ਿੰਦਗੀ ਨੂੰ ਸੁਚਾਰਾ ਬਣਾਉਣ ਦਾ ਯਤਨ ਕਰੀਏ। ਧੰਨਵਾਦ ਤੁਹਾਡਾ, ਤੁਸੀਂ ਬਹੁਤ ਹੌਸਲਾ ਦੇ ਰਹੇ ਜੇ। ਆਪਣੇ ਘਰਾਂ 'ਚ ਬੈਠ ਕੇ ਪੜ੍ਹਦੇ ਹਾਂ, ਸਮਝਦੇ ਹਾਂ, ਵਿਚਾਰਦੇ ਹਾਂ। ਕਈਆਂ ਬਜ਼ੁਰਗਾਂ ਦੇ ਜਦੋਂ ਫੋਨ ਆਉਂਦੇ ਨੇ ਸਾਡੇ ਵੀਰਾਂ ਨੂੰ, ਅਤੇ ਸੱਚੀ ਗੱਲ ਹੈ, ਉਹ ਭਾਵੁਕ ਹੋ ਕੇ ਕਹਿੰਦੇ ਨੇ ਵੀ 50 ਸਾਲ ਹੋ ਗਏ ਜਪਜੀ ਸਾਹਿਬ ਪੜ੍ਹਦੇ ਹਾਂ, ਪਤਾ ਹੀ ਨਹੀਂ ਸੀ ਵੀ ਇਹਨਾਂ ਸ਼ਬਦਾਂ ਦੇ ਮੀਨਿੰਗ ਨੇ। ਬਾਣੀ ਆਹ ਸਾਨੂੰ ਕਹਿ ਰਹੀ ਹੈ, ਕਿਉਂਕਿ ਅਸੀਂ ਪੜ੍ਹਨ ਤੱਕ ਸੀਮਤ ਆ ਵੀ ਇੰਨੇ ਪਾਠ ਬਾਬਾ ਜੀ ਨੇ ਕਹਿ ਤਾ ਕਰ ਲਓ। ਪੜ੍ਹੋ, ਸਮਝੋ ਭਾਈ। ਇੱਕ ਤੁਕ ਰੋਜ਼ ਪੜ੍ਹ ਲਓ, ਪਰ ਉਹਦੇ ਅਰਥ ਜ਼ਰੂਰ ਵਿਚਾਰੋ। ਕਿਨਕਾ ਏਕ ਜਸ ਜੀ ਬਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੇ। ਸਾਰਿਆਂ ਦਾ ਧੰਨਵਾਦ ਜੀ, ਜੋ ਤੁਸੀਂ ਵਕਤ ਕੱਢ ਕੇ, ਸਮਾਂ ਕੱਢ ਕੇ ਰੋਜ਼ਾਨਾ ਬਾਣੀ ਦੀ ਵਿਚਾਰ ਸਰਵਣ ਕਰਦੇ ਹੋ। ਅੱਜ ਆਪਾਂ 27 ਨੰਬਰ ਪੌੜੀ ਦਾ ਪਾਠ ਅਤੇ ਵਿਚਾਰਾਂ ਦੀ ਸਾਂਝ ਪਾਈ ਹੈ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।